everybody. God bless you. Praise the Lord. ਪ੍ਰਭੂ ਦਾ ਧੰਨਵਾਦ, ਪ੍ਰਭੂ ਦਾ ਸ਼ੁਕਰ ਕਰਦੇ ਹਾਂ, Yep. ਪ੍ਰਭੂ ਦੀ ਵਡਿਆਈ ਕਰਦੇ ਹਾਂ Praise the Lord. ਕਿ ਅੱਜ ਫੇਰ ਪਿਤਾ ਪਰਮੇਸ਼ਰ ਜੀ ਨੇ ਆਪਾਂ ਨੂੰ ਇਹ ਇੱਕ ਨਵਾਂ ਦਿਨ ਦਿੱਤਾ ਆ ਤੇ ਉਹਦੇ ਵਿੱਚ ਅਸੀਂ ਤੁਹਾਡਾ ਕੰਮ ਕਰਦੇ ਹਾਂ Amen. ਤੇ ਬਹੁਤ ਸਾਰੀਆਂ ਅਸੀਂ ਗਲਤੀਆਂ ਵੀ ਕਰ ਲੈਂਦੇ ਹਾਂ, ਉਹਨਾਂ ਲਈ ਅਸੀਂ ਮਾਫੀ ਵੀ ਮੰਗਦੇ ਹਾਂ ਤੁਹਾਤੋਂ, ਚਾਹੇ ਅਸੀਂ ਵੱਡੇ ਹਾਂ ਤੁਹਾਤੋਂ, ਚਾਹੇ ਤੁਹਾਡੀ ਏਜ ਦੇ ਆ, ਚਾਹੇ ਅਸੀਂ ਜਿਹੜੀ ਮਰਜ਼ੀ ਸਿਚੁਏਸ਼ਨ ਦੇ ਵਿੱਚ ਜੇ ਅਸੀਂ ਗਲਤੀ ਕੋਈ ਕੀਤੀ ਹੈ ਅਸੀਂ ਤੁਹਾਤੋਂ ਮਾਫੀ ਮੰਗਦੇ ਹਾਂ ਤੇ ਪਰ ਅਸੀਂ ਤੁਹਾਨੂੰ ਪਿਆਰ ਵੀ ਕਰਦੇ ਹਾਂ। ਆਮੇਨ। ਕਿਉਂਕਿ ਪਿਤਾ ਪਰਮੇਸ਼ਰ ਨੇ ਜਿਹੜਾ ਸਨੇਹਾ ਆ ਯਿਸੂ ਮਸੀਹ ਦਾ, ਉਹ ਹੈਗਾ ਹੀ ਪਿਆਰ ਦਾ ਸਨੇਹਾ। Amen. ਤੇ ਉਹ ਜੇ ਉਹ ਸਾਨੂੰ ਪਿਆਰ ਕਰਦੇ ਤੇ ਅਸੀਂ ਵੀ ਇੱਕ ਦੂਏ ਨੂੰ ਪਿਆਰ ਕਰਨਾ ਹੈ ਤੇ ਸਾਨੂੰ ਵੀ ਇਹ ਹੁਕਮ ਦਿੱਤਾ ਗਿਆ ਆ ਕਿ ਅਸੀਂ ਇੱਕ ਦੂਏ ਨੂੰ ਪਿਆਰ ਕਰ ਸਕੀਏ। ਆਮੇਨ। Amen. ਸੋ ਸੱਚੀ ਅਸੀਂ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ, ਦਿਲੋਂ ਸਵਾਗਤ ਕਰਦੇ ਹਾਂ ਤੇ ਪ੍ਰਭੂ ਦੀ ਹਜ਼ੂਰੀ ਵਿੱਚ ਜ਼ਰੂਰ ਤੁਸੀਂ ਸਾਡੇ ਨਾਲ ਸ਼ਾਮਲ ਹੁੰਦੇ ਆ ਤੇ ਅਸੀਂ ਤੁਹਾਡਾ ਬਹੁਤ ਧੰਨਵਾਦ ਕਰਦੇ ਹਾਂ। ਤੇ ਮੈਂ ਇਹ ਵੀ ਰਿਕੁਐਸਟ ਕਰਦੀ ਹਾਂ ਕਿ ਜਿੰਨੇ ਜਣੇ ਤੁਸੀਂ ਜੁੜੇ ਆ ਜਾਂ ਜੁੜਨ ਵਾਲੇ ਆ, ਇਹ ਲਿੰਕ ਤੁਸੀਂ ਦੂਜਿਆਂ ਦੇ ਨਾਲ ਜ਼ਰੂਰ ਸ਼ੇਅਰ ਕਰੋ। ਆਮੇਨ। Amen. Amen. ਕਿਉਂਕਿ ਬਹੁਤ ਜ਼ਰੂਰੀ ਆ Sorry. Sorry, my line थोड़ी ਹੋਰ ਕਰ ਦੋ। ਓਕੇ, ਬਹੁਤ ਜ਼ਰੂਰੀ ਆ ਕਿ ਆਪਾਂ ਸਾਰੇ ਜਣੇ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਬੈਠ ਕੇ ਇੱਕ ਮਨ ਹੋ ਕੇ, ਜਦੋਂ ਅਸੀਂ ਏਕਤਾ ਦੇ ਵਿੱਚ ਹੁੰਦੇ ਆ ਤੇ ਸਾਡੇ ਵਿੱਚ ਬਹੁਤ ਸਾਰੀ ਬਲੇਸਿੰਗ ਹੁੰਦੀ ਹੈ। Amen. ਕਿਉਂਕਿ ਪਿਤਾ ਪਰਮੇਸ਼ਰ ਜੀ, ਯਿਸੂ ਮਸੀਹ ਤੇ ਪਵਿੱਤਰ ਆਤਮਾ ਵੀ ਇੱਕ ਵਾ ਤੇ ਉਹ ਕਹਿੰਦਾ ਤੁਸੀਂ ਵੀ ਉਦਾਂ ਹੀ ਜੁੜੋ। ਅਸੀਂ ਵੀ ਉਹਨਾਂ ਦੇ ਨਾਲ ਉਦਾਂ ਜੁੜ ਸਕਦੇ, ਇੱਕ ਦੂਏ ਦੇ ਨਾਲ ਜੁੜ ਸਕਦੇ ਤਾਂ ਕਿ ਅਸੀਂ ਪਿਆਰ ਯੂਨਿਟੀ ਦੇ ਵਿੱਚ ਗਾਹਾਂ ਵੱਧ ਸਕੀਏ। ਆਮੇਨ। ਤੇ ਫਿਰ ਸੱਚੀ ਗੱਲ ਇਹ ਆ, ਜਦੋਂ ਪਰਿਵਾਰ ਇੱਕ ਹੁੰਦਾ ਆ ਤੇ ਵੈਰੀ ਦਾ ਸਾਹਮਣਾ ਕਰਨਾ ਬਹੁਤ ਸੌਖਾ ਹੈ। ਜਦੋਂ ਪਰਿਵਾਰ ਇੱਕ ਹੁੰਦਾ ਆ, ਘਰ ਦੇ ਵਿੱਚ ਬਹੁਤ ਖੁਸ਼ੀ ਹੁੰਦੀ ਆ। ਜਦੋਂ ਪਰਿਵਾਰ ਇੱਕ ਹੁੰਦਾ ਆ ਤੇ ਅਸੀਂ ਆਪਣੀਆਂ ਸਾਰੀਆਂ ਪ੍ਰੋਬਲਮਸ ਛੇਤੀ ਸੌਰਟ ਆਊਟ ਕਰ ਸਕਦੇ ਹਾਂ, ਇੱਕ ਦੂਜੇ ਦਾ ਭਾਰ ਚੱਕ ਸਕਦੇ ਹਾਂ। ਸੋ ਅਸੀਂ ਇਸ ਪਰਿਵਾਰ ਦੀ ਜਿਹੜਾ ਆਪਣਾ ਨਿੱਜੀ ਪਰਿਵਾਰ ਵਾ, ਜਿੱਦਾਂ ਮਾਂ-ਬਾਪ ਤੇ ਬੱਚੇ, ਇਹਦੀ ਵੀ ਗੱਲ ਕਰਦੇ ਆ, ਪਰ ਆਪਾਂ ਜਿਹੜੇ ਯਿਸੂ ਮਸੀਹ ਦਾ ਪਰਿਵਾਰ ਵਾ ਉਹਨਾਂ ਦੀ ਵੀ ਗੱਲ ਕਰਦੇ ਆ, ਕਿਉਂਕਿ ਹਰ ਜਗ੍ਹਾ ਪਰਿਵਾਰ ਵਾ ਆਪਣਾ। ਸੋ ਜਿੱਥੇ ਵੀ ਆਪਾਂ ਹੈਗੇ ਉਸੇ ਪਰਿਵਾਰ ਦੇ ਵਿੱਚ ਆਪਾਂ ਫੇਥਫੁਲ ਹੋਈਏ। ਪਿਤਾ ਪਰਮੇਸ਼ਰ ਨੂੰ ਯਿਸੂ ਮਸੀਹ ਜੀ ਬਹੁਤ ਫੇਥਫੁਲ ਨਾਲ ਰਹੇ ਸੀਗੇ, ਜਿਸ ਕੰਮ ਲਈ ਉਹਨਾਂ ਨੂੰ ਭੇਜਿਆ ਗਿਆ ਸੀ ਉਹਨੇ ਪੂਰਾ ਕੀਤਾ ਸੀ। ਤੇ ਆਹ ਸੱਚਮੁੱਚ ਜਿਹੜਾ ਦਸੰਬਰ ਦਾ ਮਹੀਨਾ ਆ ਇਹ ਸ਼ੁਰੂ ਹੋ ਗਿਆ ਆ ਤੇ ਇਹਦੇ ਵਿੱਚ ਬਹੁਤ ਸਾਰੇ ਲੋਕ ਇਸ ਵੇਲੇ ਕ੍ਰਿਸਮਸ ਦੀਆਂ ਤਿਆਰੀਆਂ ਕਰਦੇ ਆ, ਪਰ ਮੇਰੀ ਰਿਕੁਐਸਟ ਆ ਕਿ ਤੁਸੀਂ ਕ੍ਰਿਸਮਸ ਦੀਆਂ ਤਿਆਰੀਆਂ ਜ਼ਰੂਰ ਕਰਿਓ, ਪਰ ਯਿਸੂ ਮਸੀਹ ਨੂੰ ਵਿੱਚ ਨਾਲ ਲੈ ਕੇ ਰੱਖਿਓ, ਉਹਨੂੰ ਵੀ ਆਪਣਾ ਰੋਜ਼ ਦਾ ਟਾਈਮ ਦੇਣਾ ਹੈ। Amen. ਕਿਉਂਕਿ ਜੇ ਉਹ ਨਾਲ ਨਹੀਂ ਹੈਗੇ ਤਾਂ ਕ੍ਰਿਸਮਸ ਖਾਲੀ ਰਹਿ ਜਾਣੀ ਹੈ। ਸੋ ਇਸ ਕਰਕੇ ਆਪਾਂ ਸਾਰਿਆਂ ਨੇ ਕ੍ਰਿਸਮਸ ਦੀ ਤਿਆਰੀ ਕਰਨੀ ਆ। ਤੁਸੀਂ ਡੈਕੋਰੇਸ਼ਨ ਲਾ ਲਿਓ, ਪ੍ਰੈਜ਼ੈਂਟ ਲੈ ਆਇਓ, ਆਪਣੇ ਫਰੈਂਡਸ ਨੂੰ, ਫੈਮਲੀਜ਼ ਨੂੰ ਵਿਜ਼ਿਟ ਕਰ ਸਕਦੇ ਆ, ਪਰ ਜਿਹੜਾ ਪਿਆਰ ਦਾ ਸਨੇਹਾ ਆ, ਜਿਹੜਾ ਉਹ ਆ ਉਹਦੀ ਹਜ਼ੂਰੀ ਦੇ ਵਿੱਚ ਜਾਣਾ ਆ, ਉਹ ਆਪਾਂ ਚੇਤਾ ਨਹੀਂ ਭੁਲਾਉਣਾ ਹੈਗਾ। ਆਮੇਨ। ਤੇ ਆਜੋ ਆਪਾਂ ਹੁਣ ਪਹਿਲਾਂ ਪ੍ਰਭੂ ਦਾ ਵਚਨ ਪੜ੍ਹਦੇ ਆ ਅੱਜ ਦੇ ਦਿਨ ਵਾਸਤੇ, ਜਿਹੜਾ ਵੀ ਵਚਨ ਪ੍ਰਭੂ ਨੇ ਦਿੱਤਾ ਆਪਾਂ ਨੂੰ, ਤੇ ਉਸ ਤੋਂ ਬਾਅਦ ਆਪਾਂ ਪ੍ਰਾਰਥਨਾ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਪਾਸਟਰ ਜੀ ਨੂੰ ਕਵਾਂਗੇ ਉਹ ਵਚਨ ਦਿੱਤੇ ਲੋਕ ਆਉਣ ਜਿੰਨੀ ਕਿ ਪ੍ਰਭੂ ਜੀ ਨੇ ਉਹਨਾਂ ਨੂੰ ਸਮਝ ਦਿੱਤੀ ਆ, ਕਰਕੇ ਇਨਸਾਨ ਆਪਣੀ ਸਮਝ ਨਾਲ ਕੁਛ ਵੀ ਨਹੀਂ ਕਰ ਸਕਦਾ। That's right. ਸੋ ਤੁਸੀਂ ਸਾਡੇ ਲਈ ਰੋਜ਼ ਪ੍ਰਾਰਥਨਾ ਕਰਿਆ ਕਰੋ। ਅਸੀਂ ਤੁਹਾਡੇ ਅੱਗੇ ਰਿਕੁਐਸਟ ਕਰਦੇ ਹਾਂ, ਹੱਥ ਜੋੜ ਕੇ ਰਿਕੁਐਸਟ ਕਰਦੇ ਹਾਂ ਕਿ ਤੁਸੀਂ ਜ਼ਰੂਰ ਸਾਨੂੰ ਪ੍ਰਾਰਥਨਾ ਦੇ ਵਿੱਚ ਚੇਤੇ ਰੱਖਿਓ, ਤਾਂ ਕਿ ਅਸੀਂ ਪ੍ਰਭੂ ਦੀ ਹਜ਼ੂਰੀ ਦੇ ਵਿੱਚ ਸਹੀ ਤਰੀਕੇ ਨਾਲ ਇੱਕ ਦੂਏ ਦੇ ਨਾਲ ਰਲ ਕੇ ਸਿੱਖ ਸਕੀਏ ਤੇ ਸਿਖਾਲ ਵੀ ਸਕੀਏ। ਆਮੇਨ। ਅੱਜ ਦੀ ਜਿਹੜੀ ਰੀਡਿੰਗ ਆ ਉਹ ਇਹ ਆ ਗਲਾਤੀਆਂ ਤੇ ਉਹਦਾ 6ਵਾਂ ਚੈਪਟਰ ਤੇ 6 ਤੋਂ ਲੈ ਕੇ 10 ਤੱਕ। ਆਮੇਨ। ਇੱਥੇ ਦਾ ਗਲੇਸ਼ੀਅਨਸ ਚੈਪਟਰ 6 and verse 6 until 10। ਪਰ ਜਿਹੜਾ ਬਾਣੀ ਦੀ ਸਿੱਖਿਆ ਲੈਂਦਾ ਹੈ ਉਹ ਸਿਖਾਉਣ ਵਾਲੇ ਨੂੰ ਸਾਰੀਆਂ ਪਦਾਰਥਾਂ ਵਿੱਚ ਸਾਂਝੀ ਕਰੇ। ਤੁਸੀਂ ਧੋਖਾ ਨਾ ਖਾਓ, ਪਰਮੇਸ਼ਰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋਈ ਉਹ ਵੱਢੇਗਾ ਵੀ। ਜਿਹੜਾ ਆਪਣੇ ਸਰੀਰ ਲਈ ਬੀਜਦਾ ਹੈ ਉਹ ਸਰੀਰੋਂ ਵਿਨਾਸ਼ ਨੂੰ ਵੱਢੂਗਾ,
ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ। ਅਤੇ ਭਲਾਈ ਕਰਦਿਆਂ ਅਸੀਂ ਅੱਕ ਨਾ ਜਾਈਏ, ਕਿਉਂਕਿ ਜੇ ਹੌਸਲਾ ਨਾ ਹਾਰੀਏ ਤਾਂ ਵੇਲੇ ਸਿਰ ਵੱਢਾਂਗੇ ਵੀ। ਉਪਰੰਤ ਜਿਵੇਂ ਸਾਨੂੰ ਮੌਕਾ ਮਿਲੇ ਅਸੀਂ ਸਭਨਾਂ ਦੇ ਨਾਲ ਭਲਾ ਕਰੀਏ, ਪਰ ਨਿਜ ਕਰਕੇ ਨਿਸ਼ਚਾਵਾਨਾਂ ਦੇ ਨਾਲ। ਆਮੀਨ। ਆਮੀਨ। ਪਿਤਾ ਪਰਮੇਸ਼ਰ ਜੀ ਇਸ ਵਚਨ ਤੇ ਬਰਕਤ ਦੇ ਤੇ ਸਾਨੂੰ ਸਮਝ ਵੀ ਦੇਣ ਗਾਹਾਂ ਕਿ ਆਜੋ ਆਪਾਂ ਪ੍ਰਾਰਥਨਾ ਕਰਦੇ ਹਾਂ। ਸੱਚੇ ਪਿਤਾ ਪ੍ਰਭੂ ਜੀ, ਅਸੀਂ ਤੁਹਾਡੀ ਹਜ਼ੂਰੀ ਦੇ ਵਿੱਚ ਆਉਂਦੇ ਹਾਂ ਇਸ ਵੇਲੇ, ਔਰ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਇਹ ਮੌਕਾ ਦਿੱਤਾ, ਸਾਨੂੰ ਇੱਕ ਦਿਨ ਦਿੱਤਾ ਜਿਹਦੇ ਵਿੱਚ ਅਸੀਂ ਤੁਹਾਡੀ ਫੇਰ ਵਡਿਆਈ ਕਰ ਸਕਦੇ ਹਾਂ, ਇਸ ਜੀਵਨ ਦੇ ਵਿੱਚ ਰਹਿ ਸਕਦੇ ਹਾਂ, ਔਰ ਤੁਹਾਡੀ ਖੁਸ਼ਖਬਰੀ, ਤੁਹਾਡਾ ਵਚਨ ਜਿਹੜਾ ਤੁਸੀਂ ਸਾਨੂੰ ਦਿੱਤਾ ਹੈ ਉਹ ਦੂਜਿਆਂ ਨਾਲ ਵੰਡ ਸਕਦੇ ਹਾਂ। ਕਿਉਂਕਿ ਪ੍ਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ, ਗਿਆਨ ਤੋਂ ਬਿਨਾਂ ਮੇਰੀ ਪਰਜਾ ਦਾ ਨਾਸ਼ ਹੋਈ ਜਾ ਰਿਹਾ ਹੈ। ਸੋ ਜ਼ਰੂਰੀ ਹੈ ਕਿ ਜਿੰਨੇ ਤੁਹਾਡੇ ਲੋਕ ਆ ਉਹਨਾਂ ਨੂੰ ਤੁਹਾਡੇ ਵਚਨਾਂ ਦੀ ਨੌਲੇਜ ਹੋ ਸਕੇ। ਸੋ ਪਿਤਾ ਪ੍ਰਭੂ ਜੀ, ਅਸੀਂ ਤੁਹਾਡਾ ਧੰਨਵਾਦ, ਤੁਹਾਡਾ ਸ਼ੁਕਰ ਕਰਦੇ ਹਾਂ। ਔਰ ਹੁਣ ਤੱਕ ਜੇ ਸਾਡੇ ਵਿੱਚੋਂ ਕਿਸੇ ਨੇ ਵੀ ਕੋਈ ਇਦਾਂ ਦੀ ਗੱਲ ਕੀਤੀ ਹੈ ਜਾਂ ਸਾਡੀਆਂ ਸੋਚਾਂ ਆ ਜਿਹੜੀਆਂ ਤੁਹਾਨੂੰ ਨਹੀਂ ਪਾਉਂਦੀਆਂ, ਪ੍ਰਭੂ ਜੀ ਅਸੀਂ ਉਹਨਾਂ ਲਈ ਵੀ ਮਾਫੀ ਮੰਗਦੇ ਹਾਂ। ਔਰ ਪਿਤਾ ਪਰਮੇਸ਼ਰ ਜੀ, ਇਸ ਵੇਲੇ ਤੁਹਾਡੀ ਹਜ਼ੂਰੀ ਮੰਗਦੇ ਆ, ਸਾਡੇ ਜਿੱਥੇ ਜਿੱਥੇ ਵੀ ਭਰਾ, ਨੌਜਵਾਨ, ਬੱਚੇ ਸਾਡੇ ਨਾਲ ਜੁੜੇ ਹੋਏ ਆ, ਉਹਨਾਂ ਦੇ ਉੱਤੇ ਆਪਣੀ ਬਰਕਤ ਪਾਓ, ਔਰ ਸੱਚਮੁੱਚ ਹਰੇਕ ਮੁਸੀਬਤ ਤੋਂ ਉਹਨਾਂ ਨੂੰ ਖਾਲੀ ਕਰਕੇ ਇਸ ਵੇਲੇ ਪ੍ਰਭੂ ਜੀ ਅਸੀਂ ਸਾਰੇ ਇੱਕ ਯੂਨਿਟੀ ਦੇ ਵਿੱਚ ਹੋ ਕੇ ਤੁਹਾਡੇ ਵਚਨ ਨੂੰ ਸੁਣ ਸਕੀਏ। ਔਰ ਜਿੱਥੇ ਵੀ ਤੁਸੀਂ ਕਿਹਾ ਹੈ ਕਿ 2 ਜਾਂ 3 ਰਲ ਕੇ ਮੇਰੇ ਨਾਂ ਦੇ ਵਿੱਚ ਇਕੱਠੇ ਹੁੰਦੇ, ਉਹਨਾਂ ਦੇ ਵਿਚਕਾਰ ਮੈਂ ਆ। ਤੇ ਮੈਂ ਉਮੀਦ ਰੱਖਦੀ ਹਾਂ ਕਿ ਬਹੁਤ ਸਾਰੇ ਭੈਣ ਭਰਾ ਸਾਡੇ ਨਾਲ ਇਸ ਵੇਲੇ ਜੁੜੇ ਆ ਜਾਂ ਜੁੜਨ ਵਾਲੇ ਆ, ਤੇ ਅਸੀਂ ਤੇਰੀ ਯੂਨਿਟੀ ਦੇ ਵਿੱਚ ਪ੍ਰਭੂ ਜੀ ਬਰਕਤ ਪਾ ਸਕੀਏ। ਔਰ ਤੁਸੀਂ ਆਓ ਤੇ ਪ੍ਰਭੂ ਜੀ ਸਾਨੂੰ ਆਪਣੀ ਬਲੈਸਿੰਗ ਦੇ ਥੱਲੇ ਰੱਖੋ। ਅਸੀਂ ਇਹ ਸਾਰਾ ਕੁਝ ਆਪਣੇ ਪ੍ਰਭੂ ਯਿਸੂ ਮਸੀਹ ਜੀ ਦੇ ਮਿੱਠੇ ਤੇ ਜਲਾਲੀ ਨਾਂ ਦੇ ਵਿੱਚ ਆਪਣੇ ਪਿਤਾ ਕੋਲੋਂ, ਜਿਹੜਾ ਸਵਰਗਾਂ ਦੇ ਵਿੱਚ ਇੱਕੋ ਹੀ ਪਿਤਾ ਆ, ਉਹਦੇ ਕੋਲੋਂ ਮੰਗਦੇ ਤੇ ਪਾਉਂਦੇ ਹਾਂ। ਆਮੀਨ। Amen. Praise the Lord. Praise the Lord. Praise the ਪ੍ਰਭੂ ਦੀ Lord. ਵਡਿਆਈ ਹੋਵੇ। ਓਕੇ, ਥੋੜੀ ਜਿਹਾ ਇਨਫੋਰਮੇਸ਼ਨ। ਸਾਡਾ ਜਿਹੜਾ ਨਵਾਂ ਕੰਪਿਊਟਰ ਸੀ ਉਹ ਥੋੜਾ ਜਿਹਾ ਟੈਕਨੀਸ਼ੀਅਨ ਦਾ ਠੀਕ ਕਰਨ ਵਾਲਾ, ਤੇ ਅਸੀਂ ਪੁਰਾਣਾ ਯੂਜ਼ ਕਰਦੇ ਹਾਂ। ਸੋ ਹੋ ਸਕਦਾ ਥੋੜੀ ਜਿਹੜੀ ਪਿਕਚਰ ਆ ਉਨੀ ਕੁਆਲਿਟੀ ਵਧੀਆ ਨਹੀਂ ਜਿੰਨੀ ਅੱਗੇ ਹੁੰਦੀ ਹੈ, ਪਰ ਫਿਰ ਵੀ ਮੈਸੇਜ ਵਧੀਆ ਹੋਊਗਾ, ਕਰਕੇ ਪਰਮੇਸ਼ਰ ਦੀ ਅਨੋਇੰਟਿੰਗ, ਉਹਦਾ ਮਸਾ ਜਦੋਂ ਆਉਂਦਾ ਤਾਂ ਮੈਸੇਜ ਠੀਕ ਹੋ ਜਾਂਦਾ, ਉੱਦਾਂ ਆਪਣੇ ਆਪ ਦੇ ਵਿੱਚ ਨਹੀਂ ਹੁੰਦਾ ਹੈਗਾ। ਸੋ ਪ੍ਰੇਜ਼ ਦ ਲਾਰਡ। ਓਕੇ ਜੀ, ਸੋ ਇਹ ਥੋੜ੍ਹੀ ਜਿਹੀ ਇਨਫੋਰਮੇਸ਼ਨ ਸੀਗਾ। ਤੇ ਓਕੇ ਜੀ, ਆਪਾਂ ਅੱਜ ਇੱਕ ਨਵੀਂ ਸਟੱਡੀ ਕਰਨ ਲੱਗੇ ਆ। ਅਸੀਂ ਕੋਈ ਵੀ ਰੱਖਣੀ ਸੀ, ਆਪਾਂ ਕ੍ਰਿਸਮਸ ਦੇ ਬਾਰੇ ਗੱਲਾਂ ਕਰਾਂਗੇ, ਜੀਸਸ ਕਾਹਤੇ ਆਇਆ ਸੀ। ਪਰ ਮੈਂ ਸੋਚਿਆ ਸੀ ਵੀ ਆਹ ਜਿਹੜਾ ਇੱਕ ਹਫ਼ਤਾ ਇਹਦੇ ਬਾਰੇ ਥੋੜ੍ਹਾ ਜਿਹਾ ਦੱਸੀਏ, ਜਿਹਦੇ ਨਾਲ ਸਾਡੀ ਮਦਦ ਹੋ ਸਕਦੀ ਆ। ਕਰਕੇ ਅਸੀਂ ਕਈ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਬਈ ਜਿਹੜੀ ਅੱਜ ਆਪਾਂ ਗੱਲ ਕਰਨ ਲੱਗੇ ਆ, ਬੀਜਣਾ ਤੇ ਵੱਢਣਾ। ਓਕੇ, ਇਕੱਲਾ ਬੀਜਣਾ ਹੀ ਨਹੀਂ ਪਰ ਵੱਢਣਾ ਵੀ। ਓਕੇ, ਸੋ ਬੀਜਣਾ ਤੇ ਫਿਰ ਵੱਢਣਾ। ਓਕੇ, ਸੋ ਇਹਦੇ ਬਾਰੇ ਆਪਾਂ ਥੋੜ੍ਹੀ ਜਿਹੀ ਗੱਲ ਕਰਨੀ ਅੱਜ। ਤੇ ਤੁਸੀਂ ਦੇਖਣਾ ਬਾਈਬਲ ਦੇ ਵਿੱਚੋਂ ਚੈੱਕ ਕਰਨਾ, ਤਾਂ ਜੇ ਤੁਹਾਡੇ ਮਨ ਨੂੰ ਲੱਗਦੀ ਆ ਬਈ ਬਾਈਬਲ ਦੇ ਵਿੱਚੋਂ ਆ, ਫਿਰ ਤੁਸੀਂ ਫੋਲੋ ਕਰਨੀ। ਤਾਂ ਜਿਹੜਾ ਸਾਰਿਆਂ ਨਾਲੋਂ ਵੱਡਾ ਸਬੂਤ ਇਹ ਹੁੰਦਾ ਆ ਜਦੋਂ ਉਹਦਾ ਫਲ ਆਵੇ। ਓਕੇ, ਅਸੀਂ ਬਹੁਤ ਵਾਰੀ ਕਹਿ ਸਕਦੇ ਹੁੰਦੇ ਹਾਂ ਬਈ ਆਹ ਦਰਖਤ ਬਹੁਤ ਚੰਗਾ ਆ, ਬਹੁਤ ਫਲ ਦੇਊਗਾ, ਪਰ ਜਿੰਨਾ ਚਿਰ ਉਹ ਦਿੰਦਾ ਨਹੀਂ ਹੈਗਾ ਸਾਨੂੰ ਉਹਨਾਂ ਚਿਰ ਪਤਾ ਨਹੀਂ ਹੁੰਦਾ ਹੈਗਾ। ਸੋ ਸਾਨੂੰ ਟੈਸਟ ਕਰਕੇ ਵੀ ਦੇਖਣਾ ਚਾਹੀਦਾ ਹੈ। ਪ੍ਰਭੂ ਵੀ ਕਹਿੰਦਾ ਬਈ ਉਹਦੇ ਅੱਖਰ ਨੂੰ ਚੁੱਕ ਕੇ ਦੇਖੋ, ਟੈਸਟ ਕਰਕੇ ਦੇਖੋ, ਇਟ ਇਜ਼ ਗੁੱਡ। ਓਕੇ, ਸੋ ਜ਼ਰੂਰ ਇਹ ਟੈਸਟ ਕਰਕੇ ਦੇਖ ਸਕਦੇ ਹਾਂ। ਅਸੀਂ ਬਹੁਤ ਸਾਲਾਂ ਤੋਂ ਕੀਤਾ, ਸਾਨੂੰ ਪਤਾ ਇਹ ਕੰਮ ਕਰਦਾ ਹੈ, ਤੇ ਪਰ ਤੁਸੀਂ ਵੀ ਇਹਦੇ ਵਿੱਚ ਹਿੱਸਾ ਲੈ ਸਕਦੇ ਹੋ, ਤੁਸੀਂ ਦੇਖ ਸਕਦੇ ਹੋ ਕਿੱਦਾਂ ਇਹ ਕੰਮ ਕਰਦਾ ਹੈ। ਸੋ ਆਪਾਂ ਬਾਈਬਲ ਦੇ ਵਿੱਚੋਂ ਗਲੇਸ਼ੀਅਨਸ ਦੀ ਕਿਤਾਬ ਦੇ ਵਿੱਚੋਂ ਪੜ੍ਹ ਕੇ ਹਟੇ ਆ। The book of Galatians chapter 6, we read from 6 to 10. ਇੱਥੇ ਉਹ ਦੱਸਦਾ ਹੈ ਸਾਨੂੰ ਵੀ ਕਿੱਦਾਂ ਬੀਜਣਾ ਹੈ, ਤੇ ਇਹ ਤੇ ਆਪਾਂ ਥੋੜ੍ਹੇ ਧਿਆਨ ਦੇਵਾਂਗੇ। ਫਿਰ ਆਪਾਂ ਦੇਖਾਂਗੇ ਬਈ ਕਿਹੜੀ ਜ਼ਮੀਨ ਵਿੱਚ ਬੀਜਣਾ ਚਾਹੀਦਾ ਹੈ। ਫਿਰ ਆਪਾਂ ਦੇਖਾਂਗੇ ਬਈ ਜਦੋਂ ਉਹ ਵੱਢਣਾ ਆ ਕਿੱਦਾਂ ਆਉਂਦਾ ਆ। ਓਕੇ, ਥੋੜ੍ਹੀਆਂ ਚੀਜ਼ਾਂ ਆਪਾਂ ਆਪਣੇ ਕੋਲ ਥੋੜ੍ਹਾ ਹੀ ਟਾਈਮ ਹੋਣਾ ਆ, ਪਰ ਫਿਰ ਵੀ ਆਪਾਂ ਇੰਨੇ ਕੁ ਟਾਈਮ ਦੇ ਵਿੱਚ ਦੇਖਾਂਗੇ। ਜੇ ਕਿਤੇ ਫਿਰ ਟਾਈਮ ਮਿਲਿਆ ਤੇ ਆਪਾਂ ਇਹਨੂੰ ਡੂੰਘਾ ਵੀ ਦੇਖਾਂਗੇ, ਪਰ ਇਹ ਕਿ ਆਪਾਂ ਉੱਪਰੋਂ ਦੇਖਣਾ ਆ ਜਿਹੜਾ ਸਾਨੂੰ ਓਨਾ ਕੁ ਸਮਝ ਲੱਗ ਜਾਵੇ ਜਿਹਦੇ ਨਾਲ ਇਹ ਸਾਡੇ ਵਾਸਤੇ ਕੰਮ ਕਰਨ ਲੱਗ ਪਵੇ। ਓਕੇ,
ਸੋ ਇੱਥੇ ਗਲੇਸ਼ੀਅਸ ਦੀ ਇੱਕ ਕਿਤਾਬ ਵਿੱਚੋਂ ਦੱਸਦੇ ਆ, ਜਿੱਥੇ ਪੌਲ ਸਿਖਾਲਦਾ ਸਾਨੂੰ 7ਵੀਂ ਆਇਤ ਦੇ ਵਿੱਚ, ਕਹਿੰਦਾ ਡੂ ਨਾਟ ਬੀ ਡਿਸੀਵਡ, ਕਹਿੰਦਾ ਧੋਖੇ ਦੇ ਵਿੱਚ ਨਾ ਆਇਓ। ਹਮ, ਓਕੇ, ਬਹੁਤ ਲੋਕਾਂ ਨੇ ਕਹਿਣਾ ਆ ਹਮ, ਇਹ ਕੰਮ ਨਹੀਂ ਕਰਦਾ ਹੈਗਾ, ਹਮ, ਪਰ ਪੌਲ ਕੀ ਕਹਿੰਦਾ? ਕਹਿੰਦਾ ਧੋਖੇ ਦੇ ਵਿੱਚ ਨਾ ਆਇਓ। ਹਮ, ਕਿਹੜੀ ਚੀਜ਼ ਦੇ ਧੋਖੇ ਵਿੱਚ ਨਾ ਆਇਓ? ਉਹ ਕਹਿੰਦਾ ਪਰਮੇਸ਼ਰ ਨੂੰ ਠੱਠਿਆਂ ਵਿੱਚ ਨਹੀਂ ਢਾ ਹੁੰਦਾ ਹੈਗਾ, ਪਰ ਕਹਿੰਦਾ ਜੋ ਵੀ ਅਸੀਂ ਬੀਜਦੇ ਆ ਉਹ ਇੱਕ ਦਿਨ ਵੱਢਣਾ ਹੈ। Okay? ਜੋ ਵੀ ਅਸੀਂ ਬੀਜਦੇ ਆ ਇੱਕ ਦਿਨ ਅਸੀਂ ਵੱਢਣਾ ਹੈ। ਆਮੇਨ। ਬਹੁਤ ਵਾਰੀ ਅਸੀਂ ਬੀਜਦੇ ਹੋਰ ਕੁਛ ਆ ਤੇ ਅਸੀਂ ਵੱਢਣਾ ਚਾਹੁੰਦੇ ਚੰਗੀਆਂ ਚੀਜ਼ਾਂ। ਕਈ ਵਾਰੀ ਸਾਡੀਆਂ ਬੀਜੀਆਂ ਜਿਹੜੀਆਂ ਹੁੰਦੀਆਂ ਉਹ ਇੰਨੀਆਂ ਚੰਗੀਆਂ ਨਹੀਂ ਹੁੰਦੀਆਂ ਹੈਗੀਆਂ। ਕਈ ਵਾਰੀ ਅਸੀਂ ਜਾਣ ਕੇ ਨਹੀਂ ਬੀਜੀਆਂ ਹੁੰਦੀਆਂ ਹੈਗੀਆਂ, ਪਰ ਕਰਕੇ ਅਸੀਂ ਜਾਣਦੇ ਨਹੀਂ ਹੈਗੇ ਅਸੀਂ ਕੀ ਬੀਜੀ ਜਾਂਦੇ ਆ, ਤੇ ਅਸੀਂ ਰੋਂਗ ਚੀਜ਼ਾਂ ਬੀਜੀਆਂ। ਸੋ ਇੱਥੇ ਉਹ ਸਾਨੂੰ ਦੱਸਦਾ ਪਰਮੇਸ਼ਰ ਠੱਠਿਆਂ 'ਚ ਨਹੀਂ ਡਾਇਆ ਜਾਣਾ, ਜੋ ਅਸੀਂ ਬੀਜਿਆ ਆ ਉਹ ਹੀ ਵੱਢਣਾ ਹੈ। ਓਕੇ, ਸੋ ਸਾਨੂੰ ਪਹਿਲੀ ਚੀਜ਼ ਇਹ ਹੈ, ਸਾਨੂੰ ਚੈੱਕ ਕਰਨਾ ਚਾਹੀਦਾ ਜਦੋਂ ਆਪਾਂ ਹੁਣ ਇਹਦੇ ਬਾਰੇ ਦੇਖਣਾ ਆ, ਆਪਾਂ ਸਾਰਿਆਂ ਨੇ ਆਪਣੇ ਦਿਲ ਨੂੰ, ਆਪਣੇ ਜੀਵਨ ਨੂੰ ਚੈੱਕ ਕਰਨਾ ਆ, ਮੈਂ ਕੀ ਬੀਜਦਾ ਆਇਆ ਆ। Yes. ਕਿੱਦਾਂ ਸਾਨੂੰ ਪੱਕਾ ਕਿੱਦਾਂ ਪਤਾ ਲੱਗਦਾ ਅਸੀਂ ਕੀ ਬੀਜਦੇ ਆਏ ਆ? ਜਦੋਂ ਅਸੀਂ ਉਹਦਾ ਫਲ ਦੇਖਦੇ ਆ। ਹਮ, ਸਾਡੇ ਚਾਰ ਸਪੇਰੇ ਕੀ ਉਗਿਆ ਆ। Okay? ਜੇ ਅਸੀਂ ਰੋਂਗ ਚੀਜ਼ਾਂ ਉਗੀਆਂ ਆ, ਫਿਰ ਸਾਨੂੰ ਦੇਖਣਾ ਪੈਣਾ ਆ ਅਸੀਂ ਬੀਜਦੇ ਕੀ ਸੀਗੇ। ਮੈਂ ਕਹਿ ਸਕਦਾ ਆ ਵੀ ਜੇ ਸਾਡੇ ਚਾਰ ਸਪੇਰੇ ਚੀਜ਼ਾਂ ਖਰਾਬ ਆ ਤੇ ਅਸੀਂ ਖਰਾਬ ਚੀਜ਼ਾਂ ਬੀਜੀਆਂ ਆ। ਓਕੇ, ਕਈ ਵਾਰੀ ਅਸੀਂ ਇਹ ਪਸੰਦ ਨਹੀਂ ਕਰਦੇ। ਹੋ ਸਕਦਾ ਮੇਰੇ ਭੈਣ ਭਰਾ ਮੇਰੇ ਨਾਲ ਬਹਿਸ ਵੀ ਬਹੁਤ ਇਹਦੇ ਬਾਰੇ ਕਰਨਾ ਚਾਹੁਣ, ਨਹੀਂ ਇਹ ਤੇ ਚੰਗੀਆਂ ਬੀਜੀਆਂ। ਓਕੇ, ਪਰ ਜਦੋਂ ਅਸੀਂ ਬਾਈਬਲ ਵਿੱਚੋਂ ਦੇਖਦੇ ਹਾਂ, ਯਿਸੂ ਮਸੀਹ ਇੱਥੇ ਬਹੁਤ ਪੌਲ ਇੱਥੇ ਬਹੁਤ ਕਲੀਅਰਲੀ ਸਾਨੂੰ ਦੱਸ ਰਿਹਾ ਆ, ਜੋ ਅਸੀਂ ਬੀਜਣਾ ਆ ਉਹੋ ਹੀ ਇੱਕ ਦਿਨ ਵੱਢਣਾ ਹੈ। ਓਕੇ, ਪਰਮੇਸ਼ਰ ਠੱਠਿਆਂ 'ਚ ਨਹੀਂ ਉਡਾਇਆ ਜਾਣਾ ਹੈਗਾ। ਇਹਦਾ ਕੀ ਮਤਲਬ? ਅਸੀਂ ਰੋਂਗ ਇੱਕ ਹੋਰ ਚੀਜ਼ ਬੀਜ ਕੇ ਦੂਜੀ ਨਹੀਂ ਵੱਢ ਸਕਦੇ ਹੈਗੇ। ਜੋ ਅਸੀਂ ਬੀਜਿਆ ਉਹ ਇੱਕ ਦਿਨ ਵੱਢਣਾ ਪੈਣਾ। ਫਿਰ ਉਹ ਸਾਨੂੰ 8ਵੀਂ ਆਇਤ ਦੇ ਵਿੱਚ ਕਹਿੰਦਾ ਆ, for whoever sows to the flesh will reap corruption। ਜਿਹੜੇ ਮਾਸ ਦੀਆਂ ਚੀਜ਼ਾਂ ਦੇ ਬਾਰੇ ਬੀਜਦੇ ਆ ਤੇ ਉਹਨੇ ਇੱਕ ਦਿਨ ਨਾਸ਼ ਹੀ ਪਾਉਣਾ। ਕਾਹਦੇ ਕਰਕੇ? ਇੱਕ ਦਿਨ ਇਹ ਮਾਸ ਜਿਹੜਾ ਇਹ ਨਾਸ਼ ਹੋ ਜਾਣਾ, ਆਪਾਂ ਇਸ ਸਰੀਰ ਨੂੰ ਛੱਡ ਜਾਣਾ ਆ, ਇਹ ਧਰਤੀ ਦੇ ਵਿੱਚ ਦੱਬਿਆ ਜਾਣਾ ਆ ਤੇ ਮੁੜ ਕੇ ਫੇਰ ਮਿੱਟੀ ਬਣ ਜਾਣਾ ਆ। ਸੋ ਜਿਹੜੀਆਂ ਚੀਜ਼ਾਂ ਅਸੀਂ ਬੀਜਦੇ ਆ, ਅਸੀਂ ਕਿਹੜੀ ਕਾਹਦੇ ਵਾਸਤੇ ਬੀਜਦੇ ਆ? ਓਕੇ, ਕਈ ਵਾਰੀ ਅਸੀਂ ਇਸ ਦੁਨੀਆ ਵਾਸਤੇ ਬੀਜਦੇ ਆ, ਸਾਨੂੰ ਹੁਣ ਉਹ ਚੀਜ਼ਾਂ ਮਿਲ ਜਾਣ, ਫਿਰ ਉਹ ਇੱਥੇ ਰਹਿ ਜਾਂਦੀਆਂ, ਉਹ ਨਾਸ਼ ਹੋ ਜਾਂਦੀਆਂ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਇਹ ਦੱਸਦਾ ਹੈ 8ਵੀਂ ਆਇਤ ਦੇ ਵਿੱਚ, for whoever sows to the flesh will reap corruption to the flesh, but he who sows to the spirit will from the spirit reap everlasting life। ਜੇ ਕੋਈ ਆਤਮਿਕ ਚੀਜ਼ਾਂ ਬੀਜਦਾ ਆ, ਕੀ ਹੋਣਾ? ਉਹਨੇ ਆਤਮਿਕ ਹੀ ਚੀਜ਼ਾਂ ਵੱਢਣੀਆਂ ਜਿਹੜੀਆਂ ਸਦਾ ਵਾਸਤੇ ਹੋਣੀਆਂ। 8ਵੀਂ ਆਇਤ ਪੜ੍ਹੇ, 7ਵੀਂ ਤੇ 8ਵੀਂ ਦੋਵੇਂ ਪੜ੍ਹਦੇ। ਹਾਂਜੀ, ਇਹ ਆਪਾਂ ਗਲਾਤੀਆਂ ਉਹਦਾ 6ਵਾਂ ਚੈਪਟਰ 7 ਤੇ 8 ਆਇਤ ਪੜ੍ਹਨ ਲੱਗੀ। ਗਲੇਸ਼ੀਅਨਸ ਚੈਪਟਰ 6, 7 and 8। ਤੁਸੀਂ ਧੋਖਾ ਨਾ ਖਾਓ, ਪਰਮੇਸ਼ਵਰ ਠੱਠਿਆਂ ਵਿੱਚ ਨਹੀਂ ਉਡਾਈਦਾ, ਕਿਉਂਕਿ ਮਨੁੱਖ ਜੋ ਕੁਝ ਬੀਜਦਾ ਹੈ ਸੋ ਹੀ ਵੱਢੇਗਾ ਵੀ। ਜਿਹੜਾ ਆਪਣੇ ਸਰੀਰ ਦੇ ਲਈ ਬੀਜਦਾ ਹੈ ਉਹ ਸਰੀਰੋਂ ਵਿਨਾਸ਼ ਨੂੰ ਵੱਢੂਗਾ, ਅਤੇ ਜਿਹੜਾ ਆਤਮਾ ਲਈ ਬੀਜਦਾ ਹੈ ਉਹ ਆਤਮਾ ਤੋਂ ਸਦੀਪਕ ਜੀਵਨ ਨੂੰ ਵੱਢੇਗਾ। ਆਮੇਨ। ਸੋ ਇੱਥੇ ਬਹੁਤ ਕਲੀਅਰਲੀ ਸਾਨੂੰ ਦੱਸ ਰਿਹਾ ਆ ਤੇ ਸਾਨੂੰ ਇਹਦਾ ਨੋਟ ਬਣਾਉਣਾ ਚਾਹੀਦਾ। ਜਦੋਂ ਤੁਸੀਂ ਸੁਣ ਵੀ ਹਟੇ, ਉਦੋਂ ਬਾਅਦ ਤੁਸੀਂ ਆਪਣੀ ਬਾਈਬਲ ਕੱਢ ਕੇ ਗਲੇਸ਼ੀਅਸ ਦੇ ਵਿੱਚੋਂ ਪੜ੍ਹ ਕੇ ਤੇ ਇੱਥੇ ਥੋੜਾ ਜਿਹਾ ਧਿਆਨ ਦਿਓ, ਪ੍ਰਭੂ ਦੇ ਕੋਲ ਪੁੱਛਿਓ, ਪ੍ਰਭੂ ਜੀ ਮੈਨੂੰ ਸਮਝਾਓ ਇਹਦੇ ਬਾਰੇ। ਜਗਦੀਸ਼ ਨੂੰ ਵਧੀਆ ਹੋਲੀ ਸਪਿਰਿਟ ਸਮਝਾਉਂਦਾ ਹੈ। ਆਮੇਨ। ਸੋ ਤੁਸੀਂ ਉਹਦੀ ਆਵਾਜ਼ ਨੂੰ ਸੁਣਨਾ ਹੈ, ਦੇਖਣਾ ਉਹ ਤੁਹਾਨੂੰ ਕੀ ਕਹਿ ਰਿਹਾ ਹੈ। ਓਕੇ, ਤੇ ਉਹਨੇ ਮੈਨੂੰ ਜ਼ਿਆਦਾ ਕਲੀਅਰ ਤੁਹਾਡੇ ਵਾਸਤੇ ਕਰ ਦੇਣਾ। ਓਕੇ, ਪਰ ਮੈਂ ਜਿੰਨਾ ਮੈਂ ਕਰ ਸਕਦਾ ਮੈਂ ਤੁਹਾਡੇ ਵਾਸਤੇ ਜ਼ਰੂਰ ਇਹਦੇ ਵਿੱਚੋਂ ਕਲੀਅਰ ਕਰੂੰਗਾ। 9ਵੀਂ ਆਇਤ ਦੇ ਵਿੱਚ ਇੱਦਾਂ ਦੱਸਦਾ ਹੈ, and let us not grow weary while we are doing good, for in due season we will reap if we do not lose heart। ਕੀ ਕਹਿੰਦਾ? ਬਈ ਅਸੀਂ ਥੱਕ ਨਾ ਜਾਈਏ ਚੰਗੇ ਕਰਦੇ ਕਰਦੇ। ਬਹੁਤ ਵਾਰੀ ਅਸੀਂ ਥੱਕ ਜਾਂਦੇ ਹਾਂ ਕਰਕੇ ਅਸੀਂ ਫਲ ਨਹੀਂ ਦੇਖਦੇ ਹੈਗੇ ਜੋ ਅਸੀਂ ਬੀਜਿਆ ਹੁੰਦਾ, ਫਿਰ ਨੈਚੁਰਲੀ ਅਸੀਂ ਥੱਕ ਜਾਂਦੇ, ਕਹਿੰਦੇ ਬਹੁਤ ਕੀਤਾ ਪਰ ਬਹੁਤ ਚੀਜ਼ਾਂ ਬੀਜੀਆਂ ਪਰ ਕੁਛ ਵੀ ਉੱਗਿਆ ਨਹੀਂ ਹੈਗਾ। ਪਿਛਲੇ ਵੀਕੇ ਮੇਰੇ ਨਾਲ ਕੋਈ ਗੱਲ ਕਰ ਰਿਹਾ ਸੀ,
ਤੇ ਉਹ ਕਹਿ ਰਿਹਾ ਸੀ ਵੀ ਜੋ ਵੀ ਬਹੁਤ ਜ਼ਿਆਦਾ ਉਹ ਫੇਥਫੁਲੀ ਕਰ ਰਹੇ ਆ, ਪਰ ਉਹ ਚੀਜ਼ਾਂ ਉੱਗ ਨਹੀਂ ਰਹੀਆਂ ਜਾਂ ਉਹ ਚੀਜ਼ਾਂ ਹੋ ਨਹੀਂ ਰਹੀਆਂ ਜੋ ਉਹ ਚਾਹੁੰਦੇ ਸੀਗੇ। ਓਕੇ, ਸੱਚੀ ਫਿਰ ਅਸੀਂ ਉਦਾਸ ਹੋਣ ਲੱਗ ਪੈਂਦੇ ਹਾਂ। ਪਰ ਇੱਥੇ ਪੌਲ ਸਾਨੂੰ ਤਸੱਲੀ ਦਿੰਦਾ ਆ। ਉਹ ਕਹਿੰਦਾ let us not grow weary while doing good। ਹਮ, ਚੰਗੇ ਕਰਦੇ ਕਰਦੇ ਥੱਕ ਨਾ ਜਾਓ। ਆਪਾਂ ਇੱਕ ਜੀਵਨ ਹੀ ਇਦਾਂ ਦਾ ਬਣਾਉਣਾ ਆ ਜਿਹਦੇ ਵਿੱਚ ਅਸੀਂ ਚੰਗੀਆਂ ਚੀਜ਼ਾਂ ਬੀਜਦੇ ਰਹਿੰਦੇ ਹਾਂ। ਹਮ, Okay? ਫਿਰ ਕਈ ਵਾਰੀ ਮੌਕਾ ਹੁੰਦਾ ਆ, ਥੋੜਾ ਜਿਹਾ ਟਾਈਮ ਹੋਣਾ। ਇੱਥੇ ਸਾਨੂੰ ਇਹ ਉਹ ਕਹਿ ਕੇ ਹਟਿਆ ਆ, ਕਹਿੰਦਾ ਜਦੋਂ ਡਿਊ ਸੀਜ਼ਨ ਆਇਆ, ਜਦੋਂ ਸਹੀ ਮੌਕਾ ਆਇਆ ਵੱਢਣ ਦਾ, ਹਮ, ਤੇ ਫਿਰ ਅਸੀਂ ਵੱਢ ਲੈਣਾ ਹੈ। ਪਰ ਜੇ ਅਸੀਂ ਪਹਿਲਾਂ ਹੀ ਆਪਣਾ ਹਿੰਮਤ ਹਾਰ ਰਹੇ ਹਾਂ ਤੇ ਦਿਲ ਛੱਡ ਰਹੇ ਹਾਂ, ਤੇ ਫਿਰ ਅਸੀਂ ਜਿਹੜਾ ਸਾਡਾ ਅਸੀਂ ਬੀਜਿਆ ਸੀ ਉਹ ਵੀ ਰਹਿ ਜਾਣਾ ਹੈ। ਸੋ ਸਾਨੂੰ ਕਹਿੰਦਾ ਦਿਲ ਛੱਡਿਓ ਨਾ, ਹਿੰਮਤ ਨਾ ਹਾਰਿਓ, ਤਾਂ ਲੱਗੇ ਰਹੋ ਚੰਗੀਆਂ ਦੀ ਚੀਜ਼ਾਂ ਦੇ ਵਿੱਚ। ਇੱਕ ਟਾਈਮ ਆਉਣਾ ਆ ਜਦੋਂ ਤੁਸੀਂ ਫਸਲ ਵੱਢਣੀ ਆ। ਸਾਰੇ ਬਹੁਤ ਪਸੰਦ ਕਰਦੇ ਆ ਜਦੋਂ ਫਸਲ ਹੋਈ ਹੋਵੇ ਬਈ ਉਹ ਵੱਢਣ ਨੂੰ। ਹਮ, ਜਦੋਂ ਉਹ ਮਿਹਨਤ ਕਰਨੀ ਆ ਫਿਰ ਕਈ ਵਾਰੀ ਅਸੀਂ ਪਸੰਦ ਨਹੀਂ ਕਰਦੇ। ਹੋ ਸਕਦਾ ਉਦੋਂ ਧੁੱਪ ਬਹੁਤ ਪੈਂਦੀ ਹੋਵੇ, ਹੋ ਸਕਦਾ ਉਦੋਂ ਜ਼ੋਰ ਬਹੁਤ ਲੱਗਦਾ ਹੋਵੇ, ਬਹੁਤ ਕੰਮ ਕਰਨਾ ਪੈਂਦਾ ਆ, ਪਰ ਜਦੋਂ ਫਲ ਲੱਗਦਾ ਆ ਫਿਰ ਸਾਡੇ ਬਹੁਤ ਪਸੰਦ ਆ। ਹਮ, ਕਿ ਪਰ ਇੱਥੇ ਉਹ ਸਾਨੂੰ ਪੌਲ ਕਲੀਅਰਲੀ ਦੱਸਦਾ ਆ, ਇਨ ਡਿਊ ਸੀਜ਼ਨ, ਹਮ, ਜਦੋਂ ਸਹੀ ਮੌਕਾ ਆਇਆ ਅਸੀਂ ਵੱਢਾਂਗੇ, ਜ਼ਰੂਰ ਵੱਢਾਂਗੇ। ਓਕੇ, ਪਰ ਹਿੰਮਤ ਨਹੀਂ ਹਾਰਨੀ ਹੈਗੀ। ਫਿਰ ਸਾਨੂੰ 10ਵੀਂ ਆਇਤ ਦੇ ਵਿੱਚ ਪੌਲ ਇਦਾਂ ਦੱਸਦਾ ਹੈ, therefore as we have opportunity let us do good to all। ਜਦੋਂ ਵੀ ਸਾਨੂੰ ਮੌਕਾ ਮਿਲਦਾ ਆ ਅਸੀਂ ਸਾਰਿਆਂ ਨਾਲ ਚੰਗਿਆਈ ਕਰੀਏ। ਹਮ, ਓਕੇ, ਇੱਥੇ ਇੱਕ ਦੋ ਨਹੀਂ ਕਹਿੰਦਾ ਸਾਰਿਆਂ ਨਾਲ, ਪਰ ਕਹਿੰਦਾ ਸਪੈਸ਼ਲੀ ਖਾਸ to those who are the household of faith। ਜਿਹੜੇ ਆਪਣੇ ਭੈਣ ਭਰਾ, ਜਿਹੜੇ ਉਹ ਆਪਣੇ ਪ੍ਰਭੂ ਯਿਸੂ ਮਸੀਹ ਵੱਲੋਂ ਹਾਊਸਹੋਲਡ ਆਫ ਫੇਥ, ਜਿਹੜੇ ਨੇਚਰ ਦੇ ਚੱਲਣ ਵਾਲੇ ਆ, ਸਪੈਸ਼ਲੀ ਉਹਨਾਂ ਦੇ ਨਾਲ ਅਸੀਂ ਕਰੀਏ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਦੱਸ ਰਿਹਾ ਆ ਵੀ ਸਾਨੂੰ ਵੀ ਬੀਜਣਾ ਚਾਹੀਦਾ, ਕਿੱਦਾਂ ਬੀਜਣਾ ਚਾਹੀਦਾ, ਦਿਲ ਛੱਡਣਾ ਨਹੀਂ ਹੈਗਾ। ਓਕੇ, ਇੱਕ ਦਿਨ ਅਸੀਂ ਜ਼ਰੂਰ ਵੱਢਾਂਗੇ। ਹੋ ਸਕਦਾ ਬਹੁਤ ਟਾਈਮ ਹੋ ਗਿਆ ਤੁਹਾਨੂੰ ਬੀਜਿਆਂ ਨੂੰ, ਹਾਲੇ ਤੁਸੀਂ ਵੱਢਿਆ ਨਹੀਂ ਹੈਗਾ। ਸੋ ਅੱਜ ਤੁਹਾਡੇ ਵਾਸਤੇ ਇਹ ਤਸੱਲੀ ਵਾਲੀ ਗੱਲ ਆ, ਅਸੀਂ ਇਹ ਹੌਸਲਾ ਦੇਣਾ ਚਾਹੁੰਦੇ ਹਾਂ, ਹੌਸਲਾ ਹਾਰੋ ਨਾ, ਤੁਹਾਡਾ ਟਾਈਮ ਆ ਜਾਣਾ ਵੱਢਣ। ਓਕੇ, ਸੱਚੀ ਆ ਜਾਣਾ ਹੈ। ਓਕੇ, ਹੌਸਲਾ ਰੱਖੋ, ਹੋਰ ਵੀ ਬੀਜੇ ਚੱਲੋ, ਤੇ ਤੁਹਾਡਾ ਵੱਢਣ ਦਾ ਵੀ ਟਾਈਮ ਆ ਜਾਣਾ। ਆਮੀਨ, ਆਮੀਨ, ਪ੍ਰੇਜ਼ ਦ ਲਾਰਡ। ਫਿਰ ਆਪਾਂ ਦੇਖਦੇ ਹਾਂ ਯਿਸੂ ਮਸੀਹ ਵੀ ਇਸ ਕਾਲ ਦੇ ਸੀਗੇ। ਕਿ ਕਈ ਵਾਰੀ ਅਸੀਂ ਕਹਿੰਦੇ ਪੌਲ ਨੇ ਲਿਖਿਆ ਜੀਸਸ ਕੀ ਕਹਿੰਦਾ ਸੀ, ਜੀਸਸ ਵੀ ਆਪਾਂ ਨੂੰ ਇਦਾਂ ਹੀ ਕਹਿੰਦਾ। ਲੂਕਾ ਦੀ ਕਿਤਾਬ ਦੇ ਵਿੱਚ ਉਹਦੇ 6ਵਾਂ ਚੈਪਟਰ ਵਰਸ 38 ਦੇ ਵਿੱਚ ਇਦਾਂ ਕਹਿੰਦਾ ਜੀਸਸ। ਹਾਂਜੀ, ਪੜ੍ਹ ਕੇ ਸੁਣਾਓ ਪੰਜਾਬੀ ਵਿੱਚ। ਲੂਕਾ 6:38, ਇਹ ਨਿਊ ਟੈਸਟਮੈਂਟ ਵਿੱਚ ਹੀ ਹੈ। ਲੂਕ ਚੈਪਟਰ 6 ਵਰਸ 38, ਦਿਓ ਤਾਂ ਤੁਹਾਨੂੰ ਦਿੱਤਾ ਜਾਵੇਗਾ, ਪੂਰਾ ਮੇਪ ਦਬ ਦਬ ਕੇ, ਹਿਲਾ ਹਿਲਾ ਕੇ ਅਤੇ ਡੋਲਦਾ ਹੋਇਆ ਤੁਹਾਡੇ ਪੱਲੇ ਪਾਉਣਗੇ, ਕਿਉਂਕਿ ਜਿਸ ਮੇਪ ਦੇ ਨਾਲ ਤੁਸੀਂ ਮਿਣਦੇ ਹੋ ਉਸੇ ਨਾਲ ਤੁਹਾਡੇ ਲਈ ਮੁੜ ਮਿਣਿਆ ਜਾਵੇਗਾ। ਆਮੀਨ। ਇੱਥੇ ਯਿਸੂ ਮਸੀਹ ਵੀ ਦੱਸਦੇ, ਕਹਿੰਦਾ ਦਿਓ ਤਾਂ ਦਿੱਤਾ ਜਾਊਗਾ। ਪੌਲ ਬੀਜਣਾ ਕਹਿੰਦਾ ਸੀ, ਜੀਸਸ ਵੀ ਕਈ ਥਾਈਂ ਬੀਜਣਾ ਕਹਿੰਦਾ ਆ, ਪਰ ਇੱਥੇ ਉਹ ਕਹਿੰਦਾ ਦਿਓ ਤਾਂ ਦਿੱਤਾ ਜਾਊਗਾ। ਓਕੇ, ਫਿਰ ਉਹ ਕਹਿੰਦਾ ਜਦੋਂ ਅਸੀਂ ਤਾਂ ਕਈ ਵਾਰੀ ਬੜੀ ਖੁਸ਼ੀ ਨਾਲ ਨਹੀਂ ਦਿੰਦੇ, ਇੱਦਾਂ ਮੈਂ ਕਹਿ ਸਕਦਾ ਹਾਂ। ਓਕੇ, ਜਾਂ ਅਸੀਂ ਚੰਗਾ ਸੋਚ ਵਿਚਾਰ ਕੇ ਦਿੰਦੇ, ਇਹਦੇ ਵਿੱਚ ਕੋਈ ਰੋਂਗ ਨਹੀਂ ਹੈਗਾ, ਤੇ ਸੋਚਣਾ ਵਿਚਾਰਨਾ ਚਾਹੀਦਾ ਹੈ। ਪਰ ਜਦੋਂ ਪਰਮੇਸ਼ਰ ਦਿੰਦਾ ਆ, ਉਹ ਇੱਥੇ ਕੀ ਕਹਿੰਦਾ, ਉਹ ਥੁੰਨ ਕੇ ਓਵਰਫਲੋਇੰਗ ਕਰਕੇ ਕਹਿੰਦਾ ਤੁਹਾਨੂੰ ਦੇਊਗਾ। ਪਰ ਇੱਥੇ ਕਹਿੰਦਾ ਦਿਓ ਤਾਂ ਦਿੱਤਾ ਜਾਊਗਾ। ਸੋ ਆਪਾਂ ਇਦਾਂ ਵੀ ਕਹਿ ਸਕਦੇ ਹਾਂ, ਜੇ ਅਸੀਂ ਨਹੀਂ ਦੇਣਾ ਹੈਗਾ, ਸਾਡੇ ਕੋਲ ਕੁਝ ਵੱਢਣ ਨੂੰ ਨਹੀਂ ਹੋਣਾ ਹੈਗਾ, ਸਾਨੂੰ ਕੁਝ ਮਿਲਣਾ ਨਹੀਂ ਹੈਗਾ। ਸੋ ਇੱਥੇ ਉਹ ਸਾਨੂੰ ਬਹੁਤ ਬੀਜਣ ਦੇ ਬਾਰੇ ਗੱਲ ਕਰ ਰਿਹਾ ਆ। ਆਪਾਂ ਗਾਹਾਂ ਜਾ ਕੇ ਦੇਖਾਂ ਜਿੱਥੇ ਯਿਸੂ ਮਸੀਹ ਬੀਜਣ ਦੀ ਗੱਲ ਕਰਦਾ ਸੀਗਾ, ਤੇ ਪਰ ਇੱਥੇ ਕਹਿੰਦਾ ਦਿਓ ਤਾਂ ਦਿੱਤਾ ਜਾਊਗਾ। ਓਕੇ, ਸੋ ਇੱਕ ਪਹਿਲਾਂ ਸਾਨੂੰ ਕੁਝ ਕਰਨਾ ਪੈਣਾ ਹੈ। ਅਸੀਂ ਥੋੜਾ ਦੇਣਾ ਆ, ਪਰ ਉਹਨੇ ਥੁੰਨ ਕੇ ਓਵਰਫਲੋਇੰਗ ਸਾਨੂੰ ਦੇਣਾ ਹੈ। ਸੋ ਪ੍ਰੇਜ਼ ਦ ਲਾਰਡ। ਉਹ ਪਹਿਲਾਂ ਚਾਹੁੰਦਾ ਅਸੀਂ ਪਹਿਲਾਂ ਸਟੈਪ ਲਈਏ ਇੱਕ, ਤੇ ਉਹ ਫਿਰ ਸਾਡੇ ਵੱਲ ਨੂੰ ਦੋ ਲਵੇ। ਓਕੇ, ਸੋ ਪਰਮੇਸ਼ਰ ਸਾਨੂੰ ਬਰਕਤ ਦੇਣੀ ਚਾਹੁੰਦਾ ਆ,
ਪਰ ਉਹ ਕਹਿੰਦਾ ਪਹਿਲਾਂ ਤੁਹਾਨੂੰ ਕੁਛ ਕਰਨ ਦੀ ਜ਼ਰੂਰਤ ਹੈ। ਆਪਾਂ ਪ੍ਰੋਵਰਬਸ 11:25 ਦੇ ਵਿੱਚੋਂ ਪੜ੍ਹਦੇ ਹਾਂ, ਕਹਾਵਤਾਂ ਦੀ ਕਿਤਾਬ ਉਹਦਾ 11ਵਾਂ ਚੈਪਟਰ ਉਹਦੀ 25ਵੀਂ ਆਇਤ ਦੇ ਵਿੱਚ ਸੌਰੀ ਹਾਂਜੀ, ਇਹ ਕਹਾਵਤਾਂ ਜਾਣੀ ਕਿ ਪ੍ਰੋਵਰਬਸ 11 ਤੇ ਉਹਦੀ 25th। ਸਖੀ ਜਨ ਮੋਟਾ ਹੋ ਜਾਵੇਗਾ ਤੇ ਜੋ ਸਿੰਜਦਾ ਹੈ ਉਹ ਆਪ ਵੀ ਸਿੰਜਿਆ ਜਾਵੇਗਾ। ਆਮੇਨ। A generous person will prosper. ਜਿਹਦਾ ਖੁੱਲੇ ਦਿਲ ਨਾਲ ਦਿੰਦਾ ਆ ਉਹਨੇ ਵਧਣਾ ਹੀ ਵਧਣਾ ਹੈ। He will prosper. Okay. ਫਿਰ ਉਹ ਕਹਿੰਦਾ who refreshes others will be refreshed himself. ਜਿਹੜਾ ਦੂਸਰਿਆਂ ਨੂੰ ਤਾਜ਼ੇ ਕਰਦਾ ਆ ਉਹਨੂੰ ਪ੍ਰਭੂ ਨੇ ਤਾਜ਼ਾ ਕਰਨਾ, ਉਹਨ ਵੀ ਤਾਜ਼ਾ ਰਹਿਣਾ ਹੈ। ਸੋ ਇੱਥੇ ਸਾਨੂੰ ਹੌਸਲਾ ਦਿੰਦਾ ਆ ਬਈ ਅਸੀਂ ਛੱਡੀਏ ਨਾ, ਅਸੀਂ ਲੱਗੇ ਰਹੀਏ ਤਾਂ ਦੂਸਰਿਆਂ ਦੀ ਮਦਦ ਕਰਦੇ ਰਹੀਏ, ਅੱਕੀਏ ਨਾ, ਥੱਕੀਏ ਨਾ, ਤਾਂ ਫਿਰ ਅਸੀਂ ਵੀ ਉੱਦਾਂ ਹੀ ਕਾਇਮ ਰਹਿਣਾ ਹੈ। ਕਈ ਵਾਰੀ ਸਾਰਿਆਂ ਨੂੰ ਵਧੀਆ ਇਹ ਹੁੰਦੀ ਆ ਜਦੋਂ ਅਸੀਂ ਦੂਸਰਿਆਂ ਦੀ ਮਦਦ ਕਰਦੇ ਅਸੀਂ ਆਪ ਰਿਫਰੈਸ਼ ਫੀਲ ਕਰਦੇ ਹਾਂ। ਕਦੇ ਦੇਖਿਆ ਜਦੋਂ ਅਸੀਂ ਕਿਸੇ ਨੂੰ ਮਿਲਦੇ ਆ ਜਿਹੜਾ ਬਹੁਤ ਡਾਊਨ ਹੁੰਦਾ, ਬਈ ਬਹੁਤ ਉਦਾਸ ਹੋਏ ਹੁੰਦੇ ਆ, ਪਰ ਆਪਾਂ ਜਾ ਕੇ ਉਹਨਾਂ ਨੂੰ ਤਸੱਲੀ ਦਿੰਦੇ ਆ, ਉਹਨਾਂ ਨੂੰ ਬਚਨ ਸੁਣਾਉਂਦੇ ਆ, ਉਹ ਲਿਫਟਡ ਹੋ ਜਾਂਦੇ ਆ ਤੇ ਆਪਾਂ ਜਦੋਂ ਮੁੜ ਕੇ ਆਉਂਦੇ ਆਪਾਂ ਵੀ ਲਿਫਟਡ ਹੁੰਦੇ ਆ, ਅਸੀਂ ਵੀ ਰਿਫਰੈਸ਼ਡ ਹੋ ਜਾਂਦੇ ਆ। ਸੋ ਜਿਹੜਾ ਬਚਨ ਆ ਉਹ ਦੋਹਾਂ ਨੂੰ ਰਿਫਰੈਸ਼ ਕਰ ਜਾਂਦਾ, ਜਿਹੜਾ ਵੰਡਦਾ ਉਹਨੂੰ ਵੀ ਤੇ ਜਿਹੜਾ ਲੈਂਦਾ ਆ ਉਹਨੂੰ ਵੀ। ਰਿਫਰੈਸ਼ ਇਦਾਂ ਵੀ ਹੋ ਸਕਦਾ ਵੀ ਸਾਨੂੰ ਖੁਸ਼ੀ ਨਾਲ ਭਰ ਦੇਣਾ। Yeah, that absolutely. ਹਾਂਜੀ। Okay, so praise the Lord. ਕਾਇਮ ਰਹਿਣਾ, ਦੂਸਰਿਆਂ ਨੂੰ ਕਾਇਮ ਕਰਦੇ ਰਹਿਣਾ ਤੇ ਉਹਨਾਂ ਨੂੰ ਤਸੱਲੀ ਦਿੰਦੇ ਰਹਿਣਾ ਤੇ ਪ੍ਰਭੂ ਜ਼ਰੂਰ ਤਸੱਲੀ ਦੇਊਗਾ। ਓਕੇ, ਤੇ ਆਪਾਂ ਪੌਲ ਇੱਥੇ ਹੋਰ ਦੂਸਰੇ ਕੋਰਿੰਥੀਅਨਸ ਵਿੱਚ ਲਿਖਦਾ ਹੈ ਚੈਪਟਰ 9 ਦੇ ਵਿੱਚ 6 ਤੋਂ 9 ਤੱਕ ਆਪਾਂ ਪੜਾਂਗੇ ਪੰਜਾਬੀ ਦੇ ਵਿੱਚ ਪਹਿਲਾਂ, ਫਿਰ ਆਪਾਂ ਇੱਥੇ ਥੋੜ੍ਹਾ ਖਿਆਲ ਕਰਾਂਗੇ। 2 Corinthians chapter 9 verse 6 till 9। 2 Corinthians 6ਵਾਂ ਚੈਪਟਰ ਤੇ 6 ਤੋਂ ਲੈ ਕੇ 9 ਤੱਕ। ਪਰ ਗੱਲ ਇਹ ਹੈ ਕਿ ਜਿਹੜਾ ਘੱਟ ਬੀਜਦਾ ਹੈ ਉਹ ਘੱਟ ਵੱਢੂਗਾ ਅਤੇ ਜਿਹੜਾ ਖੁੱਲੇ ਦਰ ਬੀਜਦਾ ਹੈ ਉਹ ਖੁੱਲੇ ਦਰ ਵੱਢੂਗਾ। ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਦੇ ਨਾਲ ਅਥਵਾ ਲਾਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ਵਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ ਅਤੇ ਪਰਮੇਸ਼ਵਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ ਭਈ ਹਰ ਪ੍ਰਕਾਰ ਦੇ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ। ਜਿਵੇਂ ਲਿਖਿਆ ਹੋਇਆ ਹੈ, ਉਹਨੇ ਖਿੰਡਾਇਆ, ਕੰਗਾਲਾਂ ਨੂੰ ਦਿੱਤਾ, ਉਹਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ। ਆਮੇਨ। ਆਮੇਨ। ਪ੍ਰਾਈਜ਼ ਦ ਲਾਰਡ। ਸੋ ਇੱਥੇ ਕੋਰਿੰਥੀਅਨਸ ਦੀ ਕਿਤਾਬ ਦੇ ਵਿੱਚ ਆਪਾਂ ਗਲੇਸ਼ੀਅਨਸ ਵਿੱਚ ਦੇਖਿਆ ਸੀਗਾ, ਇੱਥੇ ਵੀ ਉਦੋਂ ਵੀ ਜ਼ਿਆਦਾ ਵਧੀਆ ਐਕਸਪਲੇਨ ਕਰਦਾ ਹੈ। ਸੋ ਕਈ ਵਾਰੀ ਅਸੀਂ ਇੱਕ ਪਾਸਿਓਂ ਨਹੀਂ ਸਮਝਦੇ ਹੈਗੇ ਤਾਂ ਫਿਰ ਜਦੋਂ ਦੂਸਰੇ ਤਰ੍ਹਾਂ ਪੜ੍ਹ ਕੇ ਦੇਖਦੇ ਹਾਂ ਫਿਰ ਆਪਾਂ ਨੂੰ ਹੋਰ ਜ਼ਿਆਦਾ ਸਮਝ ਹੋਣ ਲੱਗ ਪੈਂਦੀ ਹੈ। ਸੋ ਜੇ ਅਸੀਂ ਗਲੇਸ਼ੀਅਨਸ ਦਾ ਨਹੀਂ ਸਮਝਿਆ ਹੈਗਾ ਤੇ ਹੋ ਸਕਦਾ ਇੱਥੋਂ ਕੋਰਿੰਥੀਅਨਸ 2 Corinthians ਚੈਪਟਰ 6 9 ਤੋਂ ਆਪਾਂ ਥੋੜ੍ਹੀ ਹੋਰ ਸਮਝ ਹੋ ਸਕਦੀ ਹੈ। ਸੋ ਆਪਾਂ ਦੇਖਦੇ ਹਾਂ ਇੱਥੇ ਕੀ ਪੌਲ ਆਪਾਂ ਨੂੰ ਕਹਿ ਰਿਹਾ ਹੈ। 9ਵੀਂ ਆਇਤ 6ਵੀਂ ਆਇਤ ਦੇ ਵਿੱਚ ਚੈਪਟਰ 9 ਤੇ ਉਹਦੀ 6ਵੀਂ ਆਇਤ ਦੇ ਵਿੱਚ ਇੱਦਾਂ ਕਹਿੰਦਾ, but this I say, he who sows sparingly will also reap sparingly, and he who sows bountifully will also reap bountifully. ਇੱਕ ਸਿੱਧੀ ਜਿਹੀ ਚੀਜ਼ ਹੈ ਜਿਹੜੀ ਆਪਾਂ ਸਾਰੇ ਸਮਝਦੇ ਆ, ਉਹ ਕੀ ਆ, ਜਿਹੜਾ ਥੋੜਾ ਵੀ ਜੂਗਾ ਤੇ ਉਹਨੇ ਥੋੜਾ ਹੀ ਵੱਢਣਾ ਹੈ। ਓਕੇ, ਸੋ ਇਹਦੇ ਵਿੱਚੋਂ ਕੋਈ ਔਖੀ ਚੀਜ਼ ਨਹੀਂ ਹੈਗੀ ਸਮਝਣ ਦੀ। ਕਹਿੰਦਾ ਜਿਹੜਾ ਥੋੜਾ ਬੀਜੂਗਾ ਉਹਨੇ ਥੋੜਾ ਵੱਢਣਾ ਹੈ, ਜਿਹੜਾ ਜ਼ਿਆਦਾ ਬੀਜੂਗਾ ਤੇ ਉਹਨੇ ਜ਼ਿਆਦਾ ਬੀਜਣਾ ਹੈ, ਵੱਢਣਾ ਹੈ। ਸੋ ਇਹ ਸਾਡੇ ਤੇ ਆ, ਅਸੀਂ ਇਹਦੇ ਬਾਰੇ ਕੀ ਕਰਨਾ ਚਾਹੁੰਦੇ ਹਾਂ। ਅਸੀਂ ਜ਼ਿਆਦਾ ਬੀਜਣਾ ਚਾਹੁੰਦੇ ਹਾਂ ਤੇ ਸੱਚੀ ਬਹੁਤ ਵਾਰੀ ਜਦੋਂ ਸਾਡੇ ਕੋਲ ਬੀਜ ਨਹੀਂ ਵੀ ਹੁੰਦਾ ਹੈਗਾ, ਪਰਮੇਸ਼ਰ ਸਾਨੂੰ ਦੇਣ ਨੂੰ ਤਿਆਰ ਆ ਤੇ ਪਰ ਅਸੀਂ ਕਈ ਵਾਰੀ ਉਹ ਬੀਜ ਵੀ ਖਾਣਾ ਚਾਹੁੰਦੇ ਹਾਂ ਤੇ ਫਿਰ ਕੀ ਹੋਣਾ, ਸਾਡੇ ਕੋਲ ਜਦੋਂ ਬੀਜ ਖਾ ਲੈਣਾ ਆ ਸਾਡੇ ਕੋਲ ਕੁਛ ਬੀਜਣ ਨੂੰ ਨਹੀਂ ਹੋਣਾ ਹੈਗਾ। ਕਿਉਂਕਿ ਸਾਨੂੰ ਇੱਥੇ ਉਹ ਦੱਸਦਾ ਆ ਬਈ ਸਾਨੂੰ ਜ਼ਿਆਦਾ ਬੀਜਣਾ ਚਾਹੀਦਾ ਹੈ, ਫਿਰ ਅਸੀਂ ਜ਼ਿਆਦਾ ਵੱਢਣਾ ਹੈ। ਫਿਰ 7ਵੀਂ ਆਇਤ ਦੇ ਵਿੱਚ ਕਹਿੰਦਾ ਵੀ ਸਾਨੂੰ ਪਤਾ ਲੱਗ ਗਿਆ ਉਹ ਕਾਹਦੀ ਗੱਲ ਕਰਦਾ ਆ। ਕਈ ਵਾਰੀ ਅਸੀਂ ਕਹਿੰਦੇ ਹਾਂ ਜੀ ਉਹ ਇਸ ਚੀਜ਼ ਦੀ ਗੱਲ ਕਰਦਾ ਹੋਣਾ, ਇਸ ਚੀਜ਼ ਦੀ ਗੱਲ ਕਰਦਾ ਹੋਣਾ, ਪਰ ਰੀਅਲੀ ਉਹ ਦੇਣ ਲੈਣ ਦੀ ਗੱਲ ਕਰਦਾ ਹੈ।
ਗਿਵਿੰਗ ਐਂਡ ਰਿਸੀਵਿੰਗ ਦੀ ਗੱਲ ਕਰ ਰਿਹਾ ਹੈ। ਸੋ ਇੱਥੇ 7ਵੀਂ ਆਇਤ ਦੇ ਵਿੱਚ ਕਹਿੰਦਾ, ਸੋ ਲੈਟ ਈਚ ਵਨ ਗਿਵ as he has proposed in his heart। ਹਰੇਕ ਉਹਨਾਂ ਦੇਵੇ ਜਿੰਨਾ ਉਹਨੇ ਆਪਣੇ ਦਿਲ ਦੇ ਵਿੱਚ ਧਾਰਿਆ ਆ। ਓਕੇ, ਕਰਕੇ ਜੇ ਅਸੀਂ ਜ਼ਿਆਦਾ ਦੇਣ ਦੀ ਕੋਸ਼ਿਸ਼ ਕਰਦੇ ਹਾਂ, 7ਵੀਂ ਆਇਤ 2 Corinthians 9:7। ਓਕੇ, ਪੜ੍ਹ ਸਕਦੇ ਹਾਂ? ਸੈਕੰਡ ਕੋਰਿੰਥੀਅਨ ਹਾਂਜੀ, ਉਹਦੇ ਵਿੱਚ ਹੀ ਹਾਲੇ ਆਪਾਂ 2 Corinthians chapter 9 verse 7। ਹਾਂਜੀ, ਹਰੇਕ ਜਿਵੇਂ ਉਹਨੇ ਦਿਲ ਵਿੱਚ ਧਾਰਿਆ ਹੈ ਤਿਵੇਂ ਕਰੇ, ਰੰਜ ਨਾਲ ਅਥਵਾ ਲਾਚਾਰੀ ਨਾਲ ਨਹੀਂ, ਕਿਉਂ ਜੋ ਪਰਮੇਸ਼ਰ ਖੁਸ਼ੀ ਨਾਲ ਦੇਣ ਵਾਲੇ ਨੂੰ ਪਿਆਰ ਕਰਦਾ ਹੈ। ਪਰਮੇਸ਼ਰ ਕੀ ਚਾਹੁੰਦਾ ਆ? ਵੀ ਜੋ ਵੀ ਅਸੀਂ ਦੇਣਾ ਖੁਸ਼ੀ ਨਾਲ ਦੇਈਏ। ਇਦਾਂ ਨਾ ਹੋਵੇ, ਅੱਛਾ ਉਹ ਮੇਰੇ ਨੈਕਸਟ ਵਾਲੇ ਨੇ ਇੰਨੇ ਦੇ ਤੇ ਹੁਣ ਮੈਨੂੰ ਵੀ ਇੰਨੇ ਦੇਣੇ ਪੈਣੇ। ਨੋ, ਓਕੇ, ਅਸੀਂ ਜੋ ਵੀ ਅਸੀਂ ਪਹਿਲਾਂ ਪ੍ਰੇ ਕਰਕੇ ਗਏ ਸੀਗੇ, ਜੋ ਵੀ ਸਾਨੂੰ ਪਰਮੇਸ਼ਰ ਨੇ ਸਾਡੇ ਦਿਲ ਤੇ ਪਾਇਆ ਸੀਗਾ, ਅਸੀਂ ਉਹ ਲੈ ਕੇ ਗਏ ਆ, ਅਸੀਂ ਉਹ ਖੁਸ਼ੀ ਨਾਲ ਦੇਣਾ ਹੈ। ਸੋ ਇੱਥੇ ਪਰਮੇਸ਼ਰ ਚਾਹੁੰਦਾ ਆ ਜਦੋਂ ਅਸੀਂ ਉਹਨੂੰ ਦੇਈਏ, ਖੁਸ਼ੀ ਨਾਲ ਦੇਈਏ। ਜੇ ਅਸੀਂ ਖੁਸ਼ੀ ਨਾਲ ਨਹੀਂ ਦੇ ਸਕਦੇ ਹੈਗੇ ਤਾਂ ਫਿਰ ਬੈਟਰ ਹੋਣਾ ਜੇ ਅਸੀਂ ਨਾ ਹੀ ਦੇਈਏ। ਤਾਂ ਕਾਹਤੇ ਕਰਕੇ ਅਸੀਂ ਪਰਮੇਸ਼ਰ ਨੂੰ ਖੁਸ਼ ਨਹੀਂ ਕੀਤਾ ਹੈਗਾ। ਉਹ ਖੁਸ਼ ਉਦੋਂ ਹੁੰਦਾ ਆ ਜਦੋਂ ਅਸੀਂ, ਬੇਸ਼ੱਕ ਹੀ ਸਾਡੇ ਕੋਲ ਥੋੜਾ ਹੀ ਆ, ਅਸੀਂ ਉਹ ਵੀ ਖੁਸ਼ੀ ਨਾਲ ਦਿੰਦੇ ਹਾਂ। ਜੇ ਅਸੀਂ ਗ੍ਰਜਿੰਗਲੀ ਦਿੰਦੇ ਹਾਂ, ਜੇ ਅਸੀਂ ਦੰਦ ਖਚੀਜ ਕੇ ਦਿੰਦੇ ਹਾਂ, ਵੀ ਮੈਂ ਦੇਣਾ ਨਹੀਂ ਚਾਹੁੰਦਾ, ਹੁਣ ਦੇਣਾ ਹੀ ਪੈਣਾ, ਨੋ, ਦੇਣਾ ਨਹੀਂ ਪੈਣਾ ਹੈਗਾ। ਜੇ ਤੁਹਾਡੇ ਮਨ ਨਹੀਂ ਮੰਨਦਾ ਹੈਗਾ, ਨਾ ਦਿਓ। ਓਕੇ, ਇੱਥੇ ਇਹ ਪੌਲ ਸਾਡੇ ਵਾਸਤੇ ਕਲੀਅਰਲੀ ਕਰ ਰਿਹਾ, ਗੱਲ ਕਰ ਰਿਹਾ, ਜਿਹੜੀ ਖੁਸ਼ੀ ਨਾਲ ਦੇ ਸਕਦੇ ਉਹ ਹੀ ਦਿਓ। ਓਕੇ, ਸੋ ਇੱਥੇ ਆਪਾਂ ਨੂੰ ਦੱਸਦਾ ਆ, God loves a cheerful giver। ਪਰਮੇਸ਼ਰ ਉਹਨਾਂ ਨੂੰ ਬਹੁਤ ਪਸੰਦ ਕਰਦਾ, ਉਹਨਾਂ ਨੂੰ ਬਹੁਤ ਪਿਆਰ ਕਰਦਾ ਜਿਹੜੇ ਖੁਸ਼ੀ ਨਾਲ ਦਿੰਦੇ ਆ। ਸੋ ਆਪਣਾ ਹਰ ਵੇਲੇ ਇਹ ਪੁਆਇੰਟ ਬਣਾਉਣਾ ਬਈ ਮੈਂ ਖੁਸ਼ੀ ਨਾਲ ਦੇਣਾ ਹੈ। ਓਕੇ, ਪ੍ਰੇਜ਼ ਦ ਲਾਰਡ। ਹਾਂਜੀ, 8ਵੀਂ ਆਇਤ ਵੀ ਆਪਾਂ ਪੜ੍ਹਦੇ ਫਿਰ। ਹਾਂਜੀ, ਅਤੇ ਪਰਮੇਸ਼ਰ ਤੁਹਾਡੇ ਉੱਤੇ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ। ਪਰਮੇਸ਼ਰ ਤੁਹਾਡੇ ਉੱਤੇ ਸਾਰੀ ਕਿਰਪਾ ਬਹੁਤੀ ਕਰ ਸਕਦਾ ਹੈ, ਭਈ ਹਰ ਪ੍ਰਕਾਰ ਨਾਲ ਸਦਾ ਸਭ ਕੁਝ ਤੁਹਾਡੇ ਕੋਲ ਹੋਵੇ, ਕਿ ਹਰ ਸ਼ੁਭ ਕਰਮ ਲਈ ਤੁਹਾਡੇ ਕੋਲ ਵਾਫਰ ਵੀ ਹੋਵੇ। ਇੱਥੇ ਕਈ ਵਾਰੀ ਅਸੀਂ ਮਿਸ ਕਰ ਜਾਂਦੇ, ਇੱਕ ਬਹੁਤ ਇੰਪੋਰਟੈਂਟ ਸੈਂਟੈਂਸ ਹੈ, ਮੈਂ ਇਹ ਸ਼ੇਅਰ ਕਰਨਾ ਹੈ। ਤੇ ਉਹ ਕਹਿੰਦਾ ਵੀ ਹੁਣ ਪਰਮੇਸ਼ਰ ਸਾਨੂੰ ਦੇਣਾ ਚਾਹੁੰਦਾ ਆ, ਉਹ ਬਹੁਤ ਦੇਣਾ ਚਾਹੁੰਦਾ ਆ, ਤੇ ਅਸੀਂ ਜਾ ਕੇ ਵੱਡੀ ਕਾਰ ਖਰੀਦ ਲਈਏ, ਖਰੀਦ ਸਕਦੇ ਹਾਂ। ਅਸੀਂ ਵੱਡਾ ਘਰ ਲੈ ਲਈਏ, ਅਸੀਂ ਖਰੀਦ ਸਕਦੇ ਹਾਂ। ਪਰ ਰੀਅਲੀ ਇਸ ਕੰਮ ਨੂੰ ਨਹੀਂ ਉਹ ਕਹਿੰਦਾ ਹੈਗਾ। ਉਹ ਕੀ ਕਹਿੰਦਾ? ਫਿਰ ਤੁਸੀਂ ਹਰੇਕ ਸ਼ੁੱਧ ਕੰਮ ਵਾਸਤੇ ਦੇ ਸਕੋ। ਓਕੇ, ਉਹ ਤੁਹਾਨੂੰ ਦੇਣਾ ਚਾਹੁੰਦਾ ਆ, ਫਿਰ ਤੁਸੀਂ ਜਿਹੜੇ ਕੋਈ ਵੀ ਚੰਗਾ ਕੰਮ ਆਉਂਦਾ ਆ, ਤੁਸੀਂ ਉਹਦੇ ਵਿੱਚ ਹਿੱਸਾ ਲੈ ਸਕੋ। ਜੇ ਤੁਹਾਡੇ ਕੋਲ ਹੈ ਨਹੀਂਗਾ ਤੇ ਕੋਈ ਅਪੀਲ ਹੋ ਰਹੀ ਆ ਵੀ ਕਿਸੇ ਮੁਲਕ ਦੇ ਵਿੱਚ ਕੋਈ ਗਰੀਬ ਮਰ ਰਿਹਾ ਜਾਂ ਕੋਈ ਪ੍ਰੋਬਲਮ ਹੋ ਰਹੀ ਹੈ, ਤੇ ਉੱਥੇ ਉਹਦੇ ਵਾਸਤੇ ਪੈਸੇ ਇਕੱਠੇ ਕਰਨ ਲੱਗੇ, ਤੇ ਪਰ ਸਾਡੇ ਕੋਲ ਹੈ ਨਹੀਂ, ਅਸੀਂ ਦੇ ਨਹੀਂ ਸਕਦੇ। ਪਰ ਇੱਥੇ ਉਹ ਕਹਿੰਦਾ ਜੇ ਅਸੀਂ ਦੇ ਹੀ ਜਾਂਦੇ ਆ, ਅਸੀਂ ਇਹ ਸੀਡ ਬੀਜੇ ਜਾਂਦੇ ਆ, ਫਿਰ ਜਦੋਂ ਕੋਈ ਇੱਦਾਂ ਦਾ ਮੌਕਾ ਆਉਣਾ ਆ, ਅਸੀਂ ਫਿਰ ਸਾਡੇ ਕੋਲ ਇਨਫ ਹੋਣਾ, ਸਾਡਾ ਸਾਰ ਕੇ ਅਸੀਂ ਫੇਰ ਉਹਨਾਂ ਨੂੰ ਵੀ ਦੇ ਸਕਦੇ ਹਾਂ। ਸੋ ਇੱਥੇ ਕੀ ਕਹਿੰਦਾ? We will have enough for every good work। ਕੋਈ ਗੁੱਡ ਵਰਕ ਵਾਸਤੇ ਨਹੀਂ, for every good work। ਜਦੋਂ ਵੀ ਕੋਈ ਚੰਗਾ ਕੰਮ ਕਰਨ ਨੂੰ ਮੌਕਾ ਮਿਲਿਆ, ਆਪਾਂ ਉਹਦੇ ਵਿੱਚ ਹਿੱਸਾ ਲੈ ਲੈਣਾ। ਹਿੱਸਾ ਉਦੋਂ ਹੀ ਲੈ ਸਕਦੇ ਹਾਂ ਜਦੋਂ ਸਾਡੇ ਕੋਲ ਆ। ਸਾਡੇ ਕੋਲ ਉਦੋਂ ਹੀ ਹੋਣਾ ਜਦੋਂ ਅਸੀਂ ਬੀਜਿਆ ਆ ਪਹਿਲਾਂ। ਓਕੇ, ਸੋ ਸਾਨੂੰ ਬਹੁਤ ਕਲੀਅਰਲੀ ਸਮਝਾ ਰਿਹਾ ਆ ਵੀ ਕਿਹੜੀ ਚੀਜ਼ ਵਾਸਤੇ ਅਸੀਂ ਬੀਜ ਰਹੇ ਹਾਂ। ਅਸੀਂ ਹੋਰਨਾਂ ਲੋਕਾਂ ਨੂੰ ਵੰਡਣ ਨਾਲ ਬੀਜ ਰਹੇ ਹਾਂ। ਸਾਡੀ ਖੁਸ਼ੀ ਉਦੋਂ ਹੋਣੀ ਚਾਹੀਦੀ ਹੈ ਜਦੋਂ ਬਹੁਤ ਕੋਈ ਸਾਨੂੰ ਮਿਲ ਗਿਆ, ਉਹਨੂੰ ਬਹੁਤ ਲੋੜ ਸੀਗੀ, ਤੇ ਆਪਾਂ ਪੂਰੀ ਕੋਈ ਕਰ ਸਕੇ, ਕਿ ਇਹਦੇ ਵਿੱਚ ਖੁਸ਼ੀ ਚਾਹੀਦੀ ਹੈ। ਆਮੀਨ। 9ਵੀਂ ਆਇਤ ਵੀ ਆਪਾਂ ਪੜ੍ਹਾਂਗੇ। ਹਾਂਜੀ, ਇਸੇ 2 ਕੋਰਿੰਥੀਅਨ ਦੇ ਵਿੱਚ ਹੀ ਆਪਾਂ 9ਵਾਂ ਚੈਪਟਰ ਤੇ 10ਵੀਂ ਆਇਤ, 9ਵੀਂ ਆਇਤ ਪੜ੍ਹਨੀ। ਜਿਵੇਂ ਲਿਖਿਆ ਹੋਇਆ ਹੈ, ਉਹਨੇ ਖਿੰਡਾਇਆ, ਕੰਗਾਲਾਂ ਨੂੰ ਦਿੱਤਾ, ਉਹਦਾ ਧਰਮ ਸਦਾ ਤੱਕ ਬਣਿਆ ਰਹਿੰਦਾ ਹੈ। ਆਮੀਨ। ਕੀ ਕਹਿੰਦਾ? As it is written, he has dispersed abroad, he has given to the poor, his righteousness endureth forever। ਓਕੇ, ਜਿਹੜੀ ਰਾਈਚੀਅਸਨੈਸ ਧਰਮ ਬਾਕੀ ਉਹ ਤਾਂ ਫ੍ਰੀ ਆਪਾਂ ਨੂੰ ਮਿਲੀ ਸੀ, ਪਰ ਉਹ ਕਹਿੰਦੇ ਜਿਹੜੇ ਦਿੰਦੇ ਆ ਉਹਨਾਂ ਦੀ ਰਾਈਚੀਅਸਨੈਸ
ਕਾਇਮ ਰਹਿੰਦੀ ਹੈ। ਬਣਿਆ ਮੈਂ ਕਦੇ ਵੀ ਇਦਾਂ ਨਾ ਐਸੋਸੀਏਟ ਨਹੀਂ ਨਾ ਕੀਤਾ ਸੀਗਾ, ਪੈਸੇ ਦੇਣ ਦੇ ਨਾਲ ਜਾਂ ਬੀਜਣ ਦੇ ਨਾਲ ਐਸੋਸੀਏਟ ਨਹੀਂ ਕੀਤਾ ਸੀ, ਪਰ ਕੋਲ ਇੱਥੇ ਕਰਦਾ ਆ। ਉਹ ਕਹਿੰਦਾ ਇਟ ਸਟਰੈਂਥਨਸ देयर ਰਾਈਚੀਅਸਨੈਸ, ਉਹਨਾਂ ਦੀ ਧਰਮਬਾਜੀ ਇਹਦੇ ਨਾਲ ਤਾਕਤ ਹੁੰਦੀ ਹੈ, ਜ਼ੋਰ ਫੜਦੀ ਹੈ, ਸਟਰੋਂਗ ਹੁੰਦੀ ਹੈ। ਕਦੇ ਵੀ ਆਪਾਂ ਜਦੋਂ ਦੇਖਦੇ ਆਪਾਂ ਅੱਗੇ ਸੋਚਦੇ ਨਹੀਂ ਸੀ ਤਾਂ ਆਪਾਂ ਦੇਖੋ ਬਚਨ ਦੇ ਵਿੱਚ ਇਦਾਂ ਲਿਖਿਆ। ਸੋ ਆਪਾਂ 2 Corinthians ਦੇ ਵਿੱਚੋਂ ਉਹਦਾ 9ਵਾਂ ਚੈਪਟਰ ਉਹਦੀ 9ਵੀਂ ਆਇਤ ਦੇ ਵਿੱਚੋਂ ਪੜ੍ਹਿਆ, ਜੋ ਮੈਂ ਤੁਹਾਨੂੰ ਦੱਸ ਰਿਹਾ, ਤੁਸੀਂ ਆਪਣੀ ਬਾਈਬਲ ਵਿੱਚੋਂ ਪੜ੍ਹ ਕੇ ਆਪਣੀ ਤਸੱਲੀ ਲੈਣੀ ਹੈ। ਓਕੇ ਜੀ, ਪ੍ਰੇਜ਼ ਦ ਲਾਰਡ। ਸੱਚੀ ਅਸੀਂ ਹੁਣ ਦੇਖ ਲਿਆ ਸਾਨੂੰ ਬੀਜਣਾ ਚਾਹੀਦਾ ਹੈ, ਹੁਣ ਆਪਾਂ ਦੇਖਣਾ ਹੈ ਵੀ ਕਿੱਥੇ ਬੀਜਣਾ ਚਾਹੀਦਾ ਹੈ। ਇਕਲੈਸਟਿਕਸ ਦੀ ਕਿਤਾਬ ਹੈ ਇੱਕ, ਕਹਾਵਤਾਂ ਤੋਂ ਬਾਅਦ ਆ, ਤੇ ਉਹਦਾ 11ਵਾਂ ਚੈਪਟਰ ਉਹਦੀ ਪਹਿਲੀ ਤੇ ਦੂਜੀ ਆਇਤ ਆਪਾਂ ਪੰਜਾਬੀ ਦੇ ਵਿੱਚ ਸੁਣਾਂਗੇ। ਇਹ ਪੰਜਾਬੀ ਦੇ ਵਿੱਚ ਉਪਦੇਸ਼ਕ ਦੀ ਪੋਥੀ ਕਹਿੰਦੇ ਆ, ਹਾਂਜੀ। ਤੇ ਉਹਦਾ 11ਵਾਂ ਚੈਪਟਰ ਤੇ ਉਹਦੀ ਪਹਿਲੀ ਤੇ ਦੂਜੀ ਆਇਤ। ਪਹਿਲੀ ਤੇ ਦੂਸਰੀ ਆਇਤ ਆਪਾਂ ਪੜ੍ਹਦੇ ਹਾਂ। ਆਪਣੀ ਰੋਟੀ ਪਾਣੀਆਂ ਦੇ ਉੱਤੇ ਸੁੱਟ ਦੇ ਤਾਂ ਤੂੰ ਬਹੁਤ ਦਿਨਾਂ ਦੇ ਪਿੱਛੋਂ ਉਸ ਨੂੰ ਪਾਵੇਂਗਾ। ਸੰਤਾਂ ਨੂੰ ਸਗੋਂ ਅੱਠਾਂ ਨੂੰ ਵੰਡ ਦੇ, ਸੱਤਾਂ ਨੂੰ ਸਗੋਂ ਅੱਠਾਂ ਨੂੰ ਵੰਡ ਦੇ। ਕਿਉਂ ਜੋ ਤੂੰ ਨਹੀਂ ਜਾਣਦਾ ਜੋ ਧਰਤੀ ਉੱਤੇ ਕੀ ਬਿਪਤਾ ਆਵੇਗੀ। ਕੀ ਕਹਿੰਦਾ? ਜਿਹੜੀ ਸਾਡੀ ਰੋਟੀ ਆ, ਕਹਿੰਦਾ ਜਿਹੜੀ ਕਹਿੰਦਾ ਅਸੀਂ ਦੇਣਾ ਆ, ਉਹ 7-8 ਨੂੰ ਵੰਡ ਦਿਓ। ਓਕੇ, ਇਹਦਾ ਕੀ ਮਤਲਬ? ਬਹੁਤ ਥੈਂ ਬੀਜੋ। ਹੋ ਸਕਦਾ ਇੱਕ ਥੈਂ ਨਹੀਂ ਹੋਈ ਹੈਗੀ ਤੇ ਉਹ ਦੂਸਰੇ ਥੈਂ ਹੋ ਜੂਗੀ। ਓਕੇ, ਸੋ ਇੱਥੇ ਸਾਨੂੰ ਦੱਸਦਾ ਆ ਸਾਨੂੰ ਕਿੰਨੀਆਂ ਡਿਫਰੈਂਟ ਜਗ੍ਹਾ ਦੇ ਵਿੱਚ ਬੀਜਣੀ ਚਾਹੀਦੀ ਆ। ਜਦੋਂ ਅਸੀਂ ਬੀਜਦੇ ਆ ਤੇ ਫਿਰ ਅਸੀਂ ਦੇਖਦੇ ਆ ਵੀ ਕਈ ਵਾਰੀ ਇੱਕ ਥੈਂ ਕੋਈ ਪ੍ਰੋਬਲਮ ਆ ਜਾਂਦੀ ਆ, ਪਰ ਸਾਡੀ ਦੂਜੀ ਜਿੱਥੇ ਫਸਲ ਬੀਜੀ ਹੁੰਦੀ ਉੱਥੇ ਉਹ ਖੜਦੀ ਆ। ਸੋ ਇੱਥੇ ਸਾਨੂੰ ਦੱਸਦਾ ਡਿਫਰੈਂਟ ਜਗ੍ਹਾ ਦੇ ਵਿੱਚ ਬੀਜਣੀ ਚਾਹੀਦੀ ਆ। ਓਕੇ, ਸੋ ਕਈ ਵਾਰੀ ਅਸੀਂ ਜਿਹੜੇ ਇਵੈਂਜਲਿਜ਼ਮ ਕਰਦੇ ਆ, ਅਸੀਂ ਉਹਨਾਂ ਦੇ ਨਾਲ ਬੀਜਿਆ। ਕਈ ਵਾਰੀ ਅਸੀਂ ਕਿਸੇ ਨੂੰ ਕੋਈ ਲੋੜ ਸੀ ਉਹ ਪੂਰੀ ਕਰਦੇ ਆ। ਕਈ ਵਾਰੀ ਨਿਆਣਿਆਂ ਦੀ ਮਦਦ ਕਰਦੇ, ਕਈ ਵਾਰੀ ਕੁਛ ਕਰਦੇ, ਕਈ ਵਾਰੀ ਕੁਛ ਕਰਦੇ ਆ, ਪਰ ਅਸੀਂ ਸਾਰੇ ਥੈਂ ਥੋੜਾ ਬੀਜਿਆ। ਸੋ ਜੇ ਇੱਕ ਥਾਂ ਹਾਲੇ ਡਿਲੇ ਹੋ ਗਿਆ, ਇੱਕ ਥਾਂ ਹਾਲੇ ਰੌਤਾਈ ਨਹੀਂ ਹੈਗੀ, ਦੂਸਰੇ ਪਾਸਿਓਂ ਸਾਨੂੰ ਆ ਜਾਊਗੀ। ਓਕੇ, ਸੋ ਸਾਡੀ ਫਲ ਹਰ ਵੇਲੇ ਆਉਂਦਾ ਰਹੂਗਾ ਜੇ ਅਸੀਂ ਡਿਫਰੈਂਟ ਜਗ੍ਹਾ ਬੀਜਿਆ। ਤੇ ਇੱਥੇ ਸਾਨੂੰ ਦੱਸਦਾ ਆ ਸਾਨੂੰ ਡਿਫਰੈਂਟ ਜਗ੍ਹਾ ਦੇ ਵਿੱਚ ਬੀਜਣਾ ਚਾਹੀਦਾ ਹੈ। ਕਹਾਵਤਾਂ ਦੀ ਕਿਤਾਬ ਉਹਦਾ 19ਵਾਂ ਚੈਪਟਰ ਤੋਂ ਉਹਦੀ 17ਵੀਂ ਆਇਤ ਦੇ ਵਿੱਚ ਸਾਨੂੰ ਦੱਸਦਾ ਆ, ਗਰੀਬਾਂ ਦੇ ਬਾਰੇ ਸਾਨੂੰ ਦੱਸ ਰਿਹਾ ਵੀ ਉੱਥੇ ਸਾਨੂੰ ਬੀਜਣਾ ਚਾਹੀਦਾ ਹੈ। 17ਵਾਂ ਹਫ਼ਤਾ 19 ਦਾ 17। ਹਾਂਜੀ, ਪ੍ਰੋਵਰਬਸ 19 verse 70, ਕਹਾਵਤਾਂ 19:17। ਜਿਹੜਾ ਗਰੀਬਾਂ ਉੱਤੇ ਦਇਆ ਕਰਦਾ ਹੈ ਉਹ ਯਹੋਵਾ ਨੂੰ ਆਧਾਰ ਦਿੰਦਾ ਹੈ ਅਤੇ ਉਹ ਉਸ ਨੂੰ ਉਸ ਦੀ ਕੀਤੀ ਦਾ ਫਲ ਦੇਵੇਗਾ। ਸੋ ਇੱਥੇ ਤੁਹਾਨੂੰ ਦੱਸਦਾ ਹੈ ਜਦੋਂ ਅਸੀਂ ਗਰੀਬਾਂ ਦੀ ਮਦਦ ਕਰਦੇ ਹਾਂ, ਉਹ ਕਹਿੰਦਾ ਉਹ ਪਰਮੇਸ਼ਰ ਨੂੰ ਆਧਾਰਾ ਦਿੰਦਾ ਆ ਤੇ ਉਹ ਉਹਨਾਂ ਨੂੰ ਖੁੱਲੇ ਦਿਲ ਨਾਲ ਦੇਊਗਾ। ਆਮੀਨ। ਸੱਚੀ ਯਿਸੂ ਮਸੀਹ ਵੀ ਸਾਨੂੰ ਮਥੀ ਦੀ ਕਿਤਾਬ ਵਿੱਚ ਦੱਸਿਆ ਸੀਗਾ ਵੀ ਸਾਨੂੰ ਗਰੀਬਾਂ ਦੀ ਹੈਲਪ ਕਰਨੀ ਚਾਹੀਦੀ ਹੈ। ਇੱਕ ਇਹ ਵੀ ਗੁੱਡ ਪਲੇਸ ਆ ਦੇਣ ਨੂੰ, ਸਾਡਾ ਬੀਜਣ ਨੂੰ, ਤੇ ਜਿੱਥੇ ਇੱਕ ਦਿਨ ਫਿਰ ਔਖੜੂਗਾ। ਓਕੇ, ਸੋ ਇਦਾਂ ਹੀ ਆ ਜਦੋਂ ਅਸੀਂ ਗਰੀਬਾਂ ਨੂੰ ਦਿੰਦੇ ਹਾਂ, ਕੀ ਹੁੰਦਾ? ਅਸੀਂ ਇੱਕ ਪਰਮੇਸ਼ਰ ਨੂੰ ਉਧਾਰਾ ਦਿੰਦੇ ਹਾਂ। ਮੈਂ ਬਹੁਤ ਤਸੱਲੀ ਨਾਲ ਕਹਿ ਸਕਦਾ ਹਾਂ ਪਰਮੇਸ਼ਰ ਕਿਸੇ ਦਾ ਵੀ ਦੇਣਦਾਰ ਨਹੀਂ ਹੈਗਾ। ਸੋ ਜਦੋਂ ਵੀ ਅਸੀਂ ਦਿੱਤਾ, ਉਹ ਕੀ ਕਹਿੰਦਾ ਆ? ਮੈਂ ਕਹਿੰਦਾ ਤੁਹਾਨੂੰ ਵਾਪਸ ਦੇਵਾਂਗਾ। ਹੀ ਵਿਲ ਪੇ ਬੈਕ। ਸੋ ਕਈ ਵਾਰੀ ਅਸੀਂ ਇਦਾਂ ਕਹਿ ਸਕਦੇ ਹਾਂ, ਅਸੀਂ ਕਿਸੇ ਜੇ ਸਾਨੂੰ ਕੋਈ ਅਮੀਰ ਆਦਮੀ ਆ ਕੇ ਕਹੇ, ਅੱਛਾ ਜੀ ਤੁਸੀਂ ਇਸ ਆਦਮੀ ਨੂੰ ਜਿਹਨੂੰ ਲੋੜ ਪਈ ਇਹਦੀ ਪੂਰੀ ਕਰ ਦਿਓ ਤੇ ਜਿੰਨੇ ਵੀ ਤੁਸੀਂ ਇਹਨਾਂ ਦੇਵੋਗੇ ਮੈਂ ਮੁੜ ਕੇ ਦੇਵਾਂਗਾ। ਇਦਾਂ ਹੀ ਪਰਮੇਸ਼ਰ ਇੱਥੇ ਕਹਿ ਰਿਹਾ, ਕਹਿੰਦਾ ਵੀ ਜਦੋਂ ਵੀ ਤੁਸੀਂ ਗਰੀਬਾਂ ਦੀ ਮਦਦ ਕੀਤੀ ਤੇ ਜੋ ਵੀ ਤੁਸੀਂ ਇਹਨਾਂ ਨੂੰ ਦਿਓਗੇ ਮੈਂ ਤੁਹਾਨੂੰ ਵਾਪਸ ਦੇ ਦੂੰਗਾ। ਓਕੇ, ਐਂਡ ਉਹ ਆਪਣੇ ਅੱਖਰ ਦਾ ਪੱਕਾ ਹੈ। God never goes back on his word. ਪਰਮੇਸ਼ਰ ਆਪਣੇ ਬਚਨ ਤੋਂ ਵਾਪਸ ਨਹੀਂ ਲੈਂਦਾ ਹੈਗਾ, ਉਹ ਹਰ ਵੇਲੇ ਪੂਰਾ ਕਰ ਦਿੰਦਾ ਹੈ। ਸੋ ਇੱਥੇ ਸਾਨੂੰ ਗੁੱਡ ਗਰਾਊਂਡ ਦੱਸ ਰਿਹਾ ਹੈ ਜਿੱਥੇ ਅਸੀਂ ਬੀਜ ਸਕਦੇ ਹਾਂ। ਪ੍ਰੇਜ਼ ਦ ਲਾਰਡ। ਅਸੀਂ ਚੇਤੇ ਰੱਖਣਾ ਕਿੱਥੇ ਬੀਜਦੀ ਆਪਾਂ ਉਹਦੀ ਗੱਲ ਕਰ ਰਹੇ ਹਾਂ।
ਤੇ ਹੁਣ ਆਪਾਂ ਦੇਖਦੇ ਹਾਂ ਦੋ ਚੀਜ਼ਾਂ ਜਿਹੜੀਆਂ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਆ ਜਦੋਂ ਅਸੀਂ ਦਿੰਦੇ ਹਾਂ। ਦੋ ਚੀਜ਼ਾਂ ਜਿਹੜੀਆਂ ਸਾਨੂੰ ਚੇਤੇ ਰੱਖਣੀਆਂ ਚਾਹੀਦੀਆਂ ਆ ਜਦੋਂ ਅਸੀਂ ਦਿੰਦੇ ਹਾਂ, ਖਾਸ ਚੀਜ਼ਾਂ ਆ। ਉਹਦੇ ਨਾਲ ਸਾਡਾ ਫਲ ਖਰਾਬ ਹੋ ਸਕਦਾ ਹੈ ਜੇ ਅਸੀਂ ਨਾ ਚੇਤੇ ਰੱਖੀਏ ਤਾਂ। ਓਕੇ ਜੀ। ਮਤੀ ਦੀ ਕਿਤਾਬ ਉਹਦਾ 6ਵਾਂ ਚੈਪਟਰ ਤੇ ਉਹਦੀ 3 ਤੇ 4 ਆਇਤ ਆਪਾਂ ਪੜਾਂਗੇ। ਹਾਂਜੀ, ਮੈਥਿਊ ਚੈਪਟਰ 6 ਵਰਸ 3 ਐਂਡ 4। ਪਰ ਜਾਂ ਤੂੰ ਦਾਨ ਕਰੇ ਤਾਂ ਜੋ ਕੁਝ ਤੇਰਾ ਸੱਜਾ ਹੱਥ ਕਰਦਾ ਹੈ ਤੇਰਾ ਖੱਬਾ ਹੱਥ ਨਾ ਜਾਣੇ, ਫਿਰ ਤੇਰਾ ਦਾਨ ਗੁਪਤ ਵਿੱਚ ਹੋਵੇ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇ। ਇਹ ਆਪਾਂ ਮੈਥਿਊ ਚੈਪਟਰ 6 ਤੋਂ ਪੜ੍ਹਿਆ ਸੀਗਾ, ਉਹਦੀ ਤੀਸਰੀ ਤੇ 3rd ਐਂਡ 4th ਆਇਤ। ਸੋ ਇੱਥੇ ਆਪਾਂ ਬਹੁਤ ਕਲੀਅਰਲੀ ਦੱਸਦੇ ਹਾਂ। ਦੂਜੀ ਆਇਤ ਵੀ ਪੜ੍ਹਨੀ ਸੀ, ਪੜ੍ਹਦੇ ਨਹੀਂ ਤੁਸੀਂ ਕਿਤੇ ਚਾਰੇ ਕਿਹਾ ਸੋ ਜਦ ਤੂੰ ਦਾਨ ਕਰੇ ਆਪਣੇ ਮੋਹਰੇ ਤੁਰੀ ਨਾ ਬਜਵਾ, ਜਿਸ ਪ੍ਰਕਾਰ ਕਪਟੀ ਸਮਾਜਾਂ ਅਤੇ ਰਸਤਿਆਂ ਵਿੱਚ ਕਰਦੇ ਹਨ ਵੀ ਲੋਕ ਉਹਨਾਂ ਦੀ ਵਡਿਆਈ ਕਰਨ। ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾ ਚੁੱਕੇ। ਪਰ ਜਾਂ ਤੂੰ ਦਾਨ ਕਰੇ ਤਾਂ ਜੋ ਕੁਝ ਤੇਰਾ ਸੱਜਾ ਹੱਥ ਕਰਦਾ ਹੈ ਤੇਰਾ ਖੱਬਾ ਹੱਥ ਨਾ ਜਾਣੇ, ਵੀ ਤੇਰਾ ਦਾਨ ਗੁਪਤ ਵਿੱਚ ਹੋਵੇ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇ। ਆਮੀਨ। ਸੋ ਇੱਥੇ ਸਾਨੂੰ ਉਹ ਦੱਸ ਰਿਹਾ ਬਹੁਤ ਕਲੀਅਰਲੀ, ਜਦੋਂ ਵੀ ਅਸੀਂ ਦਿੰਨੇ ਆ ਸ਼ੋਅ ਕਰਨ ਨੂੰ ਨਹੀਂ ਦੇਣਾ ਹੈਗਾ। ਬਹੁਤ ਵਾਰੀ ਅਸੀਂ ਚਾਹੁੰਦੇ ਹੁੰਦੇ ਆ ਬਈ ਸਾਰਿਆਂ ਨੂੰ ਪਤਾ ਲੱਗੇ ਮੈਂ ਕਿੰਨਾ ਦਾਨ ਕੀਤਾ ਹੈ। ਜੇ ਹੋਰ ਨਹੀਂ ਕੁਛ ਅਸੀਂ ਇੰਨਾ ਕੁ ਜ਼ਰੂਰ ਚਾਹੁੰਦੇ ਲੀਡਰਾਂ ਨੂੰ ਪਤਾ ਹੋਵੇ ਮੈਂ ਕਿੰਨਾ ਦਾਨ ਕਰਦਾ। ਓਕੇ, ਪਰ ਇੱਥੇ ਯਿਸੂ ਮਸੀਹ ਉਹਦੇ ਖਿਲਾਫ ਉਹਦੇ ਅਕੇਸ ਬੋਲਦਾ ਆ। ਉਹ ਕਹਿੰਦਾ ਜੇ ਤੁਸੀਂ ਆਦਮੀਆਂ ਦੀ ਵਡਿਆਈ ਲੈ ਲਈ ਫਿਰ ਉਹ ਜਿਹੜੇ ਤੁਸੀਂ ਦਿੱਤੇ ਆ ਉਹ ਕਿਸੇ ਕੰਮ ਦੇ ਨਹੀਂ ਹੈਗੇ। ਉਹ ਜੋ ਤੁਹਾਨੂੰ ਰਿਵੋਰਡ ਮਿਲਣਾ ਸੀਗਾ ਉਹ ਮਿਲ ਗਿਆ, ਹੋਰ ਤੁਸੀਂ ਉਹਦਾ ਨਹੀਂ ਕੁਛ ਮਿਲਣਾ ਹੈਗਾ। ਓਕੇ, ਸੋ ਇੱਥੇ ਉਹ ਸਾਨੂੰ ਦੱਸ ਰਿਹਾ ਆ ਬਈ ਜਦੋਂ ਦੇਣਾ ਅਸੀਂ ਡੌਂਡੀ ਪੈਟ ਕੇ ਨਹੀਂ ਦੇਣਾ ਹੈਗਾ। ਅਸੀਂ ਜੀ ਡਰਮ ਵਜਾ ਕੇ ਨਹੀਂ ਦੇਣਾ ਮੈਂ ਜੀ ਦਾਨ ਕਰਨ ਲੱਗਾ। ਉਹ ਕਹਿੰਦਾ ਇੰਨਾ ਸੀਕ੍ਰੇਟ ਰੱਖਣਾ ਆ ਤੁਹਾਡੇ, ਜੇ ਇੱਕ ਹੱਥ ਨਾਲ ਦਿੱਤਾ ਦੂਸਰੇ ਨੂੰ ਪਤਾ ਨਾ ਲੱਗੇ ਕੀ ਦਿੱਤਾ ਹੈ। ਓਕੇ, ਸੋ ਇੱਥੇ ਅਸੀਂ ਬਹੁਤ ਕੇਅਰਫੁਲੀ ਦੇਣਾ ਆ। ਤੇ ਦੂਸਰੀ ਚੀਜ਼ ਜਿਹੜੀ ਇਹਦੇ ਵਿੱਚ ਹੋ ਜਾਂਦੀ ਹੈ, ਜਦੋਂ ਅਸੀਂ ਕਿਸੇ ਗਰੀਬ ਨੂੰ ਦਿੰਦੇ ਆ ਸਾਰਿਆਂ ਦੇ ਸਾਹਮਣੇ ਦਿੰਦੇ ਆ ਤੇ ਕਈ ਵਾਰੀ ਵਿਚਾਰੇ ਉਹ ਵੀ ਝੂਠੇ ਹੁੰਦੇ ਆ ਬਈ ਮੈਨੂੰ ਲੈਣਾ ਪਿਆ। ਉਹ ਫੀਲ ਕਰਦੇ ਆ, ਹਾਂਜੀ ਨੀਵਾਂ ਫੀਲ ਕਰਦੇ ਆ ਬਈ ਅਸੀਂ ਲੋ ਆ। ਪਰ ਜੇ ਅਸੀਂ ਸੀਕ੍ਰੇਟਲੀ ਦਿੰਦੇ ਆ ਫਿਰ ਉਹਨਾਂ ਦੀ ਹੈਲਪ ਹੋ ਜਾਂਦੀ ਹੈ ਤੇ ਪਰਮੇਸ਼ਰ ਸਾਨੂੰ ਫਿਰ ਓਪਨਲੀ ਰਿਵੋਰਡ ਕਰਦਾ ਹੈ। ਸੋ ਇੱਥੇ ਸਾਨੂੰ ਬਹੁਤ ਕਲੀਅਰਲੀ ਦੱਸ ਰਿਹਾ ਆ ਬਈ ਜਦੋਂ ਅਸੀਂ ਦੇਣਾ ਆ ਕਿਸੇ ਨੂੰ ਅਸੀਂ ਰੌਲੀ ਪਾ ਕੇ ਨਹੀਂ ਦੇਣਾ ਹੈਗਾ, ਸੀਕ੍ਰੇਟਲੀ ਦੇਣਾ ਚਾਹੀਦਾ। ਕਈ ਵਾਰੀ ਅਸੀਂ ਦੱਸਣਾ ਚਾਹੁੰਦੇ ਹੁੰਦੇ ਆ ਮੈਂ ਜੀ ਉੱਥੇ ਇੰਨੇ ਦਿੱਤੇ ਸੀ, ਮੈਂ ਜੀ ਉੱਥੇ ਨਹੀਂ ਦਿੱਤੇ ਸੀ। ਨੋ, ਜੀਵ ਤੇ ਦੰਦੀ ਬਣ ਲਓ, ਤੁਹਾਡੇ ਤਾਂ ਪਰਮੇਸ਼ਰ ਦੇ ਗੱਭੇ ਆ। ਉਹ ਕਹਿੰਦਾ ਮੈਂ ਤੁਹਾਨੂੰ ਓਪਨਲੀ ਰਿਵੋਰਡ ਕਰੂੰਗਾ। ਤੁਸੀਂ ਸੀਕ੍ਰੇਟਲੀ ਦਿੱਤਾ ਸੀ ਮੈਂ ਖੁੱਲੇ ਦਿਲ ਨਾਲ ਦੇਵਾਂਗਾ। ਓਕੇ, ਸੋ ਸਾਡੇ ਵਾਸਤੇ ਜ਼ਰੂਰਤ ਹੈ। ਦੂਸਰੀ ਚੀਜ਼ ਜਿਹੜੀ ਸਾਨੂੰ ਕਹਿ ਰਿਹਾ ਸੀਗਾ ਉਹ ਬਈ ਉਹ ਆਪਾਂ ਜਿਹੜਾ ਕੋਰਿੰਥੀਅਨਸ ਦੀ ਕਿਤਾਬ ਵਿੱਚੋਂ ਦੇਖਿਆ ਸੀਗਾ ਉਹ ਕੀ ਸੀਗਾ ਬਈ ਸਾਨੂੰ ਗ੍ਰਜਸਲੀ ਨਹੀਂ ਦੇਣਾ ਚਾਹੀਦਾ ਹੈਗਾ, ਸਾਨੂੰ ਖੁਸ਼ੀ ਨਾਲ ਦਿਲੋਂ ਦੇਣਾ ਚਾਹੀਦਾ ਆ। ਸੋ ਦੋ ਚੀਜ਼ਾਂ ਇੱਥੇ ਆਪਾਂ ਦੇਖੀਆਂ ਆ। ਪਹਿਲੀ ਚੀਜ਼ ਆਪਾਂ ਇਹ ਦੇਖੀ ਆ ਬਈ ਅਸੀਂ ਗ੍ਰਜਿੰਗਲੀ ਨਹੀਂ ਦੇਣਾ ਹੈਗਾ। ਓਕੇ, ਮੈਨੂੰ ਦੇਣਾ ਹੀ ਪੈਣਾ ਹੋਰ ਸਾਰੇ ਦਿੰਦੇ ਆ, ਨੋ। ਦੂਸਰੀ ਚੀਜ਼ ਜਿਹੜੀ ਹੈਗੀ ਆ ਬਈ ਅਸੀਂ ਉਹ ਦੂਸਰਿਆਂ ਨੂੰ ਸ਼ੋਅ ਕਰਨ ਨੂੰ ਨਹੀਂ ਦੇਣਾ ਹੈਗਾ। ਸੋ ਦੋਏ ਇੰਪੋਰਟੈਂਟ ਆ, ਦੋਏ ਖਾਸ ਆ। ਦੋਹਾਂ ਦੇ ਨਾਲ ਅਸੀਂ ਰਿਵੋਰਡ ਲੂਜ਼ ਕਰ ਸਕਦੇ ਹਾਂ ਜੇ ਅਸੀਂ ਇਹ ਜਿੱਦਾਂ ਬਾਈਬਲ 'ਚ ਦੱਸਿਆ ਉੱਦਾਂ ਨਾ ਦਿੱਤਾ, ਖੁਸ਼ੀ ਦਿਲ ਨਾਲ ਨਾ ਦਿੱਤਾ ਤਾਂ ਸੀਕ੍ਰੇਟਲੀ ਨਾ ਦਿੱਤਾ। ਓਕੇ, ਮੈਨੂੰ ਪਤਾ 100% ਕਈ ਵਾਰੀ ਨਹੀਂ ਸੀਕ੍ਰੇਟਲੀ ਹੋ ਸਕਦਾ ਹੈਗਾ, ਪਰ ਜਿੰਨਾ ਵੀ ਆਪਣੇ ਕੋਲ ਹੋ ਸਕਦਾ ਆ ਆਪਾਂ ਉਹ ਕਰਨਾ ਆ। ਸੋ ਇੱਥੇ ਆਪਾਂ ਦੇਖਦੇ ਆ ਬਈ ਪ੍ਰਭੂ ਸਾਨੂੰ ਸਿਖਾ ਰਿਹਾ ਆ ਕੀ ਰਿਵੋਰਡ ਆ ਉਹਦਾ, ਕੀ ਪ੍ਰਭੂ ਕਹਿੰਦਾ ਸਾਨੂੰ ਮਿਲਦਾ। ਯਿਸੂ ਮਸੀਹ ਮਾਰਕਸ ਦੀ ਕਿਤਾਬ ਦੇ ਵਿੱਚ ਸਾਨੂੰ ਚੌਥੇ ਚੈਪਟਰ ਦੇ ਵਿੱਚ, ਮਾਰਕਸ ਦੀ ਕਿਤਾਬ ਉਹਦਾ ਚੌਥਾ ਚੈਪਟਰ, ਉਹ ਸਾਰੇ ਚੌਥੇ ਚੈਪਟਰ ਦੇ ਵਿੱਚ ਸਾਨੂੰ ਬੀਜਣ ਦੇ ਬਾਰੇ ਗੱਲ ਦੱਸ ਰਿਹਾ ਹੈ। ਸੋ ਜਦੋਂ ਵੀ ਤੁਹਾਡੇ ਕੋਲ ਟਾਈਮ ਹੋਵੇ, ਟਾਈਮ ਸਪੈਂਡ ਕਰਨਾ ਆ ਤੇ ਚੌਥਾ ਚੈਪਟਰ ਮਾਰਕਸ ਦਾ ਪੜ੍ਹਨਾ ਆ
ਤੇ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਆ ਅਸੀਂ ਕਿੱਦਾਂ ਬੀਜ ਸਕਦੇ ਤੇ ਕਿੱਦਾਂ ਵੱਢ ਸਕਦੇ ਆ। ਓਕੇ, ਤੇ ਪਰ ਇੱਥੇ ਆਪਾਂ ਇੱਕ ਦੇਖਣਾ ਆ ਬਈ ਕਿੰਨਾ ਸਾਨੂੰ ਵਾਪਸ ਮਿਲੂਗਾ ਜਦੋਂ ਅਸੀਂ ਬੀਜਦੇ ਆ, ਹਮ, ਕਿੰਨਾ ਕੁ ਫਲ ਲੱਗੂਗਾ। ਓਕੇ, ਯਿਸੂ ਮਸੀਹ ਬਹੁਤ ਕਲੀਅਰਲੀ ਦੱਸਦਾ ਆ ਤੇ ਉਹਨੇ ਆਪਣੇ ਸਾਰਿਆਂ ਚੇਲਿਆਂ ਨੂੰ ਸਮਝਾਇਆ ਸੀ, ਸਮਝਾਉਣ ਨੂੰ ਉਹਨੇ ਸਾਰੇ ਚੈਪਟਰ ਉਹ ਉੱਥੇ ਟਾਈਮ ਚੰਗਾ ਟਾਈਮ ਉਹਨੇ ਗੁਜ਼ਾਰਿਆ ਬਈ ਉਹਨਾਂ ਨੂੰ ਐਨ ਸਮਝ ਪੈ ਜਾਵੇ। ਓਕੇ, ਸੋ ਤੁਸੀਂ ਵੀ ਟਾਈਮ ਕੱਢ ਕੇ ਇਹ ਸਾਰਾ ਚੈਪਟਰ ਪੜ੍ਹਨਾ, ਤੁਹਾਨੂੰ ਵੀ ਸਮਝ ਪੈ ਜਾਵੇ। ਹੋਲੀ ਸਪਿਰਿਟ ਨੂੰ ਕਹਿਣਾ ਤੁਹਾਨੂੰ ਸਮਝਾਵੇ, ਤੁਹਾਨੂੰ ਸਮਝ ਪੈ ਜਾਵੇ, ਤੇ ਫਿਰ ਸਾਨੂੰ ਪਤਾ ਲੱਗੇ ਵੀ ਸੱਚੀ ਇਹ ਫਾਈਨੈਂਸਿਸ ਸਾਡੇ ਵਾਸਤੇ ਕਿੱਦਾਂ ਆ ਸਕਦੇ ਆ। ਆਮੀਨ। ਓਕੇ, ਮਾਰਕਸ ਦਾ ਚੌਥਾ ਚੈਪਟਰ ਉਹਦੀ 20ਵੀਂ ਆਇਤ ਤੇ ਸੁਰਿੰਦਰ ਆਪਣੇ ਵਾਸਤੇ ਪੜ੍ਹੀ। ਹਾਂਜੀ, ਮਾਰਕ ਚੈਪਟਰ 4 ਵਰਸ 20। ਅਤੇ ਜਿਹੜੇ ਚੰਗੀ ਜ਼ਮੀਨ ਵਿੱਚ ਬੀਜੇ ਗਏ ਸਨ, ਸੋ ਉਹ ਲੋਕ ਹਨ ਜਿਹੜੇ ਵਚਨ ਨੂੰ ਸੁਣ ਕੇ ਮੰਨ ਲੈਂਦੇ ਅਤੇ ਫਲ ਦਿੰਦੇ ਹਨ, ਕੁਝ 30 ਗੁਣਾ, ਕੁਝ 60 ਗੁਣਾ, ਕੁਝ 100 ਗੁਣਾ। ਆਮੀਨ। ਓਕੇ, ਕੀ ਹੁੰਦਾ ਵੀ ਜਦੋਂ ਅਸੀਂ ਉਹ ਬੀਜਦੇ ਆ ਤੇ ਜਦੋਂ ਉਹ ਉੱਗਦਾ ਆ, ਕਈ 30 ਗੁਣਾ ਵਾਪਸ ਉੱਗਦਾ, ਕਈ 60 ਗੁਣਾ ਤੇ ਕਈ 100 ਗੁਣਾ। ਓਕੇ, ਸੋ ਸਾਡੀ ਏਮ ਹੈਗੀ ਹੈ 100 ਗੁਣਾ। ਜਦੋਂ ਸਾਨੂੰ ਹੋਲੀ ਸਪਿਰਿਟ ਕਿਤੇ ਬੀਜਣ ਨੂੰ ਕੁਛ ਕਹਿੰਦਾ ਆ, ਉਹ ਸਾਨੂੰ ਖੁਸ਼ੀ ਨਾਲ ਬੀਜਣਾ ਚਾਹੀਦਾ ਆ, ਬਹੁਤ ਕਾਹਲੀ ਬੀਜਣਾ ਚਾਹੀਦਾ ਆ, ਕਰਕੇ ਸਾਨੂੰ ਪਤਾ ਉੱਥੋਂ 100 ਗੁਣਾ ਆਉਣਾ ਹੈ। ਹੋਲੀ ਸਪਿਰਿਟ ਜੇ ਸਾਨੂੰ ਗਰਾਊਂਡ ਦੱਸਦਾ, ਉਹ ਸਾਨੂੰ ਦੱਸਦਾ ਇਸ ਜ਼ਮੀਨ ਵਿੱਚ ਬੀਜੋ, ਉਹ ਬਹੁਤ ਵਧੀਆ ਜ਼ਮੀਨ ਹੋਣੀ ਹੈ, ਉੱਥੇ ਸਾਨੂੰ ਘੱਟੋ ਘੱਟ 100 ਗੁਣਾ ਆਉਣਾ, ਹੋ ਸਕਦਾ ਜ਼ਿਆਦਾ ਵੀ ਹੋ ਜਾਵੇ, ਜਿੱਥੇ ਵੀ ਸਾਨੂੰ ਹੋਲੀ ਸਪਿਰਿਟ ਲੀਡ ਕਰਦਾ ਹੈ। ਸੋ ਇਹਦੇ ਵਿੱਚ ਸਾਨੂੰ ਸਿੱਖਣ ਦੀ ਜ਼ਰੂਰਤ ਹੈ, ਸਾਨੂੰ ਹੋਲੀ ਸਪਿਰਿਟ ਕੋਲੋਂ ਦੇ ਸਿੱਖਣ ਦੀ ਸੀ, ਉਹਦੀ ਆਵਾਜ਼ ਸਿੱਖਣ ਦੀ ਜ਼ਰੂਰਤ ਹੈ, ਅਸੀਂ ਕਿੱਥੇ ਬੀਜੀਏ। ਇੱਕ ਮੈਂ ਕਹਾਣੀ ਸ਼ੇਅਰ ਕਰਨੀ ਚਾਹੁੰਦਾ ਹਾਂ, ਇਹਦੇ ਨਾਲ ਫਿਰ ਆਪਾਂ ਬੰਦ ਕਰ ਦੇਣਾ। ਸੋ ਉਹ ਵੀ ਬੀਜਣ ਦੀ ਕਹਾਣੀ ਸੀਗੀ। ਓਕੇ, ਕੋਈ ਭੈਣ ਸੀਗੀ, ਉਹ ਮੀਟਿੰਗ ਤੇ ਗਈ ਸੀ, 2000 ਲੋਕ ਉਸ ਟੈਂਟ ਮੀਟਿੰਗ ਦੇ ਵਿੱਚ ਇਕੱਠੇ ਹੋਏ ਸੀਗੇ, ਤੇ ਕੋਈ ਆਦਮੀ ਪ੍ਰਚਾਰ ਕਰ ਰਿਹਾ ਤੇ ਚੰਗੀ ਜੋਸ਼ ਦੇ ਨਾਲ ਪ੍ਰਚਾਰ ਕਰ ਰਿਹਾ, ਤਾਂ ਬਹੁਤ ਚੰਗੇ ਪਾਵਰਫੁਲੀ ਪ੍ਰਚਾਰ ਕਰ ਰਿਹਾ, ਤੇ ਉਹ ਦੱਸਦਾ ਆ ਬਈ ਕਦੇ ਵੀ ਤੁਸੀਂ ਲੇਟ ਨਹੀਂ ਹੁੰਦੇ ਹੈਗੇ, ਪਰਮੇਸ਼ਰ ਕਦੇ ਵੀ ਲੇਟ ਨਹੀਂ ਹੁੰਦਾ, ਜਿੱਥੋਂ ਮਰਜੀ ਤੁਹਾਡਾ ਸਿਚੁਏਸ਼ਨ ਟਰਨ ਅਰਾਊਂਡ ਕਰ ਸਕਦਾ। ਆਮੀਨ। ਉਹ ਚੰਗੇ ਜੋਸ਼ ਨਾਲ ਇਦਾਂ ਪ੍ਰਚਾਰ ਕਰਨ ਲੱਗਾ, ਤੇ ਉਹਨੇ ਦੇਖਿਆ ਪਿੱਛੋਂ ਇੱਕ ਭੈਣ ਉੱਠੀ ਤੇ ਉਹ ਸਿੱਧੀ ਉਹਦੇ ਵੱਲ ਨੂੰ ਆਉਂਦੀ ਆ, ਤੇ ਉਹ ਸੋਚਦਾ ਮੈਂ ਇੰਨਾ ਵਧੀਆ ਪ੍ਰਚਾਰ ਕਰਦਾ, ਇਹਨੇ ਮੈਨੂੰ ਆ ਕੇ ਡਿਸਟਰਪਟ ਕਰ ਦੇਣਾ, ਇਹਨੇ ਹੁਣ ਬੰਦ ਕਰਾ ਦੇਣਾ, ਬਈ ਪਤਾ ਨਹੀਂ ਕਾਹਦੇ ਉੱਠੀ ਤੁਰੀ ਹੁੰਦੀ ਹੈ। ਜਦੋਂ ਮੋਹਰੇ ਆਏ ਤਾਂ ਮੋਹਰੇ ਆ ਕੇ ਖੜੀ ਹੋ ਗਈ। ਉਹ ਕਹਿੰਦਾ ਭੈਣ ਕੀ ਗੱਲ ਆ? ਕਹਿੰਦੀ ਤੂੰ ਕਹਿੰਦਾ ਵੀ ਜਿਹੜੇ ਮਰਜੀ ਸਿਚੁਏਸ਼ਨ ਤੋਂ ਪਰਮੇਸ਼ਰ ਉਸ ਸਿਚੁਏਸ਼ਨ ਨੂੰ ਟਰਨ ਅਰਾਊਂਡ ਕਰਕੇ ਤੇ ਚੰਗਿਆਈ ਵਾਸਤੇ ਕਰ ਸਕਦਾ ਆ, ਕਹਿੰਦੀ ਮੇਰਾ ਤਾਂ ਹੋ ਨਹੀਂ ਸਕਦਾ ਹੈਗਾ। ਉਹ ਕਹਿੰਦਾ ਅੱਛਾ, ਤੇਰਾ ਕਦੇ ਨਹੀਂ ਹੋ ਸਕਦਾ? ਉਹ ਕਹਿੰਦੀ ਜਿਹੜੇ ਅਸੀਂ ਘਰ ਦੇ ਵਿੱਚ ਰਹਿੰਦੇ ਆ, ਅਸੀਂ ਕਰਜ਼ੇ ਦੇ ਥੱਲੇ ਆ ਗਏ ਆ, ਤੇ ਕੱਲ ਨੂੰ ਸਵੇਰ ਨੂੰ 10 ਵਜੇ ਉਹਨੇ ਸਾਡਾ ਬੋਰੀ ਬਿਸਤਰਾ ਬਾਹਰ ਰੱਖ ਦੇਣਾ ਤੇ ਸਾਨੂੰ ਬਾਹਰ ਕੱਢ ਦੇਣਾ, ਸਾਡੇ ਕਿਤੇ ਜਾਣ ਨੂੰ ਜਗ੍ਹਾ ਨਹੀਂ ਹੈਗੀ, ਤੇ ਮੇਰੇ ਕੋਲ ਕੋਈ ਪੈਸਾ ਨਹੀਂ ਹੈਗਾ, ਇੱਕ ਸਿਰਫ $20 ਆ ਮੇਰੀ ਪਰਸ ਦੇ ਵਿੱਚ, ਹੋਰ ਮੇਰੇ ਕੋਲ ਕੁਝ ਨਹੀਂ ਹੈਗਾ, ਸਾਡੇ ਕੋਲ ਕੋਈ ਜਗ੍ਹਾ ਨੂੰ ਜਾਣ ਨੂੰ ਹੈਗੀ। ਤੇ ਹੁਣ ਦੱਸ, ਕਹਿੰਦੀ ਮੇਰਾ ਕਿੱਦਾਂ ਸਰਚ ਟਰਨ ਅਰਾਊਂਡ ਕਰੂਗਾ ਪਰਮੇਸ਼ਰ? ਤੇ ਉਹ ਜਿਹੜਾ ਪ੍ਰਚਾਰ ਕਰਦਾ ਸੀ, ਉਹ ਕਹਿੰਦਾ ਆ ਜਾਓ ਜੀ ਆਪਾਂ ਆਫਰਿੰਗ ਲਈਏ, ਬੀਜਣ ਦਾ ਟਾਈਮ ਆ ਗਿਆ, ਆ ਜਾਓ ਵੀ, ਕਹਿੰਦਾ ਆਪਾਂ ਆਫਰਿੰਗ ਲਈਏ। ਤੇ ਉਹ ਭੈਣ ਨੂੰ ਜੋ ਮੂਹਰੇ ਖੜੀ ਸੀ ਉਹਨੂੰ ਕਹਿੰਦਾ ਜਾ, ਕਹਿੰਦਾ ਜਿਹੜਾ ਕਹਿੰਦਾ ਤੂੰ ਪਾ ਆਫਰਿੰਗ ਪਹਿਲਾਂ। ਉਹ ਕਹਿੰਦੀ ਮੈਂ ਤੈਨੂੰ ਦੱਸ ਕੇ ਹਟੀ, ਮੇਰੇ ਕੋਲ ਹੈ ਨਹੀਂ ਕੁਛ। ਉਹ ਕਹਿੰਦਾ ਤੂੰ ਮੈਨੂੰ ਇਦਾਂ ਵੀ ਦੱਸ ਕੇ ਹਟੀ, ਤੇ ਕੋਲ ਹਲੇ 20 ਦਾ ਇੱਕ ਨੋਟ ਹੈਗਾ ਆ। ਉਹ ਜਾਂਦੀ ਆ ਆਪਣਾ ਪਰਸ ਕੱਢ ਕੇ ਲਿਆਉਂਦੀ, ਉਹਦੇ ਚੋਂ 20 ਨੋਟ ਇਦਾਂ ਕੱਢੇ ਆ, ਕਹਿੰਦਾ ਮੈਨੂੰ ਪਤਾ ਨਹੀਂ, ਉਹਨੇ ਮੇਰੇ ਆ ਕੇ ਮੁੱਕਾ ਮਾਰਨਾ, ਇੱਕ ਬਾਲਟੀ 'ਚ ਪਾ ਦੇਣੇ ਆ, ਪਰ ਕਹਿੰਦਾ ਬਾਲਟੀ ਸੁੱਟ ਕੇ ਜਾ ਕੇ ਮੂਹਰੇ ਬਹਿ ਜਾਂਦੀ ਆ। ਤੇ ਕਹਿੰਦਾ ਮੈਂ ਫੇਰ ਪ੍ਰਚਾਰ ਕਰਨ ਲੱਗ ਪੈਣਾ, ਤੇ ਮੈਂ ਕਹਿੰਦਾ ਪ੍ਰਚਾਰ ਕਰਦਾ ਆ, ਤੇ ਮੈਂ ਆਪਣੇ ਪ੍ਰਚਾਰ ਨੂੰ ਫਿਨਿਸ਼ ਕਰਕੇ ਮੈਂ ਫਿਰ ਉਹਨੂੰ ਕਹਿੰਦਾ ਜਾ, ਕਹਿੰਦਾ ਉਹਨੂੰ ਭੈਣ ਨੂੰ ਕਹਿੰਦਾ ਜਾ ਆਪਣੀ ਮਾਂ ਨੂੰ, ਤੂੰ ਕਹਿੰਦੀ ਸੀ ਉਹਨੀ ਆ, ਉਹਨੂੰ ਲੈ ਕੇ ਆ, ਉਹ ਪਿੱਛੇ ਬੈਠੀ ਸੀ, ਕਹਿੰਦਾ ਉਹਨੂੰ ਲੈ ਕੇ ਆ, ਮੈਂ ਉਹਦੇ ਵਾਸਤੇ ਪ੍ਰੇ ਕਰਦਾ। ਜਦੋਂ ਉਹਨੂੰ ਲੈ ਕੇ ਆਇਆ ਤੇ ਉਹਦੇ ਵਾਸਤੇ ਪ੍ਰੇ ਕੀਤੀ, ਉਹ ਕਹਿੰਦਾ ਭੈਣ ਜਦੋਂ ਮੈਂ ਪ੍ਰੇ ਕਰਕੇ ਹਟਿਆ, ਤੈਨੂੰ ਦਿਸੇ ਜਾਂ ਨਾ ਦਿਸੇ, ਤੂੰ ਪ੍ਰਭੂ ਦੀ ਵਡਿਆਈ ਕਰਨ ਆਪਣਾ, ਧੰਨਵਾਦ ਕਰਨ ਆਪਣਾ ਵੀ ਤੈਨੂੰ ਦਿਸਣ ਲੱਗ ਪਿਆ, ਨੇਚਾ ਦੇ ਨਾਲ ਬੋਲਣ ਆਪਣਾ। ਉਹ ਕਹਿੰਦੀ ਠੀਕ ਹੈ। ਜਦੋਂ ਉਹ ਪ੍ਰੇ ਕਰਕੇ ਹਟਿਆ
ਬੜੀ ਲੰਮੀ ਉਹਨੇ ਪ੍ਰੇ ਕੀਤੀ ਬਈ ਦਿਸਣ ਲੱਗ ਪਏ ਇਹਨੂੰ, ਪਰ ਉਹਨੂੰ ਵਿਚਾਰੇ ਨੂੰ ਦਿਸਣ ਨਹੀਂ ਲੱਗਾ। ਤੇ ਉਹ ਪਰ ਉਹਨੇ ਜਿੱਦਾਂ ਉਹਨੇ ਕਿਹਾ ਸੀ ਉਦਾਂ ਹੀ ਕਰਨ ਲੱਗ ਪਏ। ਦੋ ਇਹ ਬਾਹਾਂ ਤਾਹਾਂ ਨੂੰ ਚੱਕ ਕੇ ਪ੍ਰਭੂ ਦਾ ਧੰਨਵਾਦ ਕਰਨ ਲੱਗ ਪਏ। 16 ਸਾਲ ਤੋਂ ਮੈਂ ਅੰਨੀ ਸੀਗੀ, ਮੈਨੂੰ ਕੁਛ ਦਿਸਦਾ ਨਹੀਂ ਸੀਗਾ, ਮੇਰੀ ਕੁੜੀ ਸਭ ਕੁਝ ਮੇਰੇ ਵਾਸਤੇ ਕਰਦੀ ਸੀ। ਪ੍ਰਭੂ ਮੈਂ ਤੇਰਾ ਧੰਨਵਾਦ ਕਰਦੀ ਹਾਂ, ਹੁਣ ਮੈਂ ਸਾਰੇ ਕੰਮ ਕਰ ਸਕਦੀ ਹਾਂ, ਹੁਣ ਕੁੜੀ ਦੀ ਮੈਨੂੰ ਵੇਟ ਨਹੀਂ ਕਰਨੀ ਪੈਣੀ ਹੈਗੀ, ਹੁਣ ਮੈਂ ਤੇਰਾ ਧੰਨਵਾਦ ਕਰਦੀ ਹਾਂ, ਮੈਨੂੰ ਦਿਸਣ ਤੂੰ ਲਾਤਾ। ਹਲੇ ਉਹਨੂੰ ਕੁਛ ਦਿਸਦਾ ਨਹੀਂ ਹੈਗਾ। ਬਹੁਤ ਚਿਰ ਏਦਾਂ ਉਹ ਵਡਿਆਈ ਕਰਦੇ ਗਏ। ਮੀਟਿੰਗ ਬੰਦ ਹੋ ਗਈ, ਉਹ ਘਰ ਨੂੰ ਗਏ, ਹਲੇ ਵੀ ਉਹਨੂੰ ਦਿਸਦਾ ਨਹੀਂ ਹੈਗਾ ਕੁਛ ਵੀ। ਤੇ ਉਹ ਆਦਮੀ ਏਦਾਂ ਵੀ ਦੱਸਿਆ ਸੀ, ਇਹ ਰਾਤ ਨੂੰ ਵੀ ਤੂੰ ਜਾਗ ਆਊਗੀ, ਤੂੰ ਉੱਠ ਕੇ ਪ੍ਰਭੂ ਦਾ ਧੰਨਵਾਦ ਕਰੀ ਬਈ ਤੈਨੂੰ ਦਿਸਣ ਲੱਗ ਪਿਆ। ਤੇ ਉਹ ਰਾਤ ਨੂੰ ਉਹ ਸੌਂ ਗਈਆਂ ਦੋਵੇਂ ਜਣੀਆਂ। ਉਹਨੂੰ ਅੱਧੀ ਕੁ ਰਾਤੇ ਫੇਰ ਭੈਣ ਨੂੰ ਜੀ ਜਾਗ ਆਈ ਤੇ ਹੱਲੇ ਵੀ ਉਹਨੂੰ ਦੱਸਦਾ ਨਹੀਂ ਹੈਗਾ। ਉਹ ਫੇਰ ਹੱਥ ਚੱਕ ਕੇ ਪ੍ਰਭੂ ਦਾ ਧੰਨਵਾਦ ਕਰਨ ਲੱਗ ਪਈ। ਪ੍ਰਭੂ ਦਾ ਕੱਲ 10 ਵਜੇ ਰਾਤ ਨੂੰ ਉਹ ਪਾਸਟਰ ਨੇ ਮੇਰੇ ਵਾਸਤੇ ਪ੍ਰੇ ਕੀਤੀ ਸੀ, ਮੈਨੂੰ ਦਿਸਣ ਲੱਗ ਪਿਆ ਸੀ, ਮੈਂ ਤੇਰਾ ਬਹੁਤ ਧੰਨਵਾਦ ਕਰਦੀ ਹਾਂ। ਯਿਸੂ ਮਸੀਹ ਦੇ ਮਾਰ ਖਾਣ ਨਾਲ ਮੈਂ ਰੋਈ ਕਰੀ ਗਈ ਹਾਂ, ਹੁਣ ਮੈਨੂੰ ਕਹਿੰਦੀ ਦਿਸਦਾ ਆ, ਹੁਣ ਮੈਂ ਕਹਿੰਦੀ ਸਭ ਕੁਝ ਕੰਮ ਕਰ ਸਕਦੀ ਹਾਂ, ਹੁਣ ਮੈਨੂੰ ਡਾਕਟਰ ਉੱਤੇ ਲੜਾਈ ਨਹੀਂ ਕਰਨਾ ਪੈਣਾ ਹੈਗਾ। ਏਦਾਂ ਉਹਨੇ ਅੱਧਾ ਕੁ ਘੰਟਾ ਕਰਦੀ ਕਰਦੀ ਫੇਰ ਸੌਂ ਗਏ। ਤੇ ਜਦੋਂ 8 ਕੁ ਸਵੇਰ ਨੂੰ ਵੱਜੇ ਤੇ ਉਹਦੀ ਜਿਹੜੀ ਕੁੜੀ ਆ ਉਹ ਆਪਣੇ ਕਮਰੇ ਦੇ ਵਿੱਚ ਸਮੈਲ ਕਰਦੀ ਆ ਬਈ ਕੁਛ ਬਣ ਰਿਹਾ ਆ, ਬਹੁਤ ਸੁੰਦਰ ਬਣ ਰਿਹਾ ਹੈ। ਉਹ ਕਹਿੰਦੀ ਮੇਰੀ ਮਾਂ ਨੂੰ ਤਾਂ ਦੀਦਾ ਨਹੀਂ ਹੈਗਾ, ਇਹ ਕੌਣ ਬਣਾ ਰਿਹਾ। ਨੱਠੀ ਨੱਠੀ ਕਿਚਨ ਦੇ ਵਿੱਚ ਗਈ, ਜਦੋਂ ਦੇਖਿਆ ਉਹਦੀ ਮਾਂ ਬਣਾ ਰਹੀ ਸੀ। ਉਹ ਕਹਿੰਦੀ ਮਾਂ ਤੈਨੂੰ ਤਾਂ ਦਿਖਦਾ ਨਹੀਂ ਸੀ। ਉਹ ਕਹਿੰਦੀ ਨਾ, ਤੈਨੂੰ ਕਹਿੰਦੀ ਚੇਤਾ ਭੁੱਲ ਗਿਆ, 10 ਵਜੇ ਰਾਤੀ ਉਹ ਜਦੋਂ ਪ੍ਰੇ ਕੀਤੀ ਮੈਨੂੰ ਤਾਂ ਉਦੋਂ ਦਿਸਣ ਲੱਗ ਪਿਆ ਸੀ। ਤਾਂ ਦਿਸਣ ਸਵੇਰ ਨੂੰ ਲੱਗਾ ਸੀ। ਵਡਿਆਈ ਪਹਿਲਾਂ ਹੀ ਕਰਨ ਲੱਗ ਪਈ। ਪਰ ਕੀ ਹੋਇਆ, ਉਹਨੇ ਬੀਜ ਬੀਜਿਆ ਸੀ। ਪਰ ਉਹਨੇ ਇਦਾਂ ਵੀ ਕਿਹਾ ਸੀ ਮੈਂ ਕਰਜ਼ੇ ਦੇ ਥੱਲੇ ਹਾਂ ਤੇ ਮੈਨੂੰ ਕੱਲ ਨੂੰ 10 ਵਜੇ ਉਹਨੇ ਆ ਕੇ ਬਾਹਰ ਸਭ ਕਰਾ ਦੇਣਾ। ਉਸ ਰਾਤ ਨੂੰ ਇੱਕ ਭੈਣ ਸੀਗੀ, ਉਹ ਦੂਸਰੇ ਪਾਸੇ ਸ਼ਹਿਰ ਦੀ ਸੀਗੀ, ਤੇ ਉਹ ਇੱਕ ਚਰਚ ਦੇ ਕੋਲ ਦੀ ਲੰਘਣ ਲੱਗੀ। ਤੇ ਉਹ ਕਹਿੰਦੀ ਮੈਨੂੰ ਇਦਾਂ ਲੱਗਾ ਜਿਸ ਤਰ੍ਹਾਂ ਮੈਨੂੰ ਕਿਸੇ ਨੇ ਕਲਾਵੇ ਵਿੱਚ ਲੈ ਲਿਆ ਤੇ ਫੜ ਕੇ ਮੈਨੂੰ ਚਰਚ ਵਿੱਚ ਲੈ ਗਿਆ। ਜਦ ਕਹਿੰਦੀ ਮੈਂ ਚਰਚ ਵਿੱਚ ਗਈ ਤੇ ਮੈਨੂੰ ਕਹਿੰਦੀ ਪਰਮੇਸ਼ਰ ਦੀ ਪਹਿਲੀ ਵਾਰੀ ਮੇਰੇ ਜੀਵਨ ਦੇ ਵਿੱਚ ਆਵਾਜ਼ ਸੁਣੀ, ਕਦੇ ਵੀ ਰੱਬ ਦੀ ਆਵਾਜ਼ ਸੁਣੀ ਨਹੀਂ ਸੀ, ਪਹਿਲੀ ਵਾਰੀ ਕਹਿੰਦੀ ਸੁਣੀ। ਮੈਂ ਕਦੇ ਕਹਿੰਦੀ ਚਰਚ ਵਿੱਚ ਗਈ ਨਹੀਂ ਸੀ, ਪਰ ਕਹਿੰਦੀ ਮੈਨੂੰ ਰੱਬ ਦੀ ਆਵਾਜ਼ ਸੁਣੀ। ਕਹਿੰਦਾ ਤੂੰ ਫਲਾਨੀ ਭੈਣ ਦੇ ਕੋਲੋਂ ਪੈਸੇ ਲਏ ਸੀਗੇ, ਤੂੰ ਹਲੇ ਮੁੜ ਕੇ ਨਹੀਂ ਦਿੱਤੇ ਹੈਗੇ। ਉਹ ਕਹਿੰਦੀ ਹਾਂਜੀ ਮੈਂ ਲਏ ਸੀ, ਮੈਂ ਜ਼ਰੂਰ ਦੇਵਾਂਗੀ। ਮੈਂ ਇੰਨੀ ਖੁਸ਼ ਹਾਂ, ਰੱਬ ਨੇ ਮੇਰੇ ਨਾਲ ਗੱਲ ਕੀਤੀ ਆ, ਮੈਂ ਉਹਦੇ ਸਾਰੇ ਪੈਸੇ ਵਾਪਸ ਦੇਵਾਂਗੀ। ਪਰਮੇਸ਼ਰ ਕਹਿੰਦਾ ਇਕੱਲੇ ਪੈਸੇ ਨਹੀਂ ਵਾਪਸ ਦੇਣੇ, ਉੱਤੇ 6% ਵਿਆਜ ਲਾ ਕੇ ਦੇਣੇ। ਕਹਿੰਦੀ ਉਹ ਵੀ ਮੈਂ ਲਾ ਕੇ ਦੇਵਾਂਗੀ, ਕਰਕੇ ਮੈਂ ਬਹੁਤ ਖੁਸ਼ ਹਾਂ ਵੀ ਤੁਸੀਂ ਮੇਰੇ ਨਾਲ ਗੱਲ ਕੀਤੀ। ਕਹਿੰਦੀ ਘਰ ਜਾ ਕੇ ਮੈਂ ਉਹਨੂੰ ਚਿੱਠੀ ਲਿਖ ਕੇ ਚੈੱਕ ਵਿੱਚ ਪਾ ਦੂੰਗੀ। ਉਹ ਕਹਿੰਦਾ ਨਹੀਂ, ਟੈਲੀਫੋਨ ਪ੍ਰਭੂ ਨੇ ਉਹਨੂੰ ਲਿਖਾਇਆ, ਕਹਿੰਦਾ ਉਹਨੂੰ ਟੈਲੀਫੋਨ ਕਰਕੇ ਤੂੰ ਉਹ ਤੋਂ ਡਰੈਸ ਲੈ ਕੇ ਉਹਦੇ ਘਰ ਜਾ ਕੇ ਕੈਸ਼ ਦੇ ਕੇ ਆਈ। ਤੇ ਉਹ ਉਧਰੋਂ ਬ੍ਰੈਕਫਾਸਟ ਖਾ ਕੇ ਹਟੀਆਂ ਆ ਤੇ ਬੈਠੀਆਂ ਆ। ਹੁਣ ਉਹਦੇ ਵੀ ਬਹੁਤ ਤਸੱਲੀ ਹੋ ਗਈ, ਜਿਹੜੇ ਮੇਰੀ ਮਾਂ ਨੂੰ ਦਿਸਣ ਲੱਗ ਪਿਆ ਤੇ ਪਰਮੇਸ਼ਰ ਨੇ ਦੂਜੀਆਂ ਵੀ ਮੇਰੀਆਂ ਲੋੜਾਂ ਪੂਰੀਆਂ ਕਰ ਦੇਣੀਆਂ। ਤੇ ਉਹ ਕਹਿੰਦੀ ਵੀ ਹੁਣ ਉਹਨੇ ਸੋਚਿਆ ਵੀ ਡਾਕ ਦੇ ਵਿੱਚ ਕੁਛ ਆ ਜਾਣਾ। ਜਦੋਂ ਚਿੱਠੀਆਂ ਆਈਆਂ ਤਾਂ ਨੱਠੀ ਨੱਠੀ ਗਈ। 6 ਚਿੱਠੀਆਂ ਆਈਆਂ ਸੀਗੀਆਂ, 4 ਉਹਦੇ ਵਿੱਚੋਂ ਬੈਲ ਸੀਗੇ। ਜਦੋਂ ਵੀ ਖੋਲਿਆ ਕਰੇ ਬੈਲ ਨਿਕਲੇ, ਕੋਈ ਨਹੀਂ ਪ੍ਰਭੂ ਦੇਖ ਲਿਓ ਇਹ ਵੀ ਪੇ ਕਰਨ ਵਾਲੇ ਆ। ਤੇ ਜਦੋਂ 9 ਵਜੇ ਡੋਰ ਹੋਈ ਤੇ ਉਹ ਜਾ ਕੇ ਖੋਲੀ। ਉਹ ਕਹਿੰਦੀ ਤੂੰ ਮੈਨੂੰ ਪਛਾਣਿਆ? ਕਹਿੰਦੀ ਨਹੀਂ ਪਛਾਣਿਆ ਨਹੀਂ। ਕਹਿੰਦੀ ਮੈਂ ਫਲਾਨੀ ਆ, ਮੈਂ ਤੇ ਕੋ ਪਤਾ ਨਹੀਂ ਕਿੰਨੇ ਸਾਲ ਹੋ ਗਏ ਤੇ ਤੋਂ ਪੈਸੇ ਲਏ ਸੀਗੇ, 14 ਸਾਲ ਹੋ ਗਏ ਤੇ ਤੋਂ ਪੈਸੇ ਲਏ ਸੀਗੇ, ਉਹ ਵਾਪਸ ਕਰਨ ਆਈ ਆ। ਪਰਮੇਸ਼ਰ ਨੇ ਮੇਰੇ ਨਾਲ ਗੱਲ ਕੀਤੀ ਰਾਤੀ। ਤੇ ਕਹਿੰਦੀ ਪਰਮੇਸ਼ਰ ਨੇ ਇਦਾਂ ਵੀ ਕਿਹਾ 6% ਵਿਆਜ ਲਾ ਕੇ ਦੇ। ਆ ਲੈ, ਕਹਿੰਦੀ ਮੈਂ ਪੈਸੇ ਲੈ ਆਈ ਆ, 6% ਵਿਆਜ ਵੀ ਲਾਤਾ, ਆ ਲੈ ਪੈਸੇ। ਕੀ ਹੋਇਆ, ਜਦੋਂ 10 ਵਜੇ ਉਹਨੂੰ ਬਾਹਰ ਕੱਢਣ ਆਏ ਤੇ ਜਿੰਨਾ ਵੀ ਉਹਦਾ ਕਰਜ਼ਾ ਸੀ ਉਹ ਸਾਰਾ ਦੇ ਸਕੇ ਤੇ ਬਿੱਲਾਂ ਵਾਸਤੇ ਵੀ ਉਹ ਕੋਲ ਪੈਸੇ ਸੀਗੇ। ਸੋ ਕੀ ਹੋਇਆ, ਜਦੋਂ ਅਸੀਂ ਬੀਜ ਬੀਜਦੇ ਹਾਂ, ਜ਼ਰੂਰ ਕਈ ਵਾਰੀ ਬੀਜ ਬੀਜਣ ਨੂੰ ਬਹੁਤ ਚਿਰ ਲੱਗ ਜਾਂਦਾ ਹੈ, ਉਹਦੀ ਉੱਗਣ ਨੂੰ ਬਹੁਤ ਚਿਰ ਲੱਗਦਾ ਹੈ, ਪਰ ਕਈ ਵਾਰੀ ਪ੍ਰਭੂ ਸੁਪਰ ਨੈਚੁਰਲੀ ਉਹਦੀ ਕਾਹਲੀ ਕਰ ਦਿੰਦਾ, ਸਪੀਡ ਅਪ ਕਰ ਦਿੰਦਾ। ਇਸ ਕੇਸ ਦੇ ਵਿੱਚ ਉਹਨੇ ਸਪੀਡ ਅਪ ਕਰ ਦਿੱਤਾ। ਤੇ ਜਦੋਂ ਅਸੀਂ ਬੀਜ ਬੀਜਦੇ ਹਾਂ, ਜ਼ਰੂਰ ਉੱਗਣਾ ਹੈ। ਸੋ ਪ੍ਰਭੂ ਦੀ ਵਡਿਆਈ ਹੋਵੇ। ਹੌਸਲਾ ਲੈਣਾ, ਅੱਕਣਾ ਨਹੀਂ ਹੈਗਾ, ਥੱਕਣਾ ਨਹੀਂ ਹੈਗਾ,
ਤੇ ਬੀਜਦੇ ਰਹਿਣਾ ਹੈ। ਇੱਕ ਸਮਾਂ ਆਉਣਾ ਆ ਜਦੋਂ ਤੁਹਾਡੀ ਵੱਢਣ ਦੀ ਵਾਰੀ ਆ ਜਾਣੀ ਹੈ। ਫਿਰ ਤੁਸੀਂ ਤਸੱਲੀ ਦੇ ਨਾਲ ਪ੍ਰਭੂ ਦਾ ਧੰਨਵਾਦ ਕਰਦੇ ਵੱਢ ਸਕਦੇ ਆ। ਫਿਰ ਪੌਲ ਇੱਦਾਂ ਵੀ ਲਿਖਦਾ ਆ, ਫਿਰ ਤੁਹਾਡੇ ਕੋਲ ਇਨਫ ਹੋਊਗਾ ਚੰਗੇ ਕੰਮਾਂ ਵਾਸਤੇ ਵੀ। ਤੁਸੀਂ ਫਿਰ ਦੂਸਰਿਆਂ ਨੂੰ ਵੀ ਵੰਡ ਸਕਦੇ ਆ, ਗਰੀਬਾਂ ਨੂੰ ਵੀ ਵੰਡ ਸਕਦੇ ਆ, ਹੋਰਨਾਂ ਨੂੰ ਵੀ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ ਵੀ ਲੋੜਾਂ ਪੂਰੀਆਂ ਕਰ ਸਕਦੇ ਆ। ਆਮੀਨ। ਸੋ ਇੱਕ ਛੋਟਾ ਜਿਹਾ ਮੈਸੇਜ ਸੀਗਾ ਜਿਹਦੇ ਨਾਲ ਆਪਾਂ ਬੀਜਣ ਦੇ ਬਾਰੇ, ਇੱਥੇ ਆਪਾਂ ਟਾਈਥਿੰਗ ਦੇ ਬਾਰੇ ਗੱਲ ਨਹੀਂ ਕਰਦੇ ਸੀਗੇ, ਇੱਥੇ ਆਪਾਂ ਇਕੱਲੇ ਬੀਜਣ ਦੇ ਬਾਰੇ ਗੱਲ ਕਰਦੇ ਸੀ। 4 ਤਰ੍ਹਾਂ ਦੀ ਗਿਵਿੰਗਸ ਹੁੰਦੀ ਹੈ, ਜੇ ਕਿਤੇ ਮੌਕਾ ਮਿਲਿਆ ਆਪਾਂ ਚਾਰੇ ਉਹ ਸ਼ੇਅਰ ਕਰਾਂਗੇ, ਪਰ ਇੱਥੇ ਆਪਾਂ ਸੋਇੰਗ ਦ ਸੀਡ, ਬੀਜਣ ਦੇ ਬਾਰੇ ਗੱਲ ਕਰ ਰਹੇ ਸੀ। ਸੋ ਜਦੋਂ ਤੁਸੀਂ ਬੀਜੋਗੇ ਉਹ ਜ਼ਰੂਰ ਰੋਕੋਗੇ। ਥੋੜੀ ਜਿਹੀ ਸੁਰਿੰਦਰ ਦੇ ਬਾਰੇ ਕੁਛ ਕਹੂਗੀ ਤਾਂ ਫਿਰ ਆਪਾਂ ਪ੍ਰੇ ਕਰਾਂਗੇ। ਤਾਂ ਜੇ ਤੁਸੀਂ ਇਸ ਵੇਲੇ ਕੋਈ ਇੱਦਾਂ ਦੀ ਮੁਸੀਬਤ ਵਿੱਚ ਆ ਤੇ ਆਪਾਂ ਪ੍ਰੇ ਕਰਾਂਗੇ ਤੁਹਾਡੀ ਵੀ ਜਿਹੜੀ ਬੀਜਿਆ ਪਰਮੇਸ਼ਰ ਸਪੀਡ ਅਪ ਕਰ ਦੇਵੇ ਤੇ ਜਿਹੜੀ ਮੁਸੀਬਤ ਹੈ ਜਾਂ ਜਿਹੜੀ ਤੁਹਾਨੂੰ ਇਸ ਵੇਲੇ ਲੋੜ ਆ ਉਹ ਪੂਰੀ ਹੋ ਸਕੇ। ਆਮੀਨ। ਹਾਂਜੀ। ਪ੍ਰਭੂ ਦਾ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਵਫਾਦਾਰ ਹੋ ਆਪਣੇ ਬਚਨ ਦੇ ਨਾਲ। ਸੱਚੀ ਗੱਲ ਹੋ, ਜੇ ਸਾਨੂੰ ਪਤਾ ਨਹੀਂ ਹੈਗਾ ਤਾਂ ਅਸੀਂ ਬੈਰੀ ਜਿਹੜਾ ਆ ਸਾਡੀਆਂ ਬਰਕਤਾਂ ਰੋਕ ਲੈਂਦਾ ਆ, ਬਰਕਤਾਂ ਖੋਹ ਲੈਂਦਾ ਆ, ਕਿਉਂਕਿ ਬਹੁਤ ਵਾਰੀ ਸਾਨੂੰ ਪਤਾ ਨਹੀਂ ਹੁੰਦਾ ਕਿ ਸਾਡੇ ਜੀਵਨ ਦੇ ਵਿੱਚ ਜੋ ਅਸੀਂ ਬੀਜਦੇ ਹਾਂ ਤੇ ਉਹੋ ਹੀ ਫਲ ਆਉਣਾ ਹੈ। ਉਹ ਕਿੱਦਾਂ? ਕਈ ਵਾਰੀ ਸਾਡੇ ਜੀਵ ਦੇ ਵੀ ਜਿਹੜੇ ਬੀਜੇ ਹੋਏ ਆ ਉਹਦਾ ਵੀ ਸਾਨੂੰ ਫਲ ਵੱਢਣਾ ਪੈਂਦਾ ਹੈ। ਤੇ ਇੱਥੇ ਜਿਹੜੇ ਪੈਸਿਆਂ ਦੀ ਗੱਲ ਕੀਤੀ ਜਾਂਦੀ ਉਹਦਾ ਵੀ ਕਈ ਵਾਰੀ ਅਸੀਂ ਉਹੋ ਹੀ ਗੱਲਾਂ ਜਿਹੜੀਆਂ ਬੈਰੀ ਨੇ ਸਾਨੂੰ ਸਿਖਾ ਲਈਆਂ ਜਾਂ ਸਾਡੇ ਪਿੱਛੇ ਤੋਂ ਚੱਲਦੀਆਂ ਆਈਆਂ, ਅਸੀਂ ਉਹਨਾਂ ਗੱਲਾਂ ਤੇ ਹੀ ਯਕੀਨ ਕਰਦੇ ਹਾਂ, ਪਰ ਪ੍ਰਭੂ ਦੇ ਵਚਨ ਦੀ ਨੌਲੇਜ ਨਾ ਹੋਣ ਕਰਕੇ ਅਸੀਂ ਆਪਣਾ ਜੀਵਨ ਬਦਲ ਨਹੀਂ ਸਕਦੇ। ਤਾਂ ਹੀ ਸਾਨੂੰ ਚਾਹੀਦਾ ਆ ਕਿ ਅਸੀਂ ਵਚਨ ਨੂੰ ਪੜ੍ਹੀਏ, ਸੁਣੀਏ ਤੇ ਸੰਗਤੀ ਕਰੀਏ। ਇੱਕ ਦੂਏ ਤੋਂ ਅਸੀਂ ਸਿੱਖ ਸਕਦੇ ਹਾਂ, ਪਵਿੱਤਰ ਆਤਮਾ ਸਾਡੇ ਨਾਲ ਗੁੱਝੀਆਂ ਗੱਲਾਂ ਦੱਸ ਸਕਦੇ। ਜਿੱਦਾਂ ਉਹ ਭੈਣ ਮੀਟਿੰਗ ਦੇ ਵਿੱਚ ਗਈ ਸੀ ਤੇ ਉੱਥੇ ਉਹਨਾਂ ਨੂੰ ਪਤਾ ਲੱਗਾ ਕਿ ਬੀਜੀ ਹੈ ਤੇ ਤਾਂ ਹੀ ਸਿਚੁਏਸ਼ਨ ਚੇਂਜ ਹੋ ਸਕਦਾ ਹੈ। ਆਮੀਨ। ਉਹ ਤਾਂ ਦੋਸ਼ ਲਾਉਣ ਗਈ ਜ਼ਰੂਰ ਮੀਟਿੰਗ 'ਚ ਸੀ, ਪਰ ਬੋਝ ਨਾਲ ਲੱਦੀ ਹੋਈ ਸੀਗੀ। ਪਾਸਟਰ ਨੂੰ ਪੁੱਛਣ ਗਈ ਕਿ ਹੁਣ ਮੇਰੇ ਸਿਚੁਏਸ਼ਨ ਦੇ ਵਿੱਚ ਕਿੱਦਾਂ ਪ੍ਰਭੂ ਕਰੂਗਾ, ਮੈਨੂੰ ਤਾਂ ਟਾਈਮ ਵੀ ਹੁਣ ਹੈ ਨਹੀਂਗਾ। ਸਾਡੇ ਸਿਚੁਏਸ਼ਨ ਵੀ ਕਈ ਵਾਰੀ ਇੱਦਾਂ ਕਦੇ ਹੀ ਹੁੰਦੇ ਆ ਐਂਡ ਸਿਰੇ ਤੇ ਸੂਈ ਆਈ ਹੁੰਦੀ ਆ, ਪਰ ਜੇ ਅਸੀਂ ਸੰਗਤੀ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਨਾਲ, ਪੁੱਤਰ ਦੇ ਨਾਲ ਤੇ ਉਹਦੇ ਲੋਕਾਂ ਦੇ ਨਾਲ, ਤੇ ਉਹ ਪਰਮੇਸ਼ਰ ਉਸ ਵੇਲੇ ਸਾਡੇ ਨਾਲ ਗੱਲਾਂ ਕਰਦੇ ਆ ਤੇ ਸਾਨੂੰ ਜਵਾਬ ਦੇ ਸਕਦੇ ਆ। ਆਮੀਨ। ਤੇ ਹਰੇਕ ਵਾਰੀ ਮੈਂ ਆਪਣੇ ਜੀਵਨ ਦੇ ਵਿੱਚ ਇਹ ਦੇਖਿਆ, ਜਦੋਂ ਪਿਤਾ ਪਰਮੇਸ਼ਰ ਨੇ ਕੁਛ ਮਿਰੇਕਲ ਕਰਨਾ ਹੁੰਦਾ, ਕੁਛ ਸਾਨੂੰ ਦੇਣਾ ਹੁੰਦਾ, ਉਹ ਤੋਂ ਪਹਿਲਾਂ ਉਹ ਸਾਨੂੰ ਵੀ ਕੁਛ ਕਰਨ ਨੂੰ ਕਹਿੰਦਾ ਹੈ। Yeah, that's right. ਅਸੀਂ ਦੂਸਰਾ ਪਾਰਟ ਕਈ ਵਾਰੀ ਜ਼ਿਆਦਾ ਲੈਕ ਕਰਦੇ ਆ ਪਹਿਲੇ ਨਾਲੋਂ। ਪਹਿਲਾਂ ਕੀ ਆ, ਸਾਨੂੰ ਦੇਣਾ ਪੈਂਦਾ, ਮਿਹਨਤ ਕਰਨੀ ਪੈਂਦੀ ਆ। ਜੇ ਆਪਾਂ ਗਾਰਡਨ ਦੇ ਵਿੱਚ ਫਰੂਟ ਬੀਜਣੇ ਆ, ਸਬਜ਼ੀਆਂ ਬੀਜਣੀਆਂ ਆ, ਖੂਨ ਪਸੀਨਾ ਇੱਕ ਕਰਨਾ ਪੈਂਦਾ, ਗੋਡੀ ਕਰਨੀ ਪੈਂਦੀ ਆ, ਬੀਜ ਲਿਆਉਣਾ ਪੈਂਦਾ ਪੈਸੇ ਖਰਚ ਕੇ, ਤੇ ਫਿਰ ਉਹਦੀ ਦੇਖਭਾਲ ਵੀ ਕਰਨੀ ਪੈਂਦੀ ਆ। ਉਹ ਪਸੰਦ ਨਹੀਂ ਕਰਦੇ, ਪਰ ਜਦੋਂ ਸਾਡੀ ਫਸਲ ਲੱਗਣ ਲੱਗ ਪੈਂਦੀ ਆ, ਫਲ ਆਉਣ ਲੱਗ ਪੈਂਦਾ ਆ, ਉੱਗਣ ਲੱਗ ਪੈਂਦੀ ਆ, ਫਿਰ ਅਸੀਂ ਉਹਨੂੰ ਬਹੁਤ ਪਸੰਦ ਕਰਦੇ ਹਾਂ ਤੇ ਫਿਰ ਅਸੀਂ ਦੂਜਿਆਂ ਦੇ ਨਾਲ ਵੀ ਵੰਡਦੇ ਹਾਂ ਆਪਣੀ ਖੁਸ਼ੀ। ਆਮੀਨ। ਕਈ ਵਾਰੀ ਇਕੱਲਾ ਕਹਿ ਕੇ ਵੀ ਦੱਸ ਦਿੰਦੇ ਵੀ ਇੰਨੀ ਮੈਨੂੰ ਪ੍ਰਭੂ ਨੇ ਬਰਕਤ ਦੇ ਦਿੱਤੀ, ਜਾਂ ਕਹਿ ਦਿੰਦੇ ਮੈਂ ਇੰਨੀ ਮਿਹਨਤ ਕੀਤੀ ਤੇ ਇਹਦਾ ਫਲ ਮੈਨੂੰ ਆ ਗਿਆ ਆ, ਮੇਰੀ ਗਾਰਡਨ 'ਚ ਇੰਨੇ ਇਕੱਠੇ ਹੋ ਗਏ ਆ, ਇੰਨਾ ਫਰੂਟ ਲੱਗ ਗਿਆ। ਤੇ ਕਈ ਵਾਰੀ ਅਸੀਂ ਦੂਜਿਆਂ ਨਾਲ ਉਹ ਫਸਲ ਸਾਂਝੀ ਵੀ ਕਰਦੇ ਹਾਂ, ਕਹਿੰਦੇ ਸਾਡੇ ਕੋਲ ਬਹੁਤ ਵਾ, ਰੱਖਣ ਨੂੰ ਤਾਂ ਨਹੀਂ ਹੈਗਾ। ਕਿ ਮਲਾਕੀ ਵਿੱਚ ਕਹਿੰਦਾ ਕਿ ਜੇ ਤੁਸੀਂ ਮੇਰੇ ਮੋਦੀਖਾਨੇ ਵਿੱਚ ਬੀਜੋਗੇ ਤਾਂ ਤੁਹਾਡੇ ਕੋਲ ਰੱਖਣ ਨੂੰ ਤਾਂ ਨਾ ਹੋਊਗਾ ਕਿ ਮੈਂ ਅਸਮਾਨ ਦੀਆਂ ਖਿੜਕੀਆਂ ਖੋਲ ਦੂੰਗਾ ਤੁਹਾਡੇ ਲਈ। ਇਹ ਸੱਚੀ ਆ। ਸੋ ਆਪਣੇ ਕੋਲ ਵੀ ਕਈ ਵਾਰੀ ਰੱਖਣ ਨੂੰ ਤਾਂ ਨਹੀਂ ਹੋ ਸਕਦੇ ਇਹ ਚੀਜ਼ਾਂ ਜਿਹੜੀਆਂ ਹਰੀਆਂ ਹੁੰਦੀਆਂ ਤਾਂ ਕਿਸੇ ਦੀ ਖਰਾਬ ਹੋ ਸਕਦੀ, ਤੇ ਉਹ ਤਾਂ ਮੈਂ ਇੱਕ ਐਗਜ਼ਾਮਪਲ ਦਿੱਤਾ ਹੈ ਤੇ ਅਸੀਂ ਵੰਡਦੇ ਹਾਂ। ਇਸੇ ਤਰ੍ਹਾਂ ਜੇ ਸਾਡੇ ਕੋਲ ਬਾਫਰ ਹੋਊਗਾ ਤੇ ਅਸੀਂ ਉਹਨਾਂ ਲੋਕਾਂ ਦੀ ਜਿਹੜੇ ਇਸ ਵੇਲੇ ਭੁੱਖੇ ਆ, ਜਾਂ ਨਿਆਣੇ ਗਰੀਬ ਆ, ਜਾਂ ਕਿਸੇ ਦਾ ਇਲਾਜ ਨਹੀਂ ਹੋ ਰਿਹਾ, ਕਿਸੇ ਵੀ ਤਰੀਕੇ ਨਾਲ ਜਦੋਂ ਪਰਮੇਸ਼ਰ ਦਾ ਆਤਮਾ ਸਾਡੀ ਅਗਵਾਈ ਕਰਦੇ ਆ ਤੇ ਸਾਨੂੰ ਉੱਥੇ ਉਹਨਾਂ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਤੇ ਸੱਚੀਆਂ ਉਹਦੇ ਨਾਲ ਆਪਾਂ ਨੂੰ ਖੁਸ਼ੀ ਬਹੁਤ ਮਿਲਦੀ ਹੈ। ਜੇ ਤੁਸੀਂ ਇੱਕ ਕਿਸੇ ਨੂੰ ਪਰੌਂਠਾ ਖਿਲਾ ਦਿੰਦੇ ਜਾਂ ਰੋਟੀ ਇੱਕ ਡੰਗ ਦੀ ਖਿਲਾਉਂਦੇ ਆ, ਉਹ ਤੁਹਾਨੂੰ ਬਲੈਸ ਕਰਦਾ ਹੈ, ਬਰਕਤਾਂ ਦਿੰਦਾ ਹੈ, ਤੇ ਪ੍ਰਭੂ ਵੀ ਇੱਦਾਂ ਦੇਣ ਵਾਲਿਆਂ ਨਾਲ ਖੁਸ਼ ਹੁੰਦਾ ਹੈ। ਤੇ ਉਹਨਾਂ ਨੂੰ ਪ੍ਰਭੂ ਦੇ ਵਚਨ 'ਚ ਲਿਖਿਆ ਆ,
ਉਹਨਾਂ ਦੇ ਪ੍ਰਾਰਥਨਾ ਦੇ ਵਿੱਚ ਉਹ ਬਰਕਤ ਪਾਉਂਦਾ ਹੈ। ਸੋ ਜਿੱਥੇ ਵੀ ਆਪਾਂ ਜਿਹੜੇ ਵੀ ਸਿਚੁਏਸ਼ਨ ਵਿੱਚ ਪ੍ਰਭੂ ਸਾਨੂੰ ਚਾਹੁੰਦਾ ਕਿ ਦਈਏ, ਆਪਾਂ ਉਦਾਂ ਦੇ ਵਿੱਚ ਉਹਨਾਂ ਦੀ ਹੈਲਪ ਕਰ ਸਕਦੇ ਹਾਂ। ਪਵਿੱਤਰ ਆਤਮਾ ਆਪਣੇ ਨਾਲ ਆ ਤੇ ਉਹ ਸਾਡੇ ਨਾਲ ਗੱਲਾਂ ਕਰਦੇ ਆ ਤੇ ਆਪਾਂ ਉਹਨਾਂ ਦੇ ਆਖੇ ਲੱਗੀਏ। ਆਹ ਗੱਲ ਮੈਨੂੰ ਬਹੁਤ ਸੋਹਣੀ ਲੱਗੀ ਜੋ ਪਾਸਟਰ ਜੀ ਨੇ ਬਾਈਬਲ ਦੇ ਵਿੱਚੋਂ ਸ਼ੇਅਰ ਕੀਤੀ ਹੈ, ਦੂਜਾ ਕੋਰਿੰਥੀਅਨ ਦੇ ਵਿੱਚੋਂ 9ਵੇਂ ਚੈਪਟਰ, ਕਿ ਜਦੋਂ ਅਸੀਂ ਬੀਜਦੇ ਹਾਂ, ਸੌਰੀ ਇਹ ਨਹੀਂ, ਇਹ ਤਾਂ ਹੈਗਾ ਕਿ ਵੀ ਬੀਜਣ ਨੂੰ ਉਹ ਆਪ ਹੀ ਦਿੰਦਾ ਹੈ। ਆਪਾਂ ਆਪ ਨਹੀਂ ਕੁਛ ਵੀ ਖੜਾ ਕਰ ਸਕਦੇ, ਬੀ ਉਹ ਪਹਿਲਾਂ ਆਪਾਂ ਨੂੰ ਆਪ ਦਿੰਦਾ ਹੈ। ਪਹਿਲਾਂ ਹੀ ਪਰਮੇਸ਼ਰ ਨੇ ਬੀ ਬਣਾਇਆ ਸੀਗਾ ਤੇ ਫਿਰ ਹੀ ਅਸੀਂ ਉਹਨੂੰ ਬੀਜ ਸਕਦੇ ਹਾਂ। ਆਮੇਨ। ਪਰ ਜਿਹੜੀ ਗੱਲ ਮੈਂ ਕਹਿਣੀ ਆ ਉਹ ਇਹ ਵੀ ਆ ਕਿ ਜਦੋਂ ਅਸੀਂ ਦਿੰਨੇ ਆ, ਅਸੀਂ ਆਪਣੀ ਬੱਲੇ ਬੱਲੇ ਨਾ ਕਰਾ ਲਈਏ। ਜਦੋਂ ਸਾਨੂੰ ਇੱਥੇ ਬੱਲੇ ਬੱਲੇ ਹੋ ਜਾਂਦੀ ਹੈ ਤੇ ਸਵਰਗਾਂ ਦੇ ਵਿੱਚ ਕੁਝ ਪਹੁੰਚਣਾ ਹੀ ਨਹੀਂ ਹੈਗਾ। ਜੋ ਵੀ ਅਸੀਂ ਗੁਪਤ ਵਿੱਚ ਦਿੰਨੇ ਆ ਉਹ ਪਰਮੇਸ਼ਰ ਨੂੰ ਪਤਾ ਹੈ। ਇਹ ਕਹਾਣੀ ਆ ਦੋ ਦਮੜੀਆਂ ਵਾਲੀ ਔਰਤ ਦੀ, ਉਹਨੇ ਗੁਪਤ ਵਿੱਚ ਹੀ ਦਿੱਤੀਆਂ ਸੀਗੀਆਂ ਤੇ ਜਿਹੜੇ ਅਮੀਰ ਸੀ ਉਹਨੇ ਬਹੁਤ ਆਪਣਾ ਧਨ ਸਾਹਮਣੇ ਦਿੱਤਾ ਸੀ। ਯਿਸੂ ਮਸੀਹ ਜੀ ਕਹਿੰਦੇ ਆਹ ਜਿਹੜੀ ਔਰਤ ਇਹਨੇ ਆਪਣਾ ਸਭ ਕੁਝ ਦਿੱਤਾ, ਦਿੱਤੀਆਂ ਤਾਂ ਦੋ ਦਮੜੀਆਂ ਹੀ ਸੀ, ਗੁਪਤ ਵਿੱਚ ਹੀ ਦਿੱਤੀਆਂ ਸੀ ਕਰਕੇ ਹੋ ਸਕਦਾ ਉਹ ਸ਼ਰਮਾਉਂਦੀ ਹੋਵੇ, ਉਹਦੇ ਕੋਲ ਹੋਈ ਸੀ। ਪਰ ਯਿਸੂ ਮਸੀਹ ਉਹਦੇ ਸਿਚੁਏਸ਼ਨ ਨੂੰ, ਉਹਦੇ ਦਿਲ ਨੂੰ ਜਾਣਦੇ ਸੀ। ਹਾਂ, ਕਈ ਵਾਰੀ ਆਪਾਂ ਨੂੰ ਸਾਈਨ ਕਰਾਉਣੇ ਪੈਂਦੇ, ਅੱਜ ਕੱਲ੍ਹ ਬਹੁਤ ਚੀਜ਼ਾਂ ਹੈਗੀਆਂ ਆ, ਪਰ ਆਪਾਂ ਕਿਹੜੇ ਇਰਾਦੇ ਦੇ ਨਾਲ ਦੂਜਿਆਂ ਨਾਲ ਸਲਾਹ ਕਰਦੇ ਹਾਂ ਜਾਂ ਗੱਲ ਕਰਦੇ ਹਾਂ, ਸਾਡਾ ਮੋਟਿਵਸ ਕੀ ਆ ਜਦੋਂ ਦਿੰਨੇ, ਉਹਦੇ ਬਾਰੇ ਪਰਮੇਸ਼ਰ ਜੀ ਯਿਸੂ ਮਸੀਹ ਜੀ ਗੱਲ ਕਰਦੇ। ਸੋ ਆਪਾਂ ਦਈਏ, ਖੁੱਲੇ ਦਿਲ ਨਾਲ ਦਈਏ, ਖੁਸ਼ੀ ਨਾਲ ਦਈਏ ਤੇ ਆਪਾਂ ਨੂੰ ਪ੍ਰਭੂ ਵਫਾਦਾਰ ਵਾ। ਉਹ ਕਹਿੰਦਾ ਜੇ ਇੱਕ ਪਾਣੀ ਦਾ ਗਲਾਸ ਵੀ ਤੁਸੀਂ ਮੇਰੇ ਨਾਂ ਦੇ ਵਿੱਚ ਦਿੱਤਾ ਤਾਂ ਮੈਂ ਉਹਦਾ ਵੀ ਵਫਾਦਾਰ ਹਾਂ। ਆਮੇਨ। ਸੋ ਉਹਨੇ ਹੀ ਸਾਨੂੰ ਦਿੱਤਾ ਹੈ, ਪਾਣੀ ਵੀ ਉਹਦਾ ਹੀ ਆ, ਬਾਕੀ ਚੀਜ਼ਾਂ ਵੀ ਉਹਦੀਆਂ ਹੀ, ਸਭ ਕੁਝ ਉਹਦਾ ਆ। ਬੀਜਣ ਵਾਲੇ ਨੂੰ ਬੀਜਣ ਨੂੰ ਵੀ ਉਹ ਹੀ ਦਿੰਦਾ ਆ ਤੇ ਫਿਰ ਅਸੀਂ ਕਹਾਂ ਬੀਜ ਸਕਦੇ ਹਾਂ ਤੇ ਫਿਰ ਉਹ ਕਹਿੰਦਾ ਉਹਦਾ ਵਾਧਾ ਕਰਦਾ ਹੈ। ਆਮੇਨ। ਬਹੁਤ ਹੈਰਾਨ ਵਾਲੀ ਗੱਲ ਵਾ, ਇਹ ਫਿਊ ਮੰਥਸ ਹੋ ਗਏ ਆ ਜਦੋਂ ਦੀ ਇਹ ਗੱਲ ਮੇਰੇ ਜੀਵਨ ਦੇ ਵਿੱਚ ਚੱਲਦੀ ਆ ਕਿ ਜਦੋਂ ਮੈਂ ਕਹਿੰਦੀ ਆ ਪ੍ਰਭੂ ਜੀ ਧੰਨਵਾਦ ਕਰਦੇ ਤੂੰ ਬੀਜਣ ਨੂੰ ਵੀ ਮੈਨੂੰ ਦਿੰਨਾ ਤੇ ਫਿਰ ਤੂੰ ਉਹਦਾ ਵਾਧਾ ਕਰਦਾ ਹੈ, ਇਹ ਸੱਚੀ ਪੂਰਾ ਹੋ ਰਿਹਾ ਹੈ। ਆਮੇਨ। ਸੋ ਆਪਾਂ ਪ੍ਰਭੂ ਦਾ ਧੰਨਵਾਦ ਕਰਦੇ ਹਾਂ, ਉਹ ਸਾਨੂੰ ਆਪਣੇ ਬਚਨਾਂ ਦੇ ਰਾਹੀਂ ਆਪਣੇ ਭੇਤ ਦੀਆਂ ਗੱਲਾਂ ਸਿਖਾਉਂਦੇ ਆ ਤਾਂ ਕਿ ਸਾਡਾ ਜੀਵਨ ਜਿਹੜਾ ਹੈ ਉਹ ਭਰਿਆ ਆ ਹੋਵੇ, ਕਿਸੇ ਚੀਜ਼ਾਂ ਦੀ ਥੋੜ ਨਾ ਹੋਵੇ, ਖੁਸ਼ੀ ਦੀ ਥੋੜ ਨਾ ਹੋਵੇ, ਪਿਆਰ ਦੀ ਥੋੜ ਨਾ ਹੋਵੇ, ਪੈਸਿਆਂ ਦੀ ਥੋੜ ਨਾ ਹੋਵੇ ਤੇ ਅਸੀਂ ਦੂਜਿਆਂ ਨੂੰ ਬਲੈਸ ਕਰਨ ਵਾਲੇ ਹੋਈਏ। ਮੈਂ ਹਮੇਸ਼ਾ ਕਹਿੰਦੀ ਹਾਂ ਬੀ ਬਲੈਸਡ ਟੂ ਬਲੈਸ ਅਦਰ, ਅਸੀਂ ਬਰਕਤਾਂ ਪਾਈਏ ਕਿ ਅਸੀਂ ਦੂਜਿਆਂ ਨੂੰ ਵੀ ਬਰਕਤਾਂ ਵੰਡ ਸਕੀਏ। ਆਮੇਨ। ਪ੍ਰੇਜ਼ ਦ ਲਾਰਡ। ਓਕੇ ਜੀ, ਆਪਾਂ ਹੁਣ ਪ੍ਰੇ ਕਰਨੀ ਆ। ਪਹਿਲਾਂ ਆਪਾਂ ਪ੍ਰੇ ਕਰਨੀ ਹੈ, ਜੇ ਤੁਸੀਂ ਹਾਲੇ ਪ੍ਰਭੂ ਨੂੰ ਨਹੀਂ ਜਾਣਦੇ ਹੈਗੇ ਤੇ ਤੁਸੀਂ ਅੱਜ ਉਹਨੂੰ ਪਾ ਸਕਦੇ ਆ, ਅੱਜ ਉਹਦੇ ਬੇਟੇ ਬੇਟੀਆਂ ਬਣ ਸਕਦੇ ਆ। ਆਮੇਨ। ਉਹ ਤੁਹਾਨੂੰ ਸੱਦਾ ਦੇ ਰਿਹਾ, ਉਹਨਾਂ ਨੂੰ ਇਸ ਵੇਲੇ ਕਹਿ ਰਿਹਾ ਮੇਰੇ ਕੋਲ ਆ ਜਾਓ ਤੇ ਮੈਂ ਤੁਹਾਡੇ ਪਾਪ ਮਾਫ ਕਰ ਦੂੰ, ਤੁਹਾਨੂੰ ਧੰਨਵਾਦ ਬੜਾ। ਆਮੇਨ। ਤੇ ਆਪਾਂ ਫਿਰ ਉਹਨਾਂ ਵਾਸਤੇ ਪ੍ਰੇ ਕਰਾਂਗੇ। ਫਿਰ ਜਿਹੜੀ ਤੁਹਾਨੂੰ ਮਿਰਕਲ ਦੀ ਲੋੜ ਆ ਉਹਦੇ ਵਾਸਤੇ ਆਪਾਂ ਪ੍ਰੇ ਕਰਾਂਗੇ। ਤਾਂ ਜੇ ਤੁਸੀਂ ਵੀ ਬੀਜਿਆ ਹਲੇ ਆਇਆ ਨਹੀਂ ਹੈਗਾ, ਆਪਾਂ ਪ੍ਰੇ ਕਰਾਂਗੇ ਵੀ ਤੁਹਾਡੀਆਂ ਲੋੜਾਂ ਹੋਣ ਪ੍ਰਭੂ ਪੂਰੀਆਂ ਕਰੇ। ਆ ਜਾਓ ਆਪਾਂ ਪ੍ਰੇ ਕਰੀਏ। ਥੈਂਕ ਯੂ ਫਾਦਰ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਸਵਰਗ ਪਿਤਾ, ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਜਿੰਨੇ ਵੀ ਭੈਣ ਭਰਾ ਇਸ ਵੇਲੇ ਸੁਣ ਰਹੇ ਸੀ ਸਵਰਗ ਪਿਤਾ, ਅਸੀਂ ਸਾਰਿਆਂ ਨੂੰ ਤੁਹਾਡੇ ਕੋਲ ਲਿਫਟ ਅਪ ਕਰਦੇ ਸਵਰਗ ਪਿਤਾ, ਸਪੈਸ਼ਲੀ ਉਹਨਾਂ ਨੂੰ ਜਿਹਨੇ ਪਹਿਲੀ ਵਾਰੀ ਤੁਹਾਡੇ ਬਚਨ ਦੇ ਬਾਰੇ ਸੁਣਿਆ ਜਾਂ ਸਵਰਗ ਪਿਤਾ ਉਹਨੇ ਸੁਣਿਆ ਅੱਗੇ ਵੀ ਸੀਗਾ ਪਰ ਉਹਨੇ ਫੈਸਲਾ ਨਹੀਂ ਕੀਤਾ ਸੀ, ਪਰ ਅੱਜ ਉਹ ਸਵਰਗ ਪਿਤਾ ਤੁਹਾਨੂੰ ਪਾਉਣਾ ਚਾਹੁੰਦੇ ਆ, ਅੱਜ ਤੁਹਾਡੇ ਨਾਲ ਚੱਲਣਾ ਚਾਹੁੰਦੇ ਆ। ਸਵਰਗ ਪਿਤਾ ਤੁਸੀਂ ਉਹਦੇ ਕਿਰਪਾ ਕਰੋ, ਜਦੋਂ ਉਹ ਤੁਹਾਡੇ ਕੋਲ ਦੁਹਾਈ ਦਿੰਦੇ ਆ ਤੁਸੀਂ ਉਹਨਾਂ ਨੂੰ ਉਹਨਾਂ ਦੇ ਪਾਪ ਮਾਫ ਕਰ ਦਿਓ ਤੇ ਉਹਨਾਂ ਨੂੰ ਆਪਣੇ ਬੇਟੇ ਬੇਟੀਆਂ ਬਣਾ ਲਓ। ਸਵਰਗ ਪਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਯਿਸੂ ਮਸੀਹ ਦੇ ਨਾਮ ਵਿੱਚ ਕਰਦੇ ਹਾਂ। ਆਮੀਨ। ਤਾਂ ਸਵਰਗ ਪਿਤਾ ਅਸੀਂ ਉਹਨਾਂ ਵਾਸਤੇ ਪ੍ਰੇ ਕਰਦੇ ਹਾਂ ਇਸ ਵੇਲੇ ਜਿਹੜੇ ਬਹੁਤ ਮੁਸੀਬਤਾਂ ਦੇ ਵਿੱਚ ਆ, ਹੋ ਸਕਦਾ ਉਹਨਾਂ ਨੂੰ ਇਸ ਵੇਲੇ ਫੈਮਿਲੀ ਦੇ ਵਿੱਚ ਕੋਈ ਪ੍ਰੋਬਲਮ ਹੋਵੇ ਜਾਂ ਸਵਰਗ ਪਿਤਾ ਉਹਨਾਂ ਕੋਲ ਪੈਸਿਆਂ ਦੀ ਕਮੀ ਹੋਵੇ ਜਾਂ ਸਵਰਗ ਪਿਤਾ ਉਹਨਾਂ ਦੇ ਬਿੱਲ ਕੋ ਆਏ ਹੋਣ, ਹੋਰ ਕੋਈ ਇੱਦਾਂ ਦੀ ਚੀਜ਼ ਹੋਵੇ ਤਾਂ ਉਹਨਾਂ ਨੂੰ ਮਿਰਕਲ ਦੀ ਲੋੜ ਆ। ਤਾਂ ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਗਦੇ ਹਾਂ। ਹੋ ਸਕਦਾ ਉਹਨੂੰ ਚੰਗੀਆਂ ਚੀਜ਼ਾਂ ਨਹੀਂ ਬੀਜੀਆਂ ਹੈਗੀਆਂ ਪਰ ਸਵਰਗ ਪਿਤਾ ਜਾਂ ਹਲੇ ਉੱਗੀਆਂ ਨਹੀਂ ਹੈਗੀਆਂ। ਸਵਰਗ ਪਿਤਾ ਅਸੀਂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੰਨ ਕੇ ਕੰਮ ਕਰਦੇ ਹਾਂ। ਇਸ ਵੇਲੇ ਅਸੀਂ ਮੰਗਦੇ ਹਾਂ ਸਵਰਗ ਪਿਤਾ ਤੁਸੀਂ ਉਹਨਾਂ ਵਾਸਤੇ ਇੱਕ ਕਾਹਲੀ ਕੰਮ ਕਰੋ, ਇੱਕ ਸਪੀਡ ਅਪ ਕਰੋ ਸਵਰਗ ਪਿਤਾ, ਜਿਹੜਾ ਉਹਨਾਂ ਦਾ ਫਲ ਆ ਉਹ ਛੇਤੀ ਆ ਸਕੇ। ਸਵਰਗ ਪਿਤਾ ਉਹਨਾਂ ਨੂੰ ਇਸ ਮੁਸੀਬਤ ਦੇ ਵਿੱਚੋਂ ਕੱਢ ਕੇ ਲਿਆਓ।
ਸਰਬਿਤਾ ਅਸੀਂ ਤੁਹਾਡਾ ਧੰਨਵਾਦ, ਤੁਹਾਡੀ ਵਡਿਆਈ ਕਰਦੇ ਹਾਂ। ਹੋ ਸਕਦਾ ਹੈ ਇਸ ਵੇਲੇ ਕਿਸੇ ਨੂੰ ਬਿਮਾਰੀ ਹੋਵੇ, ਕੈਂਸਰ ਹੋਵੇ ਜਾਂ ਹੋਰ ਕੋਈ ਇਦਾਂ ਦੀ ਬਿਮਾਰੀ ਹੋਵੇ ਜਿੱਥੇ ਡਾਕਟਰ ਨੇ ਜਵਾਬ ਦਿੱਤਾ ਹੈ, ਉਹਨਾਂ ਵਾਸਤੇ ਵੀ ਸਰਬਿਤਾ ਅਸੀਂ ਯਿਸੂ ਮਸੀਹ ਦੇ ਨਾਂ ਦੇ ਵਿੱਚ ਮੰਗਦੇ ਹਾਂ, ਉਹਨਾਂ ਦੇ ਕੇਸ ਨੂੰ ਟਰਨ ਅਰਾਊਂਡ ਕਰੋ, ਉਹਨਾਂ ਦੀ ਮਦਦ ਕਰੋ ਸਰਬਿਤਾ, ਸੁਪਰ ਨੈਚੁਰਲੀ, ਇਨ ਜੀਸਸ ਨੇਮ, ਆਮੇਨ। ਮੈਂ ਇੱਕ ਛੋਟੀ ਜਿਹੀ ਹੋਰ ਗੱਲ ਦੱਸ ਸਕਦੀ Yeah, sure. ਇਸ ਵੇਲੇ ਮੇਰੇ ਦਿਲ ਵਿੱਚ ਆਉਂਦਾ ਕਿ ਅਸੀਂ ਪ੍ਰਾਰਥਨਾ ਕਰੀਏ। ਬਹੁਤ ਸਾਰੇ ਘਰਾਂ ਦੇ ਵਿੱਚ ਬਹੁਤ ਉਦਾਸੀਆਂ ਆ। ਬੈਰੀ ਨੇ ਸਾਡੇ ਪਿਆਰਿਆਂ ਨੂੰ ਚੋਰੀ ਕਰ ਲਿਆ ਆ ਜਾਂ ਕਿਸੇ ਰੀਜ਼ਨ ਨੂੰ ਸਾਤੋਂ ਉਹ ਅਲੱਗ ਆ, ਤੇ ਪ੍ਰਭੂ ਉਹਨਾਂ ਨੂੰ ਬਲੈਸ ਕਰ ਸਕਦਾ ਹੈ ਫੈਮਿਲੀ ਨਾਲ। ਪ੍ਰਭੂ ਜੀ ਅਸੀਂ ਤੁਹਾਡੇ ਅੱਗੇ ਪ੍ਰਾਰਥਨਾ ਕਰਦੇ ਹਾਂ ਇਸ ਵੇਲੇ ਜਿੰਨੇ ਵੀ ਸਾਡੇ ਪਰਿਵਾਰ ਇਸ ਵੇਲੇ ਸੁਣਦੇ ਆ ਜਾਂ ਮਗਰੋਂ ਸੁਣਨਾ ਆ, ਉਹਨਾਂ ਦੇ ਘਰਾਂ ਦੇ ਵਿੱਚ ਜੋ ਵੀ ਦੁੱਖ ਤਕਲੀਫਾਂ ਆ, ਫੈਮਿਲੀ ਦੇ ਮੈਂਬਰਾਂ ਦਾ ਵਿਛੋੜਾ ਆ, ਜਾਂ ਤਾਂ ਉੱਦਾਂ ਹੀ ਵਿਛੜੇ ਹੋਏ ਆ ਜਾਂ ਮੌਤ ਦੇ ਕਾਰਨ ਵਿਛੜ ਗਏ ਆ, ਪ੍ਰਭੂ ਉਹ ਪਰਿਵਾਰਾਂ ਨੂੰ ਇਕੱਠੇ ਕਰਕੇ ਮੁੜ ਕੇ ਉਹਨਾਂ ਨੂੰ ਸ਼ਾਂਤੀ ਦੇ ਵਿੱਚ ਲੈ ਕੇ ਆਓ ਤੇ ਆਪਣੇ ਪਿਆਰ ਦੇ ਵਿੱਚ ਲੈ ਕੇ ਆਓ। ਕਿਉਂਕਿ ਪਿਤਾ ਪਰਮੇਸ਼ਰ ਜੀ ਸੱਚਮੁੱਚ ਸਾਡੀ ਸਮਝ ਤੋਂ ਬਾਹਰ ਵਾ ਜਦੋਂ ਕਿੰਨਾ ਫੈਮਿਲੀ ਦੇ ਵਿੱਚ ਦੁੱਖ ਹੁੰਦਾ ਆ ਤੇ ਅਸੀਂ ਉਹਨਾਂ ਨੂੰ ਤਸੱਲੀ ਨਹੀਂ ਦੇ ਸਕਦੇ, ਪਰ ਤੁਹਾਡਾ ਵਚਨ, ਤੁਹਾਡਾ ਆਤਮਾ ਉਹਨਾਂ ਨੂੰ ਤਸੱਲੀ ਦੇ ਸਕਦਾ ਹੈ। ਇਸ ਵੇਲੇ ਅਸੀਂ ਤੁਹਾਡੇ ਅੱਗੇ ਮਿਹਨਤ ਕਰਦੇ ਹਾਂ ਪ੍ਰਭੂ ਜੀ, ਔਰ ਕਿਰਪਾ ਮੰਗਦੇ ਹਾਂ ਕਿ ਉਹਨਾਂ ਪਰਿਵਾਰਾਂ ਦੇ ਉੱਤੇ ਆਪਣੀ ਕਿਰਪਾ ਕਰੋ, ਕਿਉਂਕਿ ਤੁਸੀਂ ਕਿਰਪਾ ਕਰਨ ਵਾਲੇ ਪਰਮੇਸ਼ਰ ਹੋ। ਤੁਸੀਂ ਉਹ ਪਿਤਾ ਆ ਜੋ ਆਪਣੇ ਬੱਚਿਆਂ ਤੇ ਤਰਸ ਖਾਂਦੇ ਆ। ਇਸ ਵੇਲੇ ਅਸੀਂ ਧੰਨਵਾਦ ਕਰਦੇ ਉਹਨਾਂ ਪਰਿਵਾਰਾਂ ਲਈ ਕਿ ਤੁਸੀਂ ਉਹਨਾਂ ਤੇ ਵੀ ਧੰਨਵਾਦ ਰਹਿਮ ਕਰ ਰਹੇ ਆ, ਉਹਨਾਂ ਦੇ ਘਰਾਂ ਦੇ ਵਿੱਚ ਆਪਣੀ ਸ਼ਾਂਤੀ ਤੇ ਸੁੱਖ ਸਾਂਦ ਦੇ ਰਹੇ ਆ। ਯਿਸੂ ਮਸੀਹ ਦੇ ਨਾਮ ਵਿੱਚ ਅਸੀਂ ਮੰਗਦੇ ਤੇ ਪਾਉਂਦੇ ਹਾਂ, ਆਮੀਨ। Amen. Amen. Praise the Lord. ਥੈਂਕ ਯੂ ਜੀ। ਹਾਂਜੀ, ਆਪਾਂ ਜਿੱਦਾਂ ਕਹਿੰਦੇ ਹੁੰਦੇ ਆ, ਜੇ ਯਿਸੂ ਮਸੀਹ ਜੀ ਨਹੀਂ ਆਏ ਤੇ ਫਿਰ ਆਪਾਂ ਸੰਡੇ ਨੂੰ 3:30 ਵਜੇ ਮਿਲਾਂਗੇ Amen. ਤੇ ਫਰਾਈਡੇ ਨੂੰ 3:30 ਵਜੇ ਫਿਰ ਮਿਲਾਂਗੇ। ਉਦੋਂ ਤੱਕ ਲਈ ਤੁਸੀਂ ਬਲੈਸਡ ਹੋਵੋ ਤੇ ਬਲੈਸਡ ਹੋ ਕੇ ਦੂਜਿਆਂ ਨੂੰ ਵੀ ਬਲੈਸ Bless ਕਰੋ। God. Amen. That's ਸੋ right. ਸੱਚਮੁੱਚ ਹਰੇਕ ਟਾਈਮ ਆਪਾਂ ਇਹ ਉਡੀਕਣਾ ਕਿ ਪ੍ਰਭੂ ਸਾਡੇ ਨਾਲ ਵਾ ਤੇ ਸਾਡੇ ਵਿਰੁੱਧ ਕੌਣ ਖੜਾ ਹੋ ਸਕਦਾ ਹੈ। Mm. ਬੀ ਬਲੈਸਡ ਟੂ Amen. ਬਲੈਸ ਅਦਰਸ। Yeah. Amen. ਜੈ ਮਸੀਹ ਦੀ। Jai Masihi. Praise the Lord. Praise the Lord. Praise God.